ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:10 ਹੋਏ ਨੇ। 21 ਦਸੰਬਰ ਦਾ ਦਿਨ ਹੈ, ਵਰ੍ਹਾ 2020 ਦਾ, ਸੋਮਵਾਰ ਹੈ, 8 ਪੋਹ ਨਾਨਕਸ਼ੇ ਸੰਮਤ 552। ਅੱਜ ਦੇ ਦਿਨ 8 ਪੋਹ ਨੂੰ ਦੁਨੀਆ ਦੀ ਇੱਕੋ ਇੱਕ ਅਸਾਮੀ ਜੰਗ, ਜਿਹਦੇ ਵਿੱਚ 10 ਲੱਖ ਫੌਜ ਦੇ ਨਾਲ 40 ਭੁੱਖਣ ਭਾਣੇ ਸਿੰਘ ਜੂਝ ਕੇ ਸ਼ਹੀਦ ਹੋਏ। ਸਾਹਿਬ ਆਲਮ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਇਸ ਕਰਬਲੇ ਦੇ ਵਿੱਚ ਜਿਹੜਾ ਹੱਜ ਹੈ ਸਿੱਖਾਂ ਦਾ, ਇੱਕ ਕਰਬਲਾ ਦਾ ਮੈਦਾਨ ਜਿਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਦੋਤੇ ਹਜ਼ਰਤ ਹੁਸੈਨ ਤੇ ਪੜਦੋਤੇ ਸ਼ਹੀਦ ਹੋਏ, ਜਿਹੜੇ ਜਿੱਥੋਂ ਸ਼ੀਆ ਮੁਸਲਮਾਨ ਹੋਏ ਉਹ 72 ਸਨ। ਯਜ਼ੀਦ ਜਿਹੜੇ ਸੁੰਨੀ ਮੁਸਲਮਾਨ ਨੇ, ਉਹਨਾਂ ਦੀ ਬਹੁਤ ਵੱਡੀ ਗਿਣਤੀ ਸੀ। ਕਰਬਲਾ ਦੇ ਦਿਨ, ਤਾਜ਼ੀਏ ਦੇ ਦਿਨ, ਮੁਹਰਮ ਦੇ ਦਿਨ ਤੁਸੀਂ ਵੇਖਦੇ ਹੋ ਕਿਵੇਂ ਆਪਣੇ ਆਪ ਨੂੰ ਸ਼ੀਆ ਮੁਸਲਮਾਨ ਦੁੱਖ ਪਹੁੰਚਾਉਂਦੇ ਨੇ। ਕਰਬਲੇ ਤੋਂ ਬਾਅਦ ਇਸਲਾਮ ਦੀ ਸ਼ੁਰੂਆਤ ਹੁੰਦੀ ਹੈ। ਜਿਸ ਤਰ੍ਹਾਂ ਇਕਬਾਲ ਨੇ ਕਿਹਾ, ਪਰ ਸਿੱਖਾਂ ਦਾ ਕਰਬਲਾ, ਜਿਹੜਾ ਸਿੱਖਾਂ ਦਾ ਜਿਹੜਾ ਹੱਜ ਹੈ, ਉਹ ਚਮਕੌਰ ਸਾਹਿਬ ਹੈ। ਅੱਜ ਚਮਕੌਰ ਸਾਹਿਬ ਦੇ ਸ਼ਹੀਦਾਂ ਦਾ ਦਿਨ ਹੈ। ਰਾਤ ਹੋ ਚੁੱਕੀ ਹੈ ਚਮਕੌਰ ਸਾਹਿਬ ਦੇ ਵਿੱਚ। ਸੋਚਿਓ ਕਿ ਮੈਦਾਨ ਜਿਹੜੇ ਨੇ, ਜੰਗ ਦਾ ਮੈਦਾਨ ਕਿਸ ਤਰ੍ਹਾਂ ਭਰਿਆ ਪਿਆ ਹੋ। ਵਿੱਚ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋਏ ਪਏ ਨੇ। ਸਾਹਿਬ ਕੱਚੀ ਗੜੀ ਦੇ ਵਿੱਚੋਂ ਸਾਰਾ ਕੁਝ ਵੇਖਦੇ ਰਹੇ। ਇਸ ਕੌਮ ਤੇ ਜਿਹਦੀਆਂ ਨੀਹਾਂ ਪਤਾਲ ਦੇ ਵਿੱਚ ਨੇ, ਇਹ ਨੀਹਾਂ ਇਹਨਾਂ ਯੋਧਿਆਂ ਨੇ ਬਣਾਈਆਂ ਹੋਈਆਂ। ਇਸ ਕੌਮ ਨੂੰ ਕੋਈ ਝੁਕਾ ਨਹੀਂ ਸਕਿਆ, ਨਾ ਹੀ ਝੁਕਾ ਰਿਹਾ, ਨਾ ਹੀ ਝੁਕਾ ਸਕਦਾ। ਅੱਜ ਦੇ ਇਸ ਸ਼ੋਅ ਦੇ ਵਿੱਚ ਪਹਿਲਾਂ ਸ਼ੁਰੂਆਤ ਹੋਏਗੀ ਦਿੱਲੀ ਤੋਂ। ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਨਮਕੀਨ ਸਿੰਘ ਪੱਤੀ ਉੱਥੇ ਪਹੁੰਚੇ ਹੋਏ ਨੇ। ਸਿੰਘੂ ਬਾਰਡਰ ਤੋਂ ਗੱਲਬਾਤ ਹੋਏਗੀ, ਨਾਲ ਹੀ ਗਾਜੀਪੁਰ ਵਾਲੇ ਬਾਰਡਰ ਤੋਂ ਸਰਦਾਰ ਬੈਂਸ ਗੱਲ ਕਰਨਗੇ। ਇਸ ਬਾਰਡਰ ਤੇ ਸਹੂਲਤਾਂ ਦੀ ਥੋੜ੍ਹੀ ਜਿਹੀ ਕਮੀ ਹੈ। ਪਲੀਜ਼ ਸੋਚਿਓ, ਸੁਣਿਓ। ਸਾਨੂੰ ਸਾਰੇ ਬਰਾਬਰ ਨੇ, ਪਰ ਇੱਥੋਂ ਅੱਜ ਤੁਹਾਨੂੰ ਸਰਦਾਰ ਬੈਂਸ ਦੇ ਨਾਲ ਮੈਂ ਗੱਲ ਕਰਵਾਵਾਂਗਾ ਤੇ ਉਹ ਦੱਸਣਗੇ ਕੀ ਕਮੀਆਂ ਨੇ ਉੱਥੇ। ਇਸ ਦੇ ਨਾਲ ਹੀ ਆਖਰੀ ਘੰਟੇ ਦੇ ਵਿੱਚ ਇੱਕ ਖਬਰ ਵਾਇਰਸ ਦੇ ਬਾਰੇ, ਜਿਹਦੇ ਕਰਕੇ UK ਤੋਂ ਫਲਾਈਟਾਂ ਸਾਰੀਆਂ ਬੰਦ ਹੋ ਗਈਆਂ। ਨਵਾਂ ਜਿਹੜਾ ਇਹ ਵਾਇਰਸ, ਇਸ ਦਾ ਨਾਮ BUI 20201201 ਇਸ ਤਰ੍ਹਾਂ ਰੱਖਿਆ। ਨਿਊ ਵੇਰੀਐਂਟ ਹੈ, ਨਵਾਂ ਰੂਪ ਛਲੇਡਾ ਬਣ ਗਿਆ ਜਿਹੜਾ ਕੋਵਿਡ ਹੈ। ਇਹ ਪਹਿਲੀ ਉਹ ਗੱਲ ਪਹਿਲਾਂ ਹੀ ਡਾਕਟਰਾਂ ਨੇ ਕਿਹਾ ਸੀ ਵੀ ਜਾਨੂੰ ਇਹਦੀ ਦਵਾਈ ਲੱਭਣੀ, ਜਾਨੂੰ ਇਹਨੇ ਰੂਪ ਬਦਲ ਲੈਣਾ। ਹੁਣ ਉਹਨੇ ਰੂਪ ਬਦਲ ਲਿਆ। ਸਤੰਬਰ ਦਾ ਸ਼ੁਰੂ ਹੋਇਆ ਹੋਇਆ ਇੰਗਲੈਂਡ ਦੇ ਵਿੱਚ, UK ਦੇ ਵਿੱਚ। ਉਹਦੇ ਬਾਅਦ ਇਹ ਕਿੱਥੇ ਕਿੱਥੇ ਪਹੁੰਚ ਗਿਆ ਰੱਬ ਜਾਣਦਾ। ਹੁਣ ਫਲਾਈਟਾਂ ਬੰਦ ਹੋਈਆਂ ਨੇ। ਵੇਖਦੇ ਹਾਂ ਇਹਦੇ ਰਿਜ਼ਲਟਸ ਕੀ। ਇਹ ਨਵੀਆਂ ਜਿਹੜੀ ਵੈਕਸੀਨ ਇਹ 'ਤੇ ਕੰਮ ਕਰੇਗੀ ਨਹੀਂ ਕਰੇਗੀ, ਇਹ ਪਤਾ ਲੱਗੇਗਾ। ਸ਼ੇਰੇ ਪੰਜਾਬ radio.ca 'ਤੇ ਸਿੱਧਾ ਤੁਸੀਂ ਪ੍ਰਸਾਰਣ ਸੁਣ ਰਹੇ ਹੋ, ਅਤੇ ਨਾਲ ਹੀ ਲਾਈਵ ਵੀ ਪ੍ਰੋਗਰਾਮ ਚੱਲਦੇ ਨੇ। ਥੋੜ੍ਹੇ ਚਿਰ ਬਾਅਦ ਲਾਈਵ ਆਪਾਂ ਹੋ ਜਾਣਾ ਫੇਸਬੁੱਕ 'ਤੇ 600 AM ਸ਼ੇਰੇ ਪੰਜਾਬ ਰੇਡੀਓ, ਅਤੇ 604 204 0600 ਨੰਬਰ ਹੈ ਦਫ਼ਤਰ ਦਾ। ਇਸੇ ਨੰਬਰ ਦੇ ਨਾਲ ਹੀ ਆਨ ਏਅਰ ਨੰਬਰ ਆ, ਪਰ ਇੱਥੇ ਤੁਸੀਂ ਸਾਰੇ ਦਫ਼ਤਰ 'ਚ ਕਿਸੇ ਨਾਲ ਗੱਲ ਕਰਨੀ ਹੋਵੇ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਅਤੇ ਆਪਣੇ ਵਪਾਰਕ ਵਾਅਦਿਆਂ ਲਈ ਐਡਵਰਟਾਈਜ਼ ਕਰਨੀਆਂ ਤਾਂ ਵੀ ਇੱਕ ਹੋਰ ਨੰਬਰ ਆਨ ਏਅਰ 604 242 2890 6042422890। ਮੇਰਾ ਸੈੱਲ ਨੰਬਰ 6047291224 604 729 1224। ਕੋਈ ਸੁਨੇਹਾ ਭੇਜਣਾ ਹੋਵੇ, ਕੋਈ ਗੱਲਬਾਤ ਦੱਸਣੀ ਹੋਵੇ, ਕਿਤੇ ਕੋਈ ਬ੍ਰੇਕਿੰਗ ਨਿਊਜ਼ ਦਾ ਹੋਵੇ ਤਾਂ ਮੈਸੇਜ, ਟੈਕਸਟ ਤੇ WhatsApp ਜਿਹੜਾ ਤੁਸੀਂ ਕਰ ਸਕਦੇ ਹੋ। ਆਪਣੇ ਕੋਈ ਐਡਵਰਟਾਈਜ਼ਮੈਂਟ ਕਰਨੀ ਹੈ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ, ਤਾਂ ਵੀ ਇਹੀ ਨੰਬਰ ਹੈ, ਇਹਦੇ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ, ਦੱਸ ਸਕਦੇ ਹੋ, ਤਾਂ ਟੀਮ ਹੈ ਜਿਹੜੀ ਸਾਡੀ ਤੁਹਾਡਾ ਪੈਕੇਜ ਪਲਾਨ ਕਰ ਲੇਗੀ। ਉੱਡਦੀਆਂ 5 ਕੱਕਿਆਂ ਦੀ ਓਟ ਹੇਠਾਂ ਛਿੱਦ ਤਾਂ ਉੱਠੇ ਗੁਰੂ ਗੋਬਿੰਦ ਸਿੰਘ ਜਿੱਥੋਂ ਦੀ ਤਾੜੀ ਮਾਰ ਕੇ। ਮਿੱਟੀ ਨੇ ਨਕਸ਼ਾ ਤੱਕਿਆ ਲੋਹੇ ਦੀ ਨੰਗੀ ਧਾਰ ਦਾ, ਬਦੀਆਂ ਦੇ ਖੇਮੇ ਪੁੱਟ ਕੇ
ਅਣਖਾਂ ਦੇ ਚਿੱਲੇ ਚਾੜ ਕੇ ਬਾਜ਼ਾਂ ਦੇ ਭੂਸਲ ਖੰਭ ਤੋਂ ਝੜਦੇ ਨੇ ਉੱਥੇ ਫਲਸਫੇ ਤੇ ਬਹਿੰਦੀਆਂ ਨੇ ਕੋਰੀਆਂ ਰੁੱਤਾਂ ਭੁਲਾਥੀ ਮਾਰ ਕੇ ਤਰਦੀਆਂ ਨੇ ਜਾਮਣੀ ਚੁੱਪਾਂ ਹਵਾ ਦੀ ਕਾਂਗ ਤੇ ਰੋਹੀ ਦੇ ਰਾਗੀ ਬਾਵਰੇ ਝੂਮਣ ਸੁਰਾਂ ਦੀ ਤਾਰ ਤੇ ਜਦ ਵੀ ਹੈ ਆਉਣਾ ਬੱਕੀਆਂ ਨੇ ਸੀਸ ਲੈ ਕੇ ਬਾਪ ਦਾ ਕਾਲੇ ਸਿਆਹ ਪੈਂਡਿਆਂ ਨੂੰ ਚਾਨਣਾ ਚ ਰੰਗਣਾ ਰੇਤਾ ਵੀ ਭਰ ਕੇ ਚੁੰਗੀਆਂ ਪਾਉਣਾ ਦੇ ਉੱਤੇ ਬਹਿ ਗਿਆ ਕਿ ਆਖਦੇ ਕਿ ਸਤਿਗੁਰਾਂ ਨੇ ਅੱਜ ਬਣਾ ਚੋਂ ਲੰਘਣਾ ਜਦ ਪੀਂਦੀਆਂ ਤਾਂ ਅੱਕ ਦੇ ਡੋਡੇ ਦਾ ਰਸ ਹੀ ਪੀਂਦੀਆਂ ਜਦ ਲਾਉਂਦੀਆਂ ਸਰਾਣਾ ਇਹ ਟਿੰਡ ਦਾ ਹੀ ਲਾਉਂਦੀਆਂ ਰਾਤਾਂ ਨੇ ਹੱਦੋਂ ਠੰਡੀਆਂ ਪੈਰਾਂ 'ਚ ਸੂਲਾਂ ਪੁੜਦੀਆਂ ਮਾਛੀਵਾੜੇ ਦੇ ਜੰਗਲਾਂ ਵਿੱਚ ਖਾਲਸਾਈ ਮਸਤੀਆਂ ਨਿਰਵੈਰ ਹੈ ਸ਼ਾਹਕਾਰ ਹੈ ਤੀਰਾਂ ਦਾ ਉਹ ਆਕਾਰ ਜੋ ਕੇਵਲ ਵਿਨਾਸ਼ਕ ਹੀ ਨਹੀਂ ਨਵਰੁੱਤ ਦੀ ਟਕਸਾਲ ਹੈ ਕਲਮੈ ਦਸਮ ਦੀ ਨੋਕ 'ਚੋਂ ਸੁਰਖੀ ਜੇ ਖਿੰਡਗੀ ਬੇਲੀਓਏ ਵਗ ਰਹੇ ਪਾਣੀ ਉਹਨਾਂ ਦੇ ਕਿਣਕਿਆਂ ਦੀ ਝਾਲ ਹੈ ਡੂੰਗੀ ਧਰਤ ਦੀ ਆਵਾਜ਼ ਨੂੰ ਸੁਣਨਾ ਹੀ ਸਿੱਖੀ ਧਰਮ ਹੈ ਚਾਰੇ ਦਿਸ਼ਾਵਾਂ ਜੁੜਦੀਆਂ ਉਹੀ ਗੁਰੂ ਦਾ ਦਵਾਰ ਹੈ ਪਾਣੀ ਤੇ ਕੱਚ ਤੇ ਉਸਰੇ ਧੁੱਪਾਂ ਦੇ ਬੁੱਤ ਹੀ ਤਖਤ ਨੇ ਸੂਰਜ ਦਾ ਚਾਨਣ ਹੱਦ ਹੈ ਕੁੱਲ ਜਗਤ ਹੀ ਪਰਿਵਾਰ ਹੈ ਇਹ ਕਿਸ ਦਾ ਜੁੱਸਾ ਲਿਸ਼ਕਦਾ ਸਾਡੇ ਵਿਹੜਿਆਂ ਦੀ ਧੁੱਪ ਚੋਂ ਇਹ ਕਿਸ ਦਾ ਚੋਲਾ ਬਣ ਗਿਆ ਸਾਡੇ ਸਿਰ ਉੱਤੇ ਅਸਮਾਨ ਵਈ ਉਹ ਕੌਣ ਸੀ ਜਿਸ ਦੇ ਮਗਰ ਤੁਰ ਪਏ ਸੀ ਪੈੜਾਂ ਪੂਜਦੇ ਕਲਗੀ ਨਗਾਰਾ ਚਾਨਣੀ ਝੰਡੇ ਤਖਤ ਕਿਰਪਾਨ ਵਈ 11 ਇੰਚ ਦੀ ਕਲਗੀ ਆ ਮੇਰੇ ਸਾਹਿਬ ਦੀ ਜਦ ਦਮਾਲੇ ਤੇ ਸਜਦੀ ਹੋ ਕੀ ਕਿਸ ਤਰ੍ਹਾਂ ਲੱਗਦੇ ਹੋਣੇ ਨੇ ਗੋਬਿੰਦ ਹੀ ਹੈ ਸਾਡੇ ਆਜ਼ਾਦ ਸਾਹਾਂ ਦੀ ਲੜੀ ਗੋਬਿੰਦ ਹੀ ਸਾਡੀ ਜ਼ੁਬਾਨ ਦਾ ਸਭ ਤੋਂ ਉੱਚਾ ਬਾਕ ਹੈ ਗੋਬਿੰਦ ਹੀ ਸੁੱਖਾ ਸਖਤ ਗੋਬਿੰਦ ਹੀ ਧਰ ਮਖਮਲੀ ਗੋਬਿੰਦ ਅੱਕ ਸੰਦਲ ਹਵਾ ਠੂਠਾ ਸਿੰਘਾਸਣ ਖਾਕ ਹੈ ਅੱਕ ਸੰਦਲ ਹਵਾ ਠੂਠਾ ਸਿੰਘਾਸਣ ਖਾਕ ਹੈ ਅਕਾਲ ਅਕਾਲ ਦੇ ਨਾਰੇ ਗੱਜਦੇ ਚਮਕੌਰ ਸਾਹਿਬ 'ਚ ਗੁਰਫਤਿਹ ਨਵਕਿੰਦਰ ਸਿੰਘ ਪੱਤੀ ਦਿੱਲੀ ਤੋਂ ਸਿੰਘੂ ਬਾਰਡਰ ਤੋਂ ਮੇਰੇ ਨਾਲ ਨੇ ਸਟਾਰ ਨਵਕਿੰਦਰ ਸਿੰਘ ਜੀ ਸਵਾਗਤ ਸਤਿ ਸ੍ਰੀ ਅਕਾਲ ਸ਼ੁਕਰੀਆ ਗਿੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ ਸਭ ਤੋਂ ਪਹਿਲਾਂ ਜੀ 2 ਦਿਨਾਂ ਦੀ ਗੱਲ ਵਾਰ ਤੇ ਐਤਵਾਰ ਤੇ ਬਾਰਡਰ ਤੇ ਕੀ ਹਾਲ ਨੇ ਵੱਡੀਆਂ ਜਿਹੜੀਆਂ ਗੱਲਾਂ ਬਾਤਾਂ ਕੀ ਹੋਈਆਂ 2 ਦਿਨਾਂ ਦੀ ਅਪਡੇਟ ਕਰੋ ਜੀ ਸਭ ਤੋਂ ਪਹਿਲਾਂ ਜੀ ਗਿੱਲ ਸਾਹਿਬ ਮੈਂ ਜਦੋਂ ਆਪਣੀ ਉਦੋਂ ਗੱਲ ਹੋਈ ਸੀ ਉਦੋਂ ਥੋੜੇ ਟਾਈਮ ਬਾਅਦ ਹੀ ਉੱਠ ਕੇ ਤੁਰ ਪਏ ਸੀ ਅਸੀਂ ਦਿੱਲੀ ਨੂੰ ਔਰ ਇੱਥੇ ਸਭ ਤੋਂ ਪਹਿਲਾਂ ਬਹਾਦਰ ਔਰ ਸਿੰਘੂਗੜ੍ਹ ਤੇ ਡਟੇ ਹੋਏ ਆ ਇੱਕ ਤਾਂ ਤਿੰਨੇ ਬਾਰਡਰ ਨੇ ਦੇਖੋ ਬਹਾਦਰਗੜ੍ਹ ਤੇ ਟਿੱਕਰੀ ਵੈਸੇ ਇੱਕੋ ਹੀ ਗੱਲ ਹੈ ਪਰ ਉੱਥੇ 2 ਧਰਨੇ ਵੱਖੋ ਵੱਖ ਲੱਗੇ ਹੋਏ ਆ ਕਿ ਜਿਹੜੀ ਭਾਰਤੀ ਕਿਸਾਨ ਯੂਨੀਅਨ ਗਰਾਹਾਂ ਜਿਹੜੀ 32 ਜਥੇਬੰਦੀਆਂ ਦਾ ਪਾਰਟ ਨਹੀਂ ਹੈ ਉਹਨਾਂ ਦੇ ਵੱਲੋਂ ਬਹਾਦਰਗੜ੍ਹ ਦੇ ਵਿੱਚ ਅੱਡ ਧਰਨਾ ਲਾਇਆ ਹੋਇਆ ਹੈਗਾ ਇਸ ਤੋਂ ਇਲਾਵਾ ਟਿੱਕਰੀ ਦੇ ਵਿੱਚ ਜਥੇਬੰਦੀਆਂ ਦਾ ਧਰਨਾ ਲਾਇਆ ਹੋਇਆ ਪਰ ਉਹਨਾਂ ਦੋਨਾਂ ਧਰਨਿਆਂ ਦੇ ਵਿੱਚ ਰੌਣਕ ਬਹੁਤ ਘੱਟ ਹੈਗੀ ਉਹਨਾਂ ਦੋਨਾਂ ਧਰਨਿਆਂ ਦੇ ਵਿੱਚ ਵੱਖਰੀ ਤਰ੍ਹਾਂ ਦਾ ਇੱਕ ਮਾਹੌਲ ਹੈ ਲੇਕਿਨ ਜਿਹੜਾ ਇੱਥੇ ਸਿੰਘੂ ਬਾਰਡਰ ਦੇ ਉੱਤੇ ਧਰਨਾ ਹੈ ਜਿਸ ਧਰਨੇ ਦੇ ਵਿੱਚ ਪੰਜਾਬ ਦਾ ਹਰ ਰੰਗ ਮੌਜੂਦ ਹੈ ਇਸ ਧਰਨੇ ਦੇ ਵਿੱਚ ਰੌਣਕ ਆ ਜਿਹੜੀ ਸਭ ਤੋਂ ਵੱਧ ਹੈ ਔਰ ਇੱਥੇ ਗਿੱਲ ਸਾਹਿਬ ਮੈਂ 2-3 ਚੀਜ਼ਾਂ ਜਿਹੜੀਆਂ ਕਹਿਣੀਆਂ ਚਾਹੂੰ ਇੱਕ ਤਾਂ ਇਹ ਕਿ ਇੱਥੇ ਇਕੱਠ ਬਹੁਤ ਵੱਧ ਚੁੱਕਿਆ ਪਹਿਲਾਂ ਦੇ ਮੁਕਾਬਲੇ ਔਰ ਜਦੋਂ ਮੈਂ ਹੁਣ ਦੇਖਿਆਗਾ ਤਾਂ ਲਗਭਗ 4 ਕਿਲੋਮੀਟਰ ਲੰਬਾ ਕਾਫਲਾ ਹੋਰ ਵੱਧ ਚੁੱਕਿਆ ਹੈਗਾ ਇੱਕ ਤਾਂ ਇਹ ਦੂਸਰਾ ਇਹ ਗਿੱਲ ਸਾਹਿਬ ਕਿ ਇੱਥੇ ਗੁਲਦਸਤੇ ਦੇ ਵਿੱਚ ਹਰ ਰੰਗ ਜਿਹੜਾ ਉਹ ਹੋਰ ਵੀ ਗੂੜਾ ਜਿਹੜਾ ਉਹ ਚਿਤਵਿਆ ਗਿਆ ਹੈਗਾ ਹੋਰ ਵੀ ਗੂੜਾ ਮੌਜੂਦ ਆ ਜਿਹੜਾ ਉਹ ਹੋਇਆ ਹੈਗਾ ਔਰ ਸਟੇਜ ਦੇ ਉੱਤੋਂ ਵੀ ਹਰ ਰੰਗ ਜਿਹੜਾ ਨਜ਼ਰ ਆ ਰਿਹਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਹੈ ਜਿਹੜੀ ਉਹ ਭੇਂਟ ਕੀਤੀ ਗਈ ਹੈ ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਇਲਾਵਾ ਹਰ ਰੋਜ਼ ਇੱਥੇ ਕੀਰਤਨ ਹਰ ਰੋਜ਼ ਜਿਹੜਾ ਇੱਥੇ ਕਥਾ ਗੀ ਜਿਹੜੀ ਉਹ ਹੁੰਦੀ ਹੈਗੀ ਇਸ ਤੋਂ ਇਲਾਵਾ ਗਿੱਲ ਸਾਹਿਬ ਅੱਜ ਮੈਂ ਵੱਖਰੀ ਚੀਜ਼ ਦੇਖੀ ਕਿ ਸਿੰਘੂ ਬਾਰਡਰ ਦੇ ਉੱਤੇ ਗੁਰੂ ਤੇਗ ਬਹਾਦਰ ਦਾ ਜਿਹੜਾ ਆਡੀਟੋਰੀਅਮ ਆ ਉਹ ਬਣਿਆ ਹੋਇਆ ਹੈਗਾ ਔਰ ਉੱਥੇ ਵੀ ਬਹੁਤ ਜਿਹੜਾ ਵਧੀਆ ਦ੍ਰਿਸ਼ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਮੈਂ ਲਾਈਵ ਹੋਣ ਦੀ ਵੀ ਉੱਥੋਂ ਕੋਸ਼ਿਸ਼ ਕੀਤੀ ਸੀ ਪਰ ਰਾਤ ਦਾ ਸਮਾਂ ਸੀਗਾ ਰਾਤ ਨੂੰ ਆਪਾਂ ਕੁਝ ਸਮਾਂ ਪਹਿਲਾਂ ਲਾਈਵ ਵੀ ਹੋਏ ਸੀਗੇ ਆਪਣੇ ਸ਼ੇਰੇ ਪੰਜਾਬ ਦੇ ਫੇਸਬੁੱਕ ਪੇਜ ਦੇ ਉੱਤੋਂ ਸੋ ਕੱਲ ਨੂੰ ਮੈਂ ਉਹ ਵੀ ਜ਼ਰੂਰ ਲਾਈਵ ਹੋਊਂਗਾ ਸੋ ਬੜਾ ਵਧੀਆ ਮਾਹੌਲ ਹੈ ਗਿੱਲ ਸਾਹਿਬ ਬਹੁਤ ਵਧੀਆ ਰੌਣਕ ਆ ਜਿਹੜੀ ਇੱਥੇ ਲੱਗੀ ਹੋਈ ਆ ਔਰ ਪੂਰਾ ਪੰਜਾਬ ਡਟਿਆ ਹੋਇਆ ਹਰਿਆਣਵੀ ਨਾਲ ਡਟੇ ਹੋਏ ਨੇ ਅੱਜ ਗੁਜਰਾਤ ਤੋਂ ਵੀ ਲੋਕ ਆ ਜਿਹੜੇ ਉਹ ਆਏ ਔਰ ਉਹਨਾਂ ਨੇ ਬਕਾਇਦਾ ਸਟੇਜ ਤੋਂ ਗੀਤ ਵੀ ਗਾਏ ਔਰ ਸਟੇਜ ਤੋਂ ਸੰਬੋਧਨ ਵੀ ਕੀਤਾ ਉਹਨਾਂ ਨੇ ਦੱਸਿਆ ਕਿ ਗੁਜਰਾਤ ਦਾ ਦ੍ਰਿਸ਼ ਕੀ ਹੈ ਔਰ ਜਿਹੜਾ ਇਹ ਕਹਿ ਰਹੇ ਨੇ ਕਿ ਇੱਥੇ ਸਿਰਫ ਪੰਜਾਬੀ ਨੇ ਜੀ ਖਾਲਿਸਤਾਨੀ ਨੇ ਜੀ
ਇੱਥੇ ਹਰਿਆਣਵੀ ਵੀ ਨੇ, ਪੰਜਾਬੀ ਵੀ ਨੇ, ਉੱਤਰ ਪ੍ਰਦੇਸ਼ ਵਾਲੇ ਵੀ ਨੇ, ਮੱਧ ਪ੍ਰਦੇਸ਼ ਵਾਲੇ ਵੀ ਨੇ। ਸਟੇਜ ਤੋਂ ਬਕਾਇਦਾ ਹਰ ਸੂਬਾ ਬੋਲ ਰਿਹਾ ਗਿੱਲ ਸਾਹਿਬ। ਗੁਜਰਾਤ ਵਾਲਿਆਂ ਨੇ ਮੇਰੇ ਕੋਲ ਵੀਡੀਓ ਵੀ ਰਿਕਾਰਡ ਕੀਤੀ, ਉਹ ਵੀ ਬੋਲੇ, ਮੱਧ ਪ੍ਰਦੇਸ਼ ਵਾਲੇ ਵੀ ਬੋਲੇ। ਹਰ ਸੂਬਾ ਇਹ ਕਹਿ ਰਿਹਾ ਗਾ ਕਿ ਜਿਹੜੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਹੈ, ਇਹਨਾਂ ਨੇ ਪੂਰੇ ਦੇਸ਼ ਦਾ ਜਿਉਣਾ ਦੁੱਭਰ ਕੀਤਾ ਹੋਇਆ ਔਰ ਪੂਰਾ ਦੇਸ਼ ਇਹਨਾਂ ਦੇ ਖਿਲਾਫ ਹੈ। ਔਰ ਹਰੇਕ ਵਧਾਈ ਦਿੰਦਾ ਕਿ ਤੁਸੀਂ ਪੰਜਾਬੀਆਂ ਨੇ ਵਧਾਈ ਦੇ ਪਾਤਰ ਹੋ, ਤੁਸੀਂ ਸਭ ਤੋਂ ਪਹਿਲਾਂ ਇੱਕ ਲਹਿਰ ਬਣਾਤੀ, ਹੁਣ ਪੂਰਾ ਦੇਸ਼ ਤੁਹਾਡੇ ਮਗਰ ਹੈ ਜੀ। ਅੱਛਾ ਜੀ, ਜਿਹੜੇ ਦੋਨੇ ਦੂਸਰੇ ਬਾਰਡਰ ਨੇ ਉੱਥੋਂ ਕੁਝ ਖਬਰਾਂ ਆ ਰਹੀਆਂ ਨੇ ਨਵਕਿਰਨ, ਗਾਜੀਪੁਰ ਬਾਰਡਰ ਤੋਂ। ਆਪਣੀ ਗੱਲ ਤੋਂ ਬਾਅਦ ਮੈਂ ਉੱਥੇ ਗੱਲਬਾਤ ਕਰਨੀ ਹੈ ਤੇ ਉੱਥੇ ਜਿਹੜੀ ਹੈ ਸਹੂਲਤਾਂ ਦੀ ਕਮੀ ਹੈ, ਇਹਦੇ ਬਾਰੇ ਕੁਝ ਹੋ ਸਕਦਾ ਹੈ? ਕੋਈ ਗੱਲਬਾਤ ਇੱਥੇ ਹੋ ਸਕਦੀ ਹੈ, ਤੁਸੀਂ ਜਿੱਥੇ ਹੋ, ਕਿ ਉੱਥੇ ਸਹੂਲਤਾਂ ਵੀ ਪਹੁੰਚਣ, ਕੁਝ ਉੱਥੇ ਰੌਣਕ ਵੀ ਹੋਵੇ? ਜੀ ਗਿੱਲ ਸਾਹਿਬ, ਦੇਖੋ ਇਹ ਗੱਲ ਹੈਗੀ ਆ, ਵਾਕਈ ਠੀਕ ਆ ਗੱਲ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ 2 ਬਾਰਡਰਾਂ ਦੇ ਉੱਤੇ ਪਿਛਲੇ 2 ਦਿਨਾਂ ਦੇ ਵਿੱਚ ਜਾ ਕੇ ਆਇਆ ਗਾ, ਬਹਾਦਰਗੜ੍ਹ ਔਰ ਟਿੱਕਰੀ। ਉਹਨਾਂ ਦੋਨਾਂ ਦੇ ਮੁਕਾਬਲੇ ਸਹੂਲਤ ਆ ਜਿਹੜੀ ਸਿੰਘੂ ਬਾਰਡਰ ਦੇ ਉੱਤੇ ਵੱਧ ਆ, ਉਹਨਾਂ ਦੋਨਾਂ ਬਾਰਡਰਾਂ ਦੇ ਉੱਤੇ ਸਹੂਲਤ ਘੱਟ ਆ। ਗਾਜ਼ੀਆਬਾਦ ਵਾਲਾ ਜਿਹੜਾ ਬਾਰਡਰ ਹੈ ਔਰ ਜਿਹੜਾ ਜੈਪੁਰ ਵਾਲਾ ਰਾਜਸਥਾਨ ਵਾਲਾ ਬਾਰਡਰ ਹੈ, ਉੱਥੇ ਦੋਨਾਂ ਦੇ ਉੱਤੇ ਸਹੂਲਤ ਆ ਜਿਹੜੀ ਬਹੁਤ ਘੱਟ ਹੈ। ਇੱਕ ਤਾਂ ਹੁਣ ਉਹਨਾਂ ਦੀ ਹਰ ਰੋਜ਼ ਜਿਹੜੀ ਬੇਨਤੀ ਆਉਂਦੀ ਹੈ ਇੱਥੋਂ ਸਟੇਜ ਤੋਂ, ਬਕਾਇਦਾ ਗਿੱਲ ਸਾਹਿਬ ਸਿੰਘੂ ਬਾਰਡਰ ਦੀ ਸਟੇਜ ਤੋਂ ਬੋਲਿਆ ਜਾਂਦਾ। ਜੇ ਕੋਈ ਗਾਇਕ ਇੱਥੇ ਆਉਂਦਾ, ਗਾਇਕ ਨੂੰ ਨਾਲ ਬੁਲਾਉਣ ਤੋਂ ਪਹਿਲਾਂ ਬੇਨਤੀ ਕੀਤੀ ਜਾਂਦੀ ਆ ਪੂਰੀ ਸਟੇਜ ਵੱਲੋਂ ਕਿ ਤੁਹਾਨੂੰ ਅਪੀਲ ਹੈ ਕਿ ਤੁਸੀਂ ਪੰਜਾਬੀ ਗਾਇਕ ਹੋ, ਤੁਸੀਂ ਗਾਜ਼ੀਆਬਾਦ ਵਾਲੇ ਬਾਰਡਰ ਦੇ ਉੱਤੇ ਵੀ ਜਾਓ। ਯੂਪੀ ਵਾਲੇ ਵੀ ਕਹਿੰਦੇ ਨੇ ਕਿ ਪੰਜਾਬੀ ਗਾਇਕ ਆਉਣ, ਅਸੀਂ ਪੰਜਾਬੀ ਗਾਇਕਾਂ ਨੂੰ ਪਸੰਦ ਕਰਦੇ ਹਾਂ, ਤੁਸੀਂ ਉੱਥੇ ਵੀ ਹਾਜ਼ਰੀ ਲਵਾ ਕੇ ਆਓ। ਬਕਾਇਦਾ ਹਰ ਕਮੇਡੀਅਨ ਨੂੰ ਕਿਹਾ ਜਾਂਦਾ, ਹਰ ਗਾਇਕ ਨੂੰ ਕਿਹਾ ਜਾਂਦਾ ਔਰ ਸਟੇਜ ਤੋਂ ਸਾਰੇ ਬੁਲਾਰਿਆਂ ਨੂੰ ਕਿਹਾ ਜਾਂਦਾ ਹੈਗਾ ਬਾਰ-ਬਾਰ ਕਿ ਤੁਸੀਂ ਉੱਥੇ ਵੀ ਜਾ ਕੇ ਹਾਜ਼ਰੀ ਲਵਾਓ, ਉੱਥੋਂ ਬਾਰ-ਬਾਰ ਅਪੀਲਾਂ ਆ ਰਹੀਆਂ। ਦੂਸਰੀ ਗੱਲ ਗਿੱਲ ਸਾਹਿਬ ਇਹ ਆ, ਦੇਖੋ ਇਹਦੇ ਪਿੱਛੇ ਇੱਕ ਬੈਕਗਰਾਊਂਡ ਹੈ। ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਮਿੱਤਰਾਂ ਨੇ ਪਾਇਆ, ਬਹੁਤ ਸਾਰੀਆਂ ਜਥੇਬੰਦੀਆਂ ਨੇ ਵੀ ਪਾਇਆ, ਕੁਛ ਜਿਹੜੇ ਤਰਕਸ਼ੀਲ ਵਾਲੇ ਆਗੂ ਨੇ ਉਹਨਾਂ ਨੇ ਵੀ ਪਾਇਆ ਕਿ ਟਿੱਕਰੀ ਬਾਰਡਰ ਦੇ ਉੱਤੇ ਜਾਂ ਬਹਾਦਰਗੜ੍ਹ ਵਾਲੇ ਬਾਰਡਰ ਤੇ ਸਹੂਲਤ ਘੱਟ ਕਿਉਂ ਔਰ ਸਿੰਘੂ ਵਾਲੇ ਤੇ ਵੱਧ ਕਿਉਂ। ਦੇਖੋ ਉਹਦੀ ਇੱਕ ਬੈਕਗਰਾਊਂਡ ਆ ਗਿੱਲ ਸਾਹਿਬ। ਬੈਕਗਰਾਊਂਡ ਇਹ ਹੈ ਕਿ ਜਿਸ ਦਿਨ 26 ਨਵੰਬਰ ਨੂੰ ਕਾਫਲੇ ਤੁਰੇ ਸੀ ਆਪਣੀ, ਉਸ ਦਿਨ ਬਕਾਇਦਾ ਲਾਈਵ ਗੱਲਬਾਤ ਵੀ ਹੋਈ ਸੀ, ਮੈਂ ਨਾਲ ਸੀ। ਉਸ ਦਿਨ ਸਭ ਤੋਂ ਪਹਿਲਾਂ ਕਾਫਲਾ ਸਿੰਘੂ ਤੇ ਆਇਆ ਸੀ ਔਰ ਜਿਹੜੇ ਬੈਰੀਗੇਟ ਪੱਟ ਕੇ ਅੱਗੇ ਤੁਰੇ ਗਏ, ਬੈਰੀਗੇਟ ਮੂਹਰੋਂ ਤੋੜਦੇ ਤੁਰੇ ਗਏ, ਉਹ ਸੀ ਜਿਹੜੇ ਸਿੰਘੂ ਬਾਰਡਰ ਵਾਲੇ ਸੀ। ਜਿਹੜੀ ਝੜਪਾਂ ਹੋਈਆਂ ਉਹ ਸਿੰਘੂ ਬਾਰਡਰ ਵਾਲੇ ਕਾਫਲੇ ਦੇ ਨਾਲ ਹੋਈਆਂ। ਉਹਦਾ ਗਿੱਲ ਸਾਹਿਬ ਅਸਰ ਇਹ ਹੋਇਆ ਕਿ ਸਾਰਾ ਮੀਡੀਆ ਇੱਥੇ ਆ ਗਿਆ ਸਿੰਘੂ ਬਾਰਡਰ ਦੇ ਉੱਤੇ, ਕੁੰਡਲੀ ਬੈਰੀਅਰ ਤੇ ਸਾਰਾ ਮੀਡੀਆ ਇੱਥੇ ਆ ਗਿਆ ਔਰ ਜਿੰਨੇ ਵੀ ਜਿਹੜੇ ਲੰਗਰ ਲਾਉਣ ਵਾਲੀਆਂ ਸਿੱਖ ਸੰਸਥਾਵਾਂ ਸੀ ਉਹ ਸਾਰੀਆਂ ਇੱਥੇ ਆ ਗਈਆਂ ਪਿੱਛੇ ਕਿ ਉੱਥੇ ਟਕਰਾਅ ਹੋ ਗਿਆ ਔਰ ਉੱਥੇ ਡੇਰਾ ਜੰਮ ਗਿਆ, ਉੱਥੇ ਚੱਲ ਗਏ ਔਰ ਸਾਰੇ ਇੱਥੇ ਆ ਗਏ। ਜਿਹੜਾ ਟਿੱਕਰੀ ਵਾਲਾ ਬਾਅਦ 'ਚ ਰੋਕਿਆ ਗਿਆ, ਬਹਾਦਰਗੜ੍ਹ ਵਾਲਾ ਭਾਰਤੀ ਸੰਗਰਾਹਾਂ ਤਾਂ ਤੁਰੀ ਹੋਈ ਦੂਜੇ ਦਿਨ, ਉਹ ਬਾਅਦ 'ਚ ਇਹ ਇੱਕ ਬਕਾਇਦਾ ਇੱਕ ਹਿਸਟੋਰੀਕਲ ਇਵੈਂਟ ਹੈ, ਇੱਕ ਇਤਿਹਾਸ ਹੈ ਇਹਦਾ ਕਿ ਇੱਥੇ ਵੱਧ ਕਿਉਂ ਹੈ। ਇੱਥੇ ਹਰ ਸਹੂਲਤ ਹੈ। ਦੇਖੋ ਇੱਕ ਤਾਂ ਇਹ ਕਾਰਨ ਹੈ, ਦੂਜਾ ਇਹ ਕਿ ਗਾਜ਼ੀਆਬਾਦ ਵਾਲਾ ਬਾਰਡਰ ਜਿਹੜਾ ਉਹ ਤਾਂ ਤੀਜੇ ਚੌਥੇ ਦਿਨ ਆ ਕੇ ਰੋਕਿਆ ਗਿਆ। ਉਸ ਤੋਂ ਪਹਿਲਾਂ ਜਿਹਨੇ ਲੰਗਰ ਲਾਉਣੇ ਸੀ ਸੰਸਥਾਵਾਂ ਨੇ, ਜਿਹੜੇ NRI ਭਰਾਵਾਂ ਨੇ ਸਹਿਯੋਗ ਦੇਣਾ ਸੀ, ਉਹ ਇੱਥੇ ਆ ਚੁੱਕੇ ਸੀਗੇ। ਇੱਕ ਤਾਂ ਇਹ ਬੈਕਗਰਾਊਂਡ ਹੈ ਇਹਦੀ। ਦੂਸਰੀ ਇਹ ਹੈ ਗਿੱਲ ਸਾਹਿਬ ਕਿ ਜਿਹੜੇ ਉੱਥੇ ਡਿਸਿਪਲਿਨ ਬਹੁਤ ਜ਼ਿਆਦਾ ਮੇਨਟੇਨ ਰੱਖਿਆ ਜਾਂਦਾ, ਇੱਥੇ ਕੁਛ ਖੁੱਲ੍ਹ ਵੀ ਦਿੱਤੀ ਜਾਂਦੀ ਹੈ। ਦੇਖੋ ਅੱਜ ਹੁਣ ਜਿਹੜਾ ਇੱਥੇ ਆਪਣਾ ਯੂਥ ਆ ਗਿਆ, ਮੈਨੂੰ ਇਹ ਲੱਗਦਾ ਹੈਗਾ ਕਿ ਯੂਥ ਆ ਗਿਆ, ਯੂਥ ਨੇ ਬਹੁਤ ਕੁਰਬਾਨੀ ਦਿੱਤੀ ਹੈ। ਜਿਹਨੂੰ ਨਸ਼ੇੜੀ ਕਹਿੰਦੇ ਸੀ, ਜਿਹਨੂੰ ਕਹਿੰਦੇ ਸੀ ਗਾਇਕਾਂ ਮਗਰ ਨੱਚਣ ਲੱਗ ਗਿਆ, ਉਹ ਅੱਜ ਇੱਥੇ ਆ ਗਿਆ। ਉਹਨੂੰ ਥੋੜ੍ਹੀ ਬਹੁਤੀ ਖੁੱਲ੍ਹ ਦੀ ਤਾਂ ਲੋੜ ਆ। ਜੇ ਅਸੀਂ ਡਿਸਿਪਲਿਨ ਦੇ ਵਿੱਚ ਜਿਵੇਂ ਉਹ ਦੂਜੇ ਬਾਰਡਰਾਂ ਦੇ ਉੱਤੇ ਰੱਖਿਆ ਜਾਂਦਾ ਉਵੇਂ ਰੱਖਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਗੱਲਬਾਤ ਆ ਜਿਹੜੀ ਉਹ ਨਾ ਐਡ ਹੋ ਜਾਊਗਾ ਜਿਵੇਂ ਪਹਿਲਾਂ ਹੁੰਦਾ ਆਇਆ ਹੈਗਾ ਔਰ ਬਜ਼ੁਰਗ ਰਹਿ ਜਾਂਦੇ ਸੀ ਪਹਿਲਾਂ ਜਥੇਬੰਦੀਆਂ ਦੇ ਵਿੱਚ। ਸੋ ਇਹ ਕੁਛ ਕਾਰਨ ਨੇ। ਬੇਸਿਕਲੀ ਵੈਸੇ ਚਾਹੀਦਾ ਇਹ ਹੈਗਾ ਕਿ ਜੇ ਹੁਣ ਕਿਸੇ ਨੇ ਕੋਈ ਸਹੂਲਤ ਦੇਣੀ ਆ ਉਹ ਉਹਨਾਂ ਬਾਰਡਰਾਂ ਦੇ ਉੱਤੇ ਜਾਵੇ। ਜਿਵੇਂ ਡਾਕਟਰ ਧਨਵੀਰ ਗਾਂਧੀ ਹੋਣਾ ਨੇ ਮੈਡੀਕਲ ਕੈਂਪ ਲਾਉਣਾ ਸੀ, ਉਹ ਟਿੱਕਰੀ ਦੇ ਉੱਤੇ ਫਿਰ ਭੇਜੇ ਗਏ। ਜੇ ਹੁਣ ਕੋਈ ਹੋਰ ਇੱਥੇ ਆਉਂਦਾ ਆ ਕੇ ਕਹਿੰਦਾ ਮੈਂ ਲੰਗਰ ਲਾਉਣਾ, ਤਾਂ ਪ੍ਰਬੰਧਕਾਂ ਵੱਲੋਂ ਉਹਨੂੰ ਕਹਿ ਦਿੱਤਾ ਜਾਂਦਾ ਕਿ ਕਿਰਪਾ ਕਰਕੇ ਤੁਸੀਂ ਗਾਜ਼ੀਆਬਾਦ ਵਾਲੇ ਬਾਰਡਰ ਤੇ ਚਲੇ ਜਾਓ ਜਾਂ ਜੈਪੁਰ ਵਾਲੇ ਤੇ ਚਲੇ ਜਾਓ ਜਾਂ ਟਿੱਕਰੀ ਵਾਲੇ ਤੇ ਚਲੇ ਜਾਓ ਜਾਂ ਬਹਾਦਰਗੜ੍ਹ ਵਾਲੇ ਤੇ ਚਲੇ ਜਾਓ। ਇੱਥੇ ਸਾਰਾ ਕੁਛ ਆ ਜਿਹੜਾ ਉਹ ਬਹੁਤਾਤ ਦੇ ਵਿੱਚ ਆ। ਸੋ ਅਪੀਲ ਬਾਰ-ਬਾਰ ਸਟੇਜ ਤੋਂ ਵੀ ਗੱਲ ਸਾਹਿਬ ਕੀਤੀ ਜਾਂਦੀ ਆ, ਬਾਰ-ਬਾਰ ਤੁਰ ਫਿਰ ਕੇ ਵੀ ਪ੍ਰਬੰਧਕਾਂ ਦੇ ਵੱਲੋਂ ਕਿਹਾ ਜਾਂਦਾ। ਜੇ ਕੋਈ ਨਵਾਂ ਆਉਂਦਾ ਉਹਨੂੰ ਹਰ ਰੋਜ਼ ਇਹ ਗੱਲ ਕਹੀ ਜਾਂਦੀ ਆ, ਸੋਸ਼ਲ ਮੀਡੀਆ ਦੇ ਰਾਹੀਂ ਵੀ ਕਹੀ ਜਾਂਦੀ ਆ ਕਿ ਜੇ ਕਿਸੇ ਨੇ ਮੈਡੀਕਲ ਕੈਂਪ ਲਾਉਣਾ, ਹੋਰ ਸਹੂਲਤ ਦੇਣੀ ਆ ਤਾਂ ਉਹ ਵੀ ਟਿੱਕਰੀ, ਬਹਾਦਰਗੜ੍ਹ ਜਾਂ ਜੈਪੁਰ ਵਾਲੇ ਜਾਂ ਗਾਜ਼ੀਆਬਾਦ ਵਾਲੇ ਬਾਰਡਰ ਦੇ ਉੱਤੇ ਜਾਓ ਜੀ। ਅੱਛਾ, ਇਹ ਜਿਹੜੀ ਰੜਖੇਸਾ ਹੈ, ਦੇਖੋ ਵਿਚਾਰਧਾਰਾ ਕੋਈ ਵੀ ਹੋਵੇ, ਇੱਕ ਦੂਜੇ ਨੂੰ ਦੱਬਣ ਦੀ ਲੋੜ ਨਹੀਂ। ਸਿੱਖ ਧਰਮ ਦੇ ਫਲਸਫੇ ਤੋਂ ਬਹੁਤ ਵੱਡੀਆਂ ਉੱਥੇ ਚੀਜ਼ਾਂ ਹੋ ਰਹੀਆਂ। ਗੁਰੂ ਦੇ ਲੰਗਰ ਅਟੁੱਟ ਵਰਤੇ ਜਾ ਰਹੇ ਨੇ, ਖਾਲਸੇ ਪਰਚਮ ਝੂਲਦੇ ਨੇ। ਖੱਬੇ ਪੱਖੀ ਲੋਕਾਂ ਨੂੰ ਕੋਈ ਨਾ ਕੋਈ ਤੰਗੀ ਇਸ ਗੱਲ ਤੋਂ ਰਹਿੰਦੀ ਹੈ। ਸਾਰੀਆਂ ਸਹੂਲਤਾਂ ਉੱਥੇ ਹੋ ਗਈਆਂ, ਸਭ ਕੁਝ ਵਧੀਆ ਹੋ ਗਿਆ। ਜਿਵੇਂ ਇਸ ਨੂੰ
ਸਿੱਖ ਨੁਕਤਾ ਨਿਗਾਹ ਤੋਂ ਜਿਹੜੇ ਸੰਘਰਸ਼ 'ਚ ਬੈਠੇ ਆ ਉਹ ਖੱਬੇ ਪੱਖੀਆਂ ਨੂੰ ਕੋਈ ਨਹੀਂ ਕਹਿੰਦੇ। ਖੱਬੇ ਪੱਖੀਆਂ ਦੇ ਜਿਹੜਾ ਸੂਲ ਹੁੰਦਾ ਕਦੇ ਨਾ ਕਦੇ ਇਹ ਬਹੁਤ ਤੰਗ ਕਰਦਾ। ਹੁਣ ਟਰਾਲੀ ਟਾਈਮਜ਼ ਦਾ ਕੀ ਇਸ਼ੂ ਹੋਇਆ? ਟਰਾਲੀ ਟਾਈਮਜ਼ ਤੇ ਡਾਕਟਰ ਉਦੋਕੇ ਦੇ ਖਿਲਾਫ ਇੱਕ ਪਤਾ ਨਹੀਂ ਕੀ, ਮੈਂ ਨਾਂ ਭੁੱਲ ਗਿਆ, ਬਹੁਤ ਜ਼ਿਆਦਾ ਬੋਲਿਆ ਬੰਦਾ, ਉਹ ਕਾਮਰੇਡ ਹੈ। ਇਹ ਇਸ਼ੂ ਕੀ ਹੈ? ਇਹ ਕਿਉਂ ਮੁੜ ਮੁੜ ਕੇ ਆਉਂਦਾ? ਗਿੱਲ ਸਾਹਿਬ ਦੇਖੋ, ਇਹਦੇ ਪਿੱਛੇ ਕਾਰਨ ਇਹ ਹੈਗਾ, ਜਿਹੜਾ ਟਰਾਲੀ ਟਾਈਮਜ਼ ਅਖਬਾਰ ਕੱਢਿਆ, ਉਹ ਟਰਾਲੀ ਟਾਈਮਜ਼ ਅਖਬਾਰ ਕੱਢਣ ਵਾਲੇ ਵੀ ਖੱਬੇ ਪੱਖੀ ਸੀਗੇ। ਔਰ ਉਹਦੇ 'ਚ ਦੇਖੋ ਖੱਬੇ ਪੱਖੀਆਂ ਦੀਆਂ ਇੱਥੇ ਦੋ ਤਰ੍ਹਾਂ ਬਣ ਗਈਆਂ। ਇੱਕ ਨੇ ਅਖਬਾਰ ਕੱਢਿਆ ਔਰ ਉਹਦੇ ਵਿੱਚ ਜਿਹੜੀ ਸੰਪਾਦਕੀ ਲਿਖੀ ਗਈ ਉਹ ਡਾਕਟਰ ਉਦੋਕੇ ਸਾਹਿਬ ਵੱਲੋਂ ਲਿਖੀ ਗਈ। ਔਰ ਉਹ ਜਿਹੜੀ ਉਹਦੇ ਵਿੱਚ ਕੱਢਣ ਵਾਲਿਆਂ ਦੀ ਟੀਮ ਆ, ਉਹਦੇ ਵਿੱਚ ਜਿਹੜੀ CPI ML ਲਿਬਰੇਸ਼ਨ ਹੈ, ਉਹਦੇ ਜਿਨ੍ਹਾਂ ਦੇ ਹੁਣ ਬਿਹਾਰ ਦੇ ਵਿੱਚ ਲਗਭਗ 12 MLA ਵੀ ਜਿੱਤੇ ਨੇ, ਉਹਨਾਂ ਦਾ ਮੇਨ ਜਿਹੜਾ ਰੋਲ ਆ ਉਹ ਅਦਾ ਹੁੰਦਾ ਹੈਗਾ। ਔਰ ਲੇਕਿਨ ਦੂਜੇ ਬੰਨੇ ਉਹਦੇ ਉੱਤੇ ਜਿਹੜਾ ਇਹ ਲਿਖਿਆ ਗਿਆ, ਇਹ ਜਿਹੜਾ ਅਖਬਾਰ ਹੈਗਾ ਉਹ ਕਿਸਾਨ ਅੰਦੋਲਨ ਦਾ, ਕਿਸਾਨ ਸੰਘਰਸ਼ ਦਾ ਅਖਬਾਰ ਹੈ। ਹਾਲਾਂਕਿ ਮੈਂ ਉਹਦੀ ਸੰਪਾਦਕੀ ਪੜ੍ਹੀ, ਟੋਟਲ ਅਖਬਾਰ ਪੜ੍ਹਿਆ, ਮੈਨੂੰ ਅਖਬਾਰ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਲੱਗਿਆ ਕਿ ਜਿਹੜਾ ਕਿਸਾਨ ਸੰਘਰਸ਼ ਦੇ ਖਿਲਾਫ ਜਾਂਦਾ ਹੋਵੇ। ਮੈਂ ਖੁਦ ਗਿੱਲ ਸਾਹਿਬ ਇਸ ਗੱਲ ਦੇ ਉੱਤੇ ਖੜਾਂਗਾ ਕਿ ਵਾਕਈ ਉਸ ਅਖਬਾਰ ਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਹੈ। ਆਪਾਂ ਕਿਉਂਕਿ ਜਿਸ ਦਿਨ ਤੋਂ ਗਿੱਲ ਸਾਹਿਬ ਇਹ ਐਜੀਟੇਸ਼ਨ ਚੱਲੀ ਆ, ਸ਼ੁਰੂ ਤੋਂ ਨਾਲ ਆਪਾਂ ਸਭ ਤੋਂ ਵੱਧ, ਮੈਨੂੰ ਲੱਗਦਾ ਜੇ ਮੀਡੀਆ 'ਚ ਗੱਲ ਕਰਨੀ ਹੋਵੇ ਤਾਂ ਆਪਾਂ ਹੋਵਾਂਗੇ ਜਿਨ੍ਹਾਂ ਨੇ ਸਹਿਯੋਗ ਕੀਤਾ। ਆਪਾਂ ਕਦੇ ਕਿਸੇ ਕਿਸਾਨ ਆਗੂ ਦੇ ਖਿਲਾਫ ਨਹੀਂ ਗੱਲ ਕੀਤੀ। ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ, ਆਪਾਂ ਨੂੰ ਇਹ ਕਿ ਉਹ ਬਾਅਦ 'ਚ ਕਰਾਂਗੇ, ਉਹ ਕ੍ਰਿਟਿਸਿਜ਼ਮ, ਉਹ ਰਿਵਿਊ ਜਿਹੜੇ ਉਹ ਬਾਅਦ 'ਚ ਕਰਾਂਗੇ। ਬਾਅਦ 'ਚ ਗੱਲਾਂ ਉਹ ਹੋਣਗੀਆਂ, ਬਾਅਦ 'ਚ ਜ਼ਰੂਰ ਗੱਲ ਸਾਹਮਣੇ ਲਿਆਵਾਂਗੇ ਕਿ ਆਹ ਭਾਈ ਗੱਲਾਂ ਰਹੀਆਂ ਵੀ ਇੱਕ ਵਾਰ ਇਸ ਐਜੀਟੇਸ਼ਨ ਨੂੰ ਜਿੱਤਣ ਦੀ ਲੋੜ ਹੈ। ਇੱਕ ਵਾਰ ਦਿੱਲੀ ਦੇ ਖਿਲਾਫ ਜਿਹੜਾ ਇਹ ਸੰਘਰਸ਼ ਆ ਉਹਨੂੰ ਜਿੱਤਣ ਦੀ ਲੋੜ ਹੈ। ਤਾਂ ਟਰਾਲੀ ਟਾਈਮ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਸੀ ਜਿਹਦੇ ਖਿਲਾਫ ਬੋਲਿਆ ਜਾਂਦਾ, ਲੇਕਿਨ ਫਿਰ ਵੀ ਕਿਉਂਕਿ ਉਹਦੇ ਵਿੱਚ ਕੁਝ ਖੱਬੇ ਪੱਖੀ ਧਿਰਾਂ ਦਾ ਮਤਲਬ ਸਹਿਯੋਗ ਸੀ, ਯੋਗਦਾਨ ਸੀ। ਡਾਕਟਰ ਉਦੋਕੇ ਹੋਰਾਂ ਨੇ ਜਿਹੜੀ ਸੰਪਾਦਕੀ ਉਹ ਲਿਖੀ, ਉਸ ਤੋਂ ਬਾਅਦ ਰਜਿੰਦਰ ਸਿੰਘ ਜਿਹੜੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ, ਰਜਿੰਦਰ ਸਿੰਘ ਮੇਰੇ ਜੀ ਗਿੱਲ ਸਾਹਿਬ ਮੇਰੇ ਕਲਾਸਮੇਟ ਵੀ ਰਹੇ ਨੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ LLB LLM ਉਹਨਾਂ ਨੇ ਕੀਤੀ ਹੈ, ਔਰ ਫਰੀਦਕੋਟ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ, ਦੀਪ ਸਿੰਘ ਵਾਲਾ ਪਿੰਡ ਹੈ। ਵੀਰ ਰਜਿੰਦਰ ਸਿੰਘ ਹੋਰਾਂ ਨੇ ਜਿਹੜਾ ਮਤਲਬ ਉੱਤੇ ਸਵਾਲ ਉਠਾਏ, ਉਸ ਤੋਂ ਬਾਅਦ ਉਹ ਇੱਕ ਮੁੱਦਾ ਬਣਿਆ। ਹਾਲਾਂਕਿ ਹੁਣ ਉਹ ਮੁੱਦਾ ਗਾ ਜਿਹੜਾ ਉਹ ਲਗਭਗ ਸੋਲਵ ਕਰ ਲਿਆ ਗਿਆ ਗਾ, ਪਰ ਮੈਨੂੰ ਇਹ ਲੱਗਦਾ ਗਾ ਕਿ ਇੰਨੀ ਕਾਹਲੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਕਿਸੇ ਮੁੱਦੇ ਨੂੰ ਉਠਾਉਣ ਦੇ ਲਈ, ਕਿਸੇ ਮੁੱਦੇ ਦੇ ਉੱਤੇ ਬੋਲਣ ਦੇ ਲਈ। ਜੇ ਉਹਦੇ ਤੇ ਕੁਛ ਸਵਾਲ ਉਹਨੂੰ ਲੱਗਦੇ ਵੀ ਸੀਗੇ ਤਾਂ ਉਹ ਬੈਠ ਕੇ ਨਜਿੱਠੇ ਜਾ ਸਕਦੇ ਸੀ। ਲਗਾਤਾਰ ਉਹ ਮੀਟਿੰਗਾਂ 'ਚ 32 ਕਿਸਾਨ ਜਥੇਬੰਦੀਆਂ 'ਚ ਬਹਿੰਦੇ ਨੇ। ਦੂਜੇ ਬੰਨੇ ਜਿਹੜੇ ਸੁਖਦਰਸ਼ਨ ਸਿੰਘ ਨੱਤ ਹੋਰੀ ਨੇ, ਜਿਹੜੇ ਉਹਦੇ ਪੱਖ ਦੇ ਵਿੱਚ ਸੀਗੇ ਅਖਬਾਰ ਦੇ, ਜਿਨ੍ਹਾਂ ਦਾ ਮੇਨ ਰੋਲ ਹੈ, ਉਹ ਵੀ ਉਸ ਮੀਟਿੰਗ ਦੇ ਵਿੱਚ ਬਹਿੰਦੇ ਨੇ। ਰਜਿੰਦਰ ਸਿੰਘ ਹੋਰੀ ਵੀ ਉਸ ਮੀਟਿੰਗ ਦੇ ਵਿੱਚ ਬਹਿੰਦੇ ਨੇ। ਤਾਂ ਮੈਨੂੰ ਲੱਗਦਾ ਉੱਥੇ ਬੈਠ ਕੇ ਜਿਹੜਾ ਮਸਲਾ ਉਹ ਨਜਿੱਠਿਆ ਜਾ ਸਕਦਾ ਸੀ। ਸੋ ਮਸਲਾ ਇਹ ਹੈਗਾ ਕਿ ਹਰ ਵਿਸ਼ੇ ਨੂੰ ਜਦੋਂ ਸਾਡਾ ਦੁਸ਼ਮਣ ਇੱਕ ਹੈ, ਮਤਲਬ ਅੱਜ ਇਹ ਜਿਹੜਾ ਗੁਲਦਸਤਾ ਬਣਿਆ ਹੋਇਆ, ਇਹ ਗੁਲਦਸਤੇ ਦੇ ਵਿੱਚ ਗਿੱਲ ਸਾਹਿਬ ਇਹ ਸਮਝਣਾ ਚਾਹੀਦਾ, ਇਹ ਗੁਲਦਸਤੇ ਦੇ ਵਿੱਚ ਕਿਸੇ ਇੱਕ ਦਾ ਰੋਲ ਨਹੀਂ। ਮੈਂ ਸਾਫ਼ ਤੇ ਸਪਸ਼ਟ ਕਹਿਣਾ, ਮੈਂ ਬਹੁਤ ਨੇੜਿਓਂ ਦੇਖ ਰਿਹਾ ਇਸ ਐਜੀਟੇਸ਼ਨ ਨੂੰ। ਇਸ ਐਜੀਟੇਸ਼ਨ ਦੇ ਵਿੱਚ ਖਾਲਿਸਤਾਨੀਆਂ ਦਾ ਵੀ ਰੋਲ ਹੈ, ਇਸ ਐਜੀਟੇਸ਼ਨ ਦੇ ਵਿੱਚ ਖੱਬੇ ਪੱਖੀਆਂ ਦਾ ਵੀ ਰੋਲ ਹੈ, ਨਕਸਲਾਈਟਾਂ ਦਾ ਵੀ ਰੋਲ ਹੈ। ਇਸ ਐਜੀਟੇਸ਼ਨ ਦੇ ਵਿੱਚ ਪੰਜਾਬ ਦੇ ਹਰ ਗੁਲਦਸਤੇ ਦਾ, ਔਰਤਾਂ, ਬਜ਼ੁਰਗ, ਨੌਜਵਾਨ, ਹਰ ਕਿਸੇ ਦਾ ਰੋਲ ਹੈ ਇਸ ਐਜੀਟੇਸ਼ਨ ਦੇ ਵਿੱਚ। ਹਰ ਕੋਈ ਇਸ ਐਜੀਟੇਸ਼ਨ ਨੂੰ ਅੱਗੇ ਵਧਾਉਣ ਵਾਲੇ ਲੋਚ ਰਿਹਾ। ਲੜਾਈ ਸਾਡੀ ਦਿੱਲੀ ਨਾਲ ਹੈ। ਹੁਣ ਇੱਥੇ ਪੰਜਾਬੀ ਕੌਮ ਦਾ ਮਸਲਾ ਹੈ, ਸਾਡੀ ਕੌਮੀਅਤ ਦੀ ਲੜਾਈ ਆ। ਸਾਡੀ ਪੂਰੀ ਦੀ ਪੂਰੀ ਇੱਜ਼ਤ ਜਿਹੜੀ ਆ ਉਹ ਆਉਣ ਦੇ ਉੱਤੇ ਲੱਗੀ ਹੋਈ ਆ। ਜੋ ਦੁਸ਼ਮਣ ਸਾਰਿਆਂ ਦਾ ਇੱਕ ਆ, ਤਾਂ ਇਸ ਵਿਸ਼ੇ ਦੇ ਉੱਤੇ ਬਹੁਤ ਜਿਹੜੀਆਂ ਛੋਟੀਆਂ ਤੇ ਸੰਕੀਰਨ ਗੱਲਾਂ ਨੇ ਉਹ ਸਾਨੂੰ ਆਪ ਦੇ ਦਿਲ 'ਚ ਰੱਖ ਕੇ ਮਤਲਬ ਲੜਨਾ ਚਾਹੀਦਾ ਹੈਗਾ। ਸੋ ਸੰਕੀਰਨਤਾ ਆਈ ਹੈ ਇਹਦੇ ਤੇ। ਟਰਾਲੀ ਟਾਈਮਜ਼ ਵਧੀਆ ਅਖਬਾਰ ਹੈ, ਨਜਿੱਠਣਾ ਚਾਹੀਦਾ। ਔਰ ਕਿਸਾਨ ਏਕਤਾ ਜਿਹੜਾ ਹੁਣ ਇਹ YouTube ਚੈਨਲ ਵੀ ਚੱਲ ਪਿਆ ਗਿੱਲ ਸਾਹਿਬ, 1.25 ਲੱਖ ਤੋਂ ਵੱਧ ਲੋਕਾਂ ਨੇ ਸਬਸਕ੍ਰਾਈਬ ਕਰ ਲਿਆ, ਫੇਸਬੁੱਕ ਦੇ ਉੱਤੇ ਵੀ ਆ ਗਿਆ, ਔਰ ਉਹ ਲਗਾਤਾਰ ਚੱਲ ਰਿਹਾ ਹੈਗਾ। ਸੋ ਉਹਨੂੰ ਵੀ ਐਪਰੀਸ਼ੀਏਟ ਕਰਨਾ ਚਾਹੀਦਾ। ਔਰ ਜਿਹੜੀ ਵੀ ਚੀਜ਼ ਕਿਸਾਨ ਮੂਵਮੈਂਟ ਦੇ ਪੱਖ 'ਚ ਭੁਗਤ ਰਹੀ ਆ, ਉਹ ਲਿਖੀ ਕਿਹਨੇ ਹੈ, ਸਾਨੂੰ ਛੱਡ ਦੇਣਾ ਚਾਹੀਦਾ। ਜੋ 'ਚ ਲਿਖਿਆ ਉਹ ਕਿਸਾਨ ਮੂਵਮੈਂਟ ਦੇ ਪੱਖ 'ਚ ਹੈ। ਮੈਂ ਕਹਿੰਦਾ ਜੇ ਗਿੱਲ ਸਾਹਿਬ 19-21 ਦੇ ਫਰਕ ਦੇ ਨਾਲ ਕੋਈ ਗੱਲ ਹੋਵੇ ਵੀ, ਤਾਂ ਵੀ ਉਹਨੂੰ ਮਤਲਬ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਚੁੱਪ ਰਹਿ ਕੇ ਐਜੀਟੇਸ਼ਨ ਦੇ ਜੇ ਪੱਖ 'ਚ ਭੁਗਤ ਰਿਹਾ ਤਾਂ ਚੁੱਪ ਰਹਿਣਾ ਚਾਹੀਦਾ ਜੀ। ਅੱਛਾ, ਇਹਦੇ ਨਾਲ ਹੀ ਇਹ ਦੱਸੋ ਕਿ ਹੁਣ ਜਿਹੜਾ ਭੁੱਖ ਹੜਤਾਲ ਤੇ ਚਿੱਠੀ ਪੱਤਰ, ਕਿਉਂਕਿ ਅਮਿਤ ਸ਼ਾਹ ਨੂੰ ਮੈਂ ਕੱਲ੍ਹ ਸੁਣ ਰਿਹਾ ਸੀ, ਉਹ ਕਹਿੰਦਾ ਡਾਇਲੋਗ ਠੀਕ ਨਹੀਂ, ਯੈਸ ਤੇ ਨੋ ਨਾਲ ਥੋੜ੍ਹਾ ਗੱਲ ਹੋਏਗੀ, ਗੱਲਬਾਤ ਹੋਣੀ ਚਾਹੀਦੀ ਹੈ ਜਿਹੜੀ ਉਹਨੇ ਗੱਲ ਕੀਤੀ। ਅਤੇ ਉੱਧਰੋਂ ਮੋਦੀ ਹੋਣੀ ਰਕਾਬਗੰਜ ਚਲੇ ਗਏ। ਰਕਾਬਗੰਜ ਜਦੋਂ ਗਏ ਤਾਂ ਸਿਰੋਪਾ ਪਾ ਦਿੱਤਾ ਉੱਥੇ ਦੀ ਜਿਹੜੀ ਕੋਈ ਪ੍ਰਧਾਨ ਸੀ ਜਾਂ ਕੋਈ, ਉਸ 'ਤੇ ਵੀ ਵਿਵਾਦ ਹੋ ਰਿਹਾ। ਦੇਖੋ ਗੁਰਦੁਆਰਾ ਸਾਹਿਬ
ਚੌਂ ਵਰਨਾਂ ਨੂੰ ਸਾਂਝਾ ਕੋਈ ਵੀ ਆ ਸਕਦਾ ਹੈ। ਦੁਸ਼ਮਣ ਗੁਰੂ ਸਾਹਿਬ ਉਹਨਾਂ ਨਾਲ ਵੀ ਰਹੇ। ਜਹਾਂਗੀਰ ਨੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ। ਜਹਾਂਗੀਰ ਦੇ ਨਾਲ ਮੀਟਿੰਗਾਂ ਛੇਵੇਂ ਪਾਤਸ਼ਾਹ ਕਰਦੇ ਰਹੇ, ਸ਼ਿਕਾਰ ਵੀ ਖੇਲਦੇ ਰਹੇ ਬਾਅਦ 'ਚ। ਇਸ ਦੇ ਨਾਲ ਔਰੰਗਜ਼ੇਬ ਦਾ ਆਪਾਂ ਨੂੰ ਪਤਾ ਹੈ ਵੀ ਉਸ ਦੇ ਫਿਰ ਪੁੱਤਰ ਬਹਾਦਰ ਸ਼ਾਹ ਦੇ ਨਾਲ ਗੁਰੂ ਗੋਬਿੰਦ ਸਿੰਘ ਨੇ ਉਹਦੀ ਮਦਦ ਕੀਤੀ ਰਾਜ ਲਈ। ਸਾਡੇ ਉਹ ਕਨਸੈਪਟ ਦੁਸ਼ਮਣੀ ਦੀ ਗੱਲ ਅਲੱਗ ਹੈ। ਸਾਡੇ ਗੁਰਸਥਾਨ 'ਤੇ ਕੋਈ ਆ ਜਾਵੇ ਤਾਂ ਉਹਦਾ ਸਤਿਕਾਰ ਹੈ। ਇਹਨੂੰ ਜਦ ਸਰੋਪਾ ਪਾਇਆ ਉਸ ਦੀ ਗੱਲ, ਤੇ ਹੁਣ ਏਜੰਡਾ ਜਿਹੜਾ ਹੈ ਉਹਦੇ ਤੇ ਅੱਗੇ ਕੀ ਗੱਲ ਹੋ ਰਹੀ ਹੈ। ਠੀਕ ਹੈ, ਸੰਘਰਸ਼ ਤੇ ਬੈਠੇ ਆ, ਪਰ ਟਾਰਗੇਟ ਅਚੀਵ ਕਰਨ ਲਈ ਕੀ ਹੋ ਰਿਹਾ? ਜੀ ਗੱਲ ਸਾਹਿਬ, ਦੇਖੋ ਇਹਦੇ 'ਚ ਇਹ ਹੈਗਾ ਕਿ ਇੱਕ ਤਾਂ ਜਿਹੜਾ ਵੀ ਵਿਅਕਤੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਦਿਵਸ ਸੀਗਾ ਔਰ ਉਹਦੇ ਤੇ ਨਰਿੰਦਰ ਮੋਦੀ ਗੁਰਦੁਆਰਾ ਰਕਾਬਗੰਜ ਸਾਹਿਬ ਗਿਆ, ਮੈਨੂੰ ਲੱਗਦਾ ਹੈ ਤਾਂ ਨਰਿੰਦਰ ਮੋਦੀ ਦੇ ਲਈ ਸਵਾਲ ਆ। ਉਹਨੂੰ ਗੁਰੂ ਤੇਗ ਬਹਾਦਰ ਜੀ ਸੱਚਮੁੱਚ ਕੁਰਬਾਨੀ ਯਾਦ ਆ ਤਾਂ ਉਹਨੂੰ ਇਤਿਹਾਸ ਪੜ੍ਹਨਾ ਚਾਹੀਦਾ ਸਿੱਖਾਂ ਦਾ। ਔਰ ਦੂਸਰੀ ਗੱਲ ਇਹ ਕਿ ਉਹਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਪੜ੍ਹਨਾ ਚਾਹੀਦਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਉਹ 9ਵੇਂ ਗੁਰੂ ਹੋਏ ਨੇ ਜਿਨ੍ਹਾਂ ਨੇ ਜਦੋਂ ਹਿੰਦੂਆਂ ਦੇ ਉੱਤੇ ਅਟੈਕ ਹੋ ਰਹੇ ਸੀ ਉਹਨਾਂ ਦੀ ਹੋਂਦ ਬਚਾਉਣ ਦੀ ਲੜਾਈ ਲੜੀ। ਸੋ ਜਿਹੜੀ ਕੌਮ ਕਿਸੇ ਦੀ ਹੋਂਦ ਬਚਾਉਣ ਦੀ ਲੜਾਈ ਲੜ ਸਕਦੀ ਆ, ਜਦੋਂ ਉਹਨਾਂ ਦੀ ਆਪ ਦੀ ਹੋਂਦ ਬਚਾਉਣ ਦੀ ਲੜਾਈ ਹੋਵੇ ਤਾਂ ਕਿਵੇਂ ਪਿੱਛੇ ਹਟ ਸਕਦੀ ਆ? ਤਾਂ ਮੈਨੂੰ ਲੱਗਦਾ ਨਰਿੰਦਰ ਮੋਦੀ ਨੂੰ ਇਹ ਇਤਿਹਾਸ ਆ ਜਿਹੜਾ ਉਹ ਪੜ੍ਹ ਲੈਣਾ ਚਾਹੀਦਾ ਗਾ। ਔਰ ਦੂਸਰੀ ਗੱਲ ਇਹ ਕਿ ਸਾਡੇ ਸਿੱਖਾਂ ਨੂੰ ਇਹ ਮਾਣ ਹੋਣਾ ਚਾਹੀਦਾ ਗਾ ਕਿ ਜੇ ਨਰਿੰਦਰ ਮੋਦੀ ਜਾ ਰਿਹਾ ਤਾਂ ਘੱਟੋ ਘੱਟ ਉਹ ਇਸ ਗੱਲ ਦਾ ਜ਼ਰੂਰ ਆਪਣੇ ਮਨ ਦੇ ਵਿੱਚ ਤਾਂ ਵਸਾਊਗਾ ਨਾ। ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਆਊਗੀ ਨਾ ਕਿ ਗੁਰੂ ਤੇਗ ਬਹਾਦਰ ਕਰਕੇ ਅੱਜ ਮੈਂ ਇੱਥੇ ਜਾ ਰਿਹਾ। ਅੱਜ ਜੇ ਹਿੰਦੂਤਵ ਦਾ ਮਤਲਬ ਉਹ ਭਾਵੇਂ ਪੱਤਾ ਖੇਡ ਰਹੇ ਨੇ, ਪਰ ਇਹ ਅਸੀਂ ਇਸ ਕਰਕੇ ਥੋੜੀ ਨਾ ਮਤਲਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਗੁਰੂਆਂ ਨੇ ਕੁਰਬਾਨੀ ਦਿੱਤੀ ਸੀ ਉਹ ਸਿਰਫ ਹਿੰਦੂਆਂ ਨੂੰ, ਉਹ ਤਾਂ ਸਿਰਫ ਜ਼ਬਰ ਜ਼ੁਲਮ ਦੇ ਖਿਲਾਫ ਸੀ। ਅੱਜ ਜੇ ਜ਼ਬਰ ਹੋਰ ਕੋਈ ਕਰ ਰਿਹਾ ਤੇ ਜਿਹੜੇ ਉਦੋਂ ਜ਼ਬਰ ਕਰ ਰਹੇ ਸੀ ਉਹਨਾਂ ਤੇ ਜ਼ਬਰ ਹੋ ਰਿਹਾ ਤਾਂ ਸਿੱਖ ਤਾਂ ਫਿਰ ਵੀ ਖੜਨਗੇ। ਜਦੋਂ ਨਾਗਰਿਕਤਾ ਸੋਧ ਕਾਨੂੰਨ ਦਾ ਮਸਲਾ ਸੀ, ਮੁਸਲਮਾਨ ਭਾਈਚਾਰੇ ਲਈ ਆ ਕੇ ਦਿੱਲੀ ਦੀਆਂ ਸੜਕਾਂ ਤੇ ਲੰਗਰ ਲਾਤੇ ਸੀ ਵੀ ਕੋਈ ਗੱਲ ਨਹੀਂ, ਜੇ ਅੱਜ ਇਹਨਾਂ ਤੇ ਜ਼ਬਰ ਹੋ ਰਿਹਾ ਅੱਜ ਅਸੀਂ ਇਹਨਾਂ ਦੇ ਪੱਖ 'ਚ ਖੜੇ ਹਾਂ। ਸੋ ਇੱਕ ਤਾਂ ਮਸਲਾ ਇਹ। ਦੂਸਰਾ ਗੱਲ ਸਾਹਿਬ ਇਹ ਕਿ ਹੁਣ ਨਾ ਚਿੱਠੀ ਪੱਤਰ ਸ਼ੁਰੂ ਹੋਇਆ, ਚਿੱਠੀ ਭੇਜੀ ਆ ਕੇਂਦਰ ਸਰਕਾਰ ਨੇ ਬੜੀ ਬੇਸ਼ਰਮੀ ਦੇ ਨਾਲ ਚਿੱਠੀ ਭੇਜੀ। ਇਹਦੇ ਕੋਲ 6 ਗੇੜ ਦੀ ਗੱਲਬਾਤ ਹੋ ਗਈ, ਲਗਭਗ 60 ਘੰਟੇ ਤੋਂ ਵੱਧ ਚਰਚਾ ਹੋ ਚੁੱਕੀ ਹੈ ਔਰ ਹੁਣ ਕੇਂਦਰ ਸਰਕਾਰ ਚਿੱਠੀ ਭੇਜ ਰਹੀ ਹੈ ਕਿਸਾਨ ਆਗੂ ਨੂੰ। ਚਿੱਠੀ ਦਾ ਗੱਲ ਸਾਹਿਬ ਉਹਦੇ ਵਿੱਚ ਇਹ ਲਿਖਿਆ ਹੋਇਆ ਵੀ ਤੁਸੀਂ ਦੱਸੋ ਕਦੋਂ ਗੱਲ ਕਰਨੀ ਚਾਹੁੰਦੇ ਹੋ। ਹੁਣ ਸਰਕਾਰਾਂ ਹੈਗੀਆਂ ਨੇ, ਹੁਣ ਤੱਕ ਜਿਹੜੀਆਂ ਮੀਟਿੰਗਾਂ ਆਉਂਦੀਆਂ ਰਹੀਆਂ ਸਰਕਾਰ ਵੱਲੋਂ ਆਉਂਦੀਆਂ ਰਹੀਆਂ ਵੀ ਭਾਈ ਇੰਨੀ ਤਰੀਕ ਨੂੰ ਇੰਨੇ ਵਜੇ ਤੁਸੀਂ ਆਓ, ਮੀਟਿੰਗ ਕਰਦੇ ਆ, ਆਪਾਂ ਚਰਚਾ ਕਰਦੇ ਆ। ਤੋ ਇਹ ਤਾਂ ਸਰਕਾਰਾਂ ਨੇ ਦੱਸਣਾ ਹੁੰਦਾ ਵੀ ਕਦੋਂ ਗੱਲ ਕਰਨੀ ਹੈ, ਕਿੱਥੇ ਗੱਲ ਕਰਨੀ ਹੈ। ਹੁਣ ਸਰਕਾਰ ਜਦੋਂ ਇਹ ਪੁੱਛ ਰਹੀ ਹੈ ਤੁਸੀਂ ਦੱਸੋ ਜੀ ਕਦੋਂ ਗੱਲ ਕਰਨੀ ਚਾਹੁੰਦੇ ਹੋ, ਇਹ ਕਿਤੇ ਨਾ ਕਿਤੇ ਬਹੁਤ ਹੀ ਮੌਕਾ ਪ੍ਰਸਤੀ ਸਰਕਾਰ ਕਰ ਰਹੀ ਹੈ, ਜਾਣ ਬੁੱਝ ਕੇ ਕਿਸਾਨਾਂ ਦੇ ਉੱਤੇ ਗੱਲ ਸਿੱਟ ਰਹੀ ਆ। ਔਰ ਇਸ ਤੋਂ ਬਾਅਦ ਇਹਨਾਂ ਨੇ ਇਹ ਕਹਿਣਾ ਵੀ ਅਸੀਂ ਤਾਂ ਤਿਆਰ ਸੀ ਮੀਟਿੰਗ ਨੂੰ, ਤੁਸੀਂ ਨਹੀਂ ਤਿਆਰ ਹੋਏ। ਔਰ ਕਿਸਾਨਾਂ ਨੇ ਉਹਦਾ ਬਹੁਤ ਸੋਹਣਾ ਜਵਾਬ ਦਿੱਤਾ ਗਿੱਲ ਸਾਹਿਬ। ਉਹ ਕਹਿੰਦੇ ਅਸੀਂ ਮੀਟਿੰਗ ਤੋਂ ਕਦੇ ਨਹੀਂ ਭੱਜੇ, ਪਰ ਮੀਟਿੰਗ 'ਚ ਕਰਨਾ ਕੀ ਹੈ ਸਾਨੂੰ ਇਹ ਤਾਂ ਦੱਸੋ। ਜੇ ਤਾਂ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ ਉਹੀ ਸੋ ਕਾਲਡ ਤੁਸੀਂ ਬਹਿਸਾਂ ਕਰਨੀਆਂ ਨੇ, ਤੁਸੀਂ ਉਹਨਾਂ ਦੇ ਫਾਇਦੇ ਗਿਣਾਉਣੇ ਨੇ ਤਾਂ ਉਹਦਾ ਕੋਈ ਮਤਲਬ ਨਹੀਂ। ਜੇ ਤੁਸੀਂ ਸੱਚਮੁੱਚ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਦੱਸੋ, ਅਸੀਂ ਤਾਂ ਰੈਡੀ ਹਾਂ। ਤਾਂ ਇਸ ਮਸਲੇ ਦੇ ਉੱਤੇ ਜਿਹੜਾ ਕਿਸਾਨ ਜਥੇਬੰਦੀਆਂ ਨੇ ਬਹੁਤ ਸੋਹਣਾ ਜਿਹੜਾ ਜਵਾਬ ਆ ਉਹ ਕੇਂਦਰ ਸਰਕਾਰ ਨੂੰ ਦਿੱਤਾ। ਦੂਸਰਾ ਗੱਲ ਸਾਹਿਬ ਇਹ ਆ ਕਿ ਜਿਹੜਾ ਭੁੱਖ ਹੜਤਾਲ ਦਾ ਮਸਲਾ ਚੱਲ ਰਿਹਾ ਹੈਗਾ, ਦੇਖੋ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈ ਲਿਆ ਕਿ ਭੁੱਖ ਹੜਤਾਲ ਆ ਜਿਹੜੀ ਚੱਲੂ, ਹਫ਼ਤਾ ਭਰ ਦਾ ਜਿਹੜਾ ਉਹ ਪ੍ਰੋਗਰਾਮ ਲੀਕ ਲਿਆ, ਜਿਹਦੇ 'ਚ ਗੱਲ ਸਾਹਿਬ ਇਹ ਹੈਗਾ ਕਿ ਹਰ ਰੋਜ਼ 11 ਕਿਸਾਨ ਆਗੂ ਨੇ ਜਿਹੜੇ ਭੁੱਖ ਹੜਤਾਲ ਦੇ ਉੱਤੇ ਬੈਠਿਆ ਕਰਨਗੇ। ਅਗਲੇ ਦਿਨ ਹੋਰ 11, 24 ਘੰਟਿਆਂ ਲਈ 11 ਆਗੂ ਬੈਠਿਆ ਕਰਨਗੇ, ਫਿਰ 11 ਆਗੂ ਬਦਲ ਜਾ ਕਰਨਗੇ। ਉਸ ਤੋਂ ਇਲਾਵਾ ਕੱਲ ਨੂੰ ਜਿਹੜਾ ਉਹ ਸਾਰੇ ਜਿੰਨੇ ਵੀ ਇਸ ਕਿਸਾਨ ਐਜੀਟੇਸ਼ਨ ਦੇ ਵਿੱਚ ਸ਼ਾਮਲ ਨੇ ਲੋਕ, ਉਹ ਅੱਧੇ ਦਿਨ ਦੇ ਲਈ ਖਾਣਾ ਛੱਡਣਗੇ। ਉਸ ਤੋਂ ਇਲਾਵਾ 2 ਦਿਨ ਪ੍ਰਵਾਸੀ ਭਾਰਤੀਆਂ ਨੂੰ ਪਹਿਲੀ ਵਾਰ ਕਿਸੇ ਐਜੀਟੇਸ਼ਨ 'ਚ ਇਨਵੋਲਵ ਕੀਤਾ ਗਿਆ। ਇਹ ਵੀ ਇੱਕ ਇਤਿਹਾਸਕ ਗੱਲ ਹੈ ਵੈਸੇ ਕਿ ਦੁਨੀਆ ਭਰ ਦੇ ਪ੍ਰਵਾਸੀ ਭਾਰਤੀਆਂ ਨੂੰ 2 ਦਿਨ ਦਾ ਸੱਦਾ ਦਿੱਤਾ ਗਿਆ। ਇਸ ਐਜੀਟੇਸ਼ਨ ਦੇ ਵਿੱਚ ਅੱਜ 32 ਕਿਸਾਨ ਜਥੇਬੰਦੀਆਂ ਦੇ ਵੱਲੋਂ 2 ਦਿਨ ਦਾ ਸੱਦਾ ਦਿੱਤਾ ਗਿਆ ਕਿ ਤੁਸੀਂ ਜਿਹੜਾ ਉਹ ਮੰਗ ਪੱਤਰ ਦੇਣੇ ਨੇ ਜਿੰਨੇ ਵੀ ਜਿਹੜੇ ਸਫਾਰਤਖਾਨੇ ਨੇ ਭਾਰਤ ਦੇ ਵੱਖ-ਵੱਖ ਮੁਲਕਾਂ ਦੇ ਵਿੱਚ, ਉੱਥੇ ਜਾਣਾ। ਸੋ ਪ੍ਰਵਾਸੀ ਭਾਰਤੀਆਂ ਨੂੰ ਇਸ ਐਜੀਟੇਸ਼ਨ ਦੇ ਵਿੱਚ ਇਹ ਸ਼ਾਮਲ ਕਰਨ ਦੇ ਲਈ ਹੰਭਲਾ ਮਾਰਿਆ ਗਿਆ। ਸੋ ਇਸ ਤਰੀਕੇ ਦੇ ਨਾਲ ਪੂਰੇ ਹਫ਼ਤੇ ਦਾ ਪ੍ਰੋਗਰਾਮ ਲੀਕ ਦਿੱਤਾ ਗਿਆ। ਪਰ ਗਿੱਲ ਸਾਹਿਬ ਵਿਚਲੀ ਗੱਲ ਇਹ ਹੈ ਕਿ ਇਸ ਵਿਸ਼ੇ ਦੇ ਉੱਤੇ ਸਾਰੀਆਂ ਕਿਸਾਨ ਜਥੇਬੰਦੀਆਂ ਸਹਿਮਤ ਨਹੀਂ। ਵਿੱਚ ਕੁਝ ਕਿਸਾਨ ਜਥੇਬੰਦੀਆਂ ਦਾ ਮਤਲਬ ਇਹ ਮਤ ਹੈ ਕਿ ਸਾਨੂੰ ਭੁੱਖ ਹੜਤਾਲ ਦੀ ਬਜਾਏ ਕੇਂਦਰੀ ਹਕੂਮਤ ਦੇ ਨਾਲ ਟੱਕਰਨ ਵਾਲਾ ਮਾਹੌਲ ਹੈਗਾ ਜਿਹੜਾ ਉਹ ਅਪਣਾਉਣਾ ਚਾਹੀਦਾ। ਭਾਰਤੀ ਕਿਸਾਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਨੇ ਸਰਜੀਤ ਸਿੰਘ ਫੂਲ ਨੇ ਬਕਾਇਦਾ ਸਟੇਜ ਤੋਂ ਐਲਾਨ ਕੀਤਾ ਸੀ ਕਿ ਸਾਡੇ ਗੁਰੂ ਨੇ ਜਿਹੜਾ ਉਹ ਕੁਰਬਾਨੀਆਂ ਦਾ ਰਾਹ ਚੁਣਿਆ ਸੀ, ਭੁੱਖ ਹੜਤਾਲ ਦਾ ਨਹੀਂ।
ਤਾਂ ਇਸ ਵਿਸ਼ੇ ਦੇ ਉੱਤੇ ਭਾਵੇਂ ਭਾਰਤੀ ਕਿਸਾਨ ਕ੍ਰਾਂਤੀਕਾਰੀ ਸੁਰਜੀਤ ਸਿੰਘ ਫੂਲਪੁਰਾ ਵਾਲੀ ਇਸ ਗੱਲ ਦੇ ਉੱਤੇ ਸਹਿਮਤ ਆ ਕਿ ਜੋ ਫੈਸਲਾ 32 ਕਿਸਾਨ ਜਥੇਬੰਦੀਆਂ ਲੈਣਗੀਆਂ ਉਹਦੇ ਰਾਹੀਂ ਹੀ ਅਸੀਂ ਚੱਲਾਂਗੇ, ਜਿਵੇਂ ਉਹ ਚੱਲਣਗੇ ਅਸੀਂ ਉਵੇਂ ਹੀ ਚੱਲਾਂਗੇ। ਪਰ ਮੈਂ ਤੁਹਾਨੂੰ ਵਿਚਲੀ ਗੱਲ ਸਾਹਿਬ ਇਹ ਦੱਸ ਰਿਹਾਗਾ, ਕਿਉਂਕਿ ਮੈਂ ਐਜੂਕੇਸ਼ਨ ਦੇ ਵਿੱਚ ਵਿਚਰ ਰਿਹਾਗਾ ਕਿ ਇਸ ਵਿਸ਼ੇ ਦੇ ਉੱਤੇ ਸਾਰੀਆਂ ਕਿਸਾਨ ਜਥੇਬੰਦੀਆਂ ਇੱਕਮਤ ਨਜ਼ਰ ਨਹੀਂ ਆ ਰਹੀਆਂ। ਪਰ ਕਿਉਂਕਿ ਅੰਦੋਲਨ ਹੈ, ਇਸ ਅੰਦੋਲਨ ਦੇ ਵਿੱਚ ਬਹੁ ਗਿਣਤੀ ਘੱਟ ਗਿਣਤੀ ਦੇ ਨਾਲ ਫੈਸਲੇ ਹੁੰਦੇ ਨੇ, ਬਹੁ ਗਿਣਤੀ ਦਾ ਫੈਸਲਾ ਨੇਪਰੇ ਚਾੜਨਾ ਹੁੰਦਾ, ਛੋਟੀਆਂ ਗੱਲਾਂ ਛੱਡਣੀਆਂ ਹੁੰਦੀਆਂ ਨੇ, ਤਾਂ ਇਸ ਕਰਕੇ ਮੰਨਣਗੇ ਸਾਰੇ ਇੱਕ, ਜਥੇਬੰਦੀਆਂ ਇਕਜੁੱਟ ਨੇ। ਕਿਸੇ ਵੀ ਤਰ੍ਹਾਂ ਦਾ ਕੋਈ ਮਤਲਬ ਇਹਦਾ ਇਹ ਵੀ ਨਾ ਮੰਨਿਆ ਜਾਵੇ ਕਿ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਕੋਈ ਫਰਕ ਹੈ। ਜਥੇਬੰਦੀਆਂ ਇਕਜੁੱਟ ਨੇ, ਇਕਜੁੱਟਤਾ ਦੇ ਨਾਲ ਅੱਗੇ ਵਧ ਰਹੀਆਂ ਨੇ। ਪਰ ਇਸ ਮੰਗ ਦੇ ਉੱਤੇ, ਇਸ ਲੜਾਈ ਦੇ ਉੱਤੇ ਸਾਰੀਆਂ ਜਥੇਬੰਦੀਆਂ ਦੇ ਸਰਬ ਸਹਿਮਤੀ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਜੀ। ਅਖੀਰ ਦੇ ਵਿੱਚ ਵੀਰਵਾਰ ਨੂੰ ਆਪਣੇ ਇਸ ਮੰਚ ਤੋਂ ਇਸ ਸੰਘਰਸ਼ ਦੇ ਵਿੱਚ ਆਪਾ ਬਾਰਨ ਵਾਲਿਆਂ ਦੇ ਲਈ ਅਸੀਂ ਫੰਡ ਰੇਜ਼ਿੰਗ ਕਰਨਾ ਹੈ। ਜਿੰਨੇ ਵੀ ਨੇ, ਹੁਣ 21 ਦੀ ਜਗ੍ਹਾ ਮੈਨੂੰ ਲੱਗਦਾ 2 ਹੋਰ ਜਿਹੜਾ ਇਹ 'ਚ ਸ਼ਹੀਦੀਆਂ ਹੋਈਆਂ ਜਿਨ੍ਹਾਂ ਦੇ, ਉਹਨਾਂ ਬਾਰੇ ਵੀ ਦੱਸੋ। ਅਤੇ ਆਉਣ ਵਾਲੇ 3 ਦਿਨਾਂ ਦੇ ਵਿੱਚ ਪੂਰੀ ਡੀਟੇਲ ਦੇ ਨਾਲ ਤੁਸੀਂ ਮੈਨੂੰ ਉਹਨਾਂ ਦਾ ਪਿੰਡ ਕਿੱਥੇ ਦੇ ਸਨ, ਉਹਨਾਂ ਦੀ ਆਰਥਿਕ ਜਿਹੜੀ ਕਿਹੋ ਜਿਹੇ ਹਾਲ ਨੇ, ਕਿਉਂਕਿ ਅਸੀਂ ਕੋਸ਼ਿਸ਼ ਕਰਨਾ ਹੈ, ਅਸੀਂ ਟਾਰਗੇਟ ਰੱਖਣਾ ਹੈ ਕਿ ਅਸੀਂ $2 ਲੱਖ ਘੱਟੋ ਘੱਟ ਇੱਕ ਦਿਨ ਦੇ ਵਿੱਚ ਵੀਰਵਾਰ ਨੂੰ 24 ਨੂੰ ਸਵੇਰ ਤੋਂ 7 ਤੋਂ ਲੈ ਕੇ ਰਾਤ ਦੇ 7-8 ਵਜੇ ਤੱਕ ਅਸੀਂ ਘੱਟੋ ਘੱਟ $2 ਲੱਖ ਸੋਚਦੇ ਹਾਂ ਵੀ ਕਰੋੜ ਰੁਪਇਆ ਅਸੀਂ ਇਕੱਠਾ ਕਰੀਏ, ਵੀ ਘੱਟੋ ਘੱਟ 5-5 ਲੱਖ 4-4 ਲੱਖ ਇਹ ਪਰਿਵਾਰਾਂ ਨੂੰ ਪਹੁੰਚ ਸਕੀਏ। ਸ਼ੁਕਰ ਹੈ ਮਾਲਕ ਦਾ ਵੀ ਹੁਣ ਕੋਈ ਇਹੋ ਜਿਹੀ ਘਟਨਾ ਨਾ ਅਸੀਂ ਸੁਣੀਏ। ਪਰ ਅਖੀਰ ਦੇ ਵਿੱਚ ਇਹ ਦੱਸਿਓ ਕਿ ਇੱਕ ਕਿਸਾਨ ਦੀ ਇੱਥੇ ਸੰਘਰਸ਼ 'ਤੇ ਬੈਠੇ ਦੀ ਜਿਹੜੀ ਉਹ ਸਵਰਗਵਾਸ ਹੋਏ ਨੇ, ਸ਼ਹੀਦ ਹੋਏ ਨੇ, ਇਹ ਹਾਲਾਂਕਿ ਬੜਾ ਕਰੜਾ ਸ਼ਬਦ ਹੈ, ਪਰ ਹੁਣ ਇਸ ਨੂੰ ਕਿਸੇ ਵੀ ਕੰਮ 'ਤੇ ਇਕੱਠ ਦੇ ਲਈ, ਮਾਨਵਤਾ ਲਈ ਲੜਨ ਵਾਲੇ ਨੂੰ ਸ਼ਹੀਦ ਇਹ ਕਿਹਾ ਜਾਂਦਾ ਧਰਮ 'ਚ। ਅਤੇ ਇੱਕ ਖਿਡਾਰੀ ਜਿਹੜਾ ਨੈਸ਼ਨਲ ਲੈਵਲ ਦਾ ਸੀ, ਉਹਨੇ ਜਾ ਕੇ ਖੁਦਕੁਸ਼ੀ ਕਰ ਲਈ। ਇਹ ਸਮਝਾਇਓ ਜੀ, ਹੋਇਆ ਕੀ ਆ? ਜੀ ਗੱਲ ਸਾਹਿਬ, 2 ਮੰਦਭਾਗੀਆਂ ਘਟਨਾਵਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ। ਇੱਕ ਤਾਂ ਬਾਲਦ ਕਲਾਂ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪਿੰਡ ਹੈ, ਉੱਥੋਂ ਦਾ ਕਿਸਾਨ ਪਿਛਲੇ 20 ਦਿਨ ਤੋਂ ਇਸ ਐਜੀਟੇਸ਼ਨ ਦੇ ਵਿੱਚ ਸ਼ਾਮਲ ਸੀ। ਇੱਥੇ ਹੀ ਬੈਠਾ ਸੀ ਗਿੱਲ ਸਾਹਿਬ, ਉਹਦੀ ਸਿਹਤ ਵਿਗੜੀ, ਉਹਨੂੰ ਇੱਥੋਂ ਐਂਬੂਲੈਂਸ ਰਾਹੀਂ ਘਰੇ ਭੇਜ ਦਿੱਤਾ ਗਿਆ ਤੇ ਉਹਦੀ ਅਚਾਨਕ ਮੌਤ ਆ ਜਿਹੜੀ ਉਹ ਹੋਈ ਆ। ਇੱਕ ਤਾਂ ਇਹ ਮੰਦਭਾਗੀ ਘਟਨਾ ਹੋਈ ਆ। ਦੂਸਰੀ ਗੱਲ ਸਾਹਿਬ ਮੰਦਭਾਗੀ ਘਟਨਾ ਇਹ ਸਾਹਮਣੇ ਆਈ ਹੈ ਕਿ ਭਗਤਾ ਭਾਈ ਨੇੜੇ ਜਿਹੜਾ ਇੱਕ ਪਿੰਡ ਪੈਂਦਾ ਦਿਆਲਪੁਰ ਮਿਰਜ਼ਾ, ਸਲਾਦਪੁਰਾ ਦੇ ਨੇੜੇ ਹੀ ਹੈ, ਉੱਥੋਂ ਦਾ ਇੱਕ ਅੰਤਰਰਾਸ਼ਟਰੀ ਖਿਡਾਰੀ ਉਹ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀ। ਗਿੱਲ ਸਾਹਿਬ ਇਸ ਅੰਦੋਲਨ 'ਚ, ਇੱਥੇ ਮੈਂ ਵੀ ਦੇਖਿਆ ਉਹਨੂੰ ਤੁਰਿਆ ਫਿਰਦਿਆਂ, ਉਹ ਇਸ ਅੰਦੋਲਨ ਦੇ ਵਿੱਚ ਵਲੰਟੀਅਰ ਦੀ ਜ਼ਿੰਮੇਵਾਰੀ ਵੀ ਨਿਭਾ ਰਿਹਾ ਸੀਗਾ ਔਰ ਇੱਥੇ ਆਇਆ, ਬਹੁਤ ਸੋਹਣੀਆਂ ਜ਼ਿੰਮੇਵਾਰੀਆਂ ਉਹਨੇ ਨਿਭਾਈਆਂ। ਇੱਥੋਂ ਅਚਾਨਕ ਉਹ ਘਰੇ ਚਲਿਆ ਗਿਆ ਗਿੱਲ ਸਾਹਿਬ। ਘਰੇ ਜਾ ਕੇ ਕੱਲ ਉਹਨੇ ਜਿਹੜੀ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਤਾਂ ਉਹਨੂੰ ਲੈ ਕੇ ਉਸ ਖਿਡਾਰੀ ਦਾ ਪੂਰਾ ਪਿੰਡ, ਪੂਰਾ ਇਲਾਕਾ ਔਰ ਇੱਥੇ ਵੀ ਵਾਰ-ਵਾਰ ਮਤਲਬ ਜਿਹੜੀ ਅਪੀਲਾਂ ਕੀਤੀਆਂ ਜਾ ਰਹੀਆਂ, ਤਾਂ ਬਹੁਤ ਇਸ ਮਸਲੇ ਨੂੰ ਲੈ ਕੇ ਜਿਹੜਾ ਉਹ ਸਟਰੈਸ ਦੇ ਵਿੱਚ ਆ ਪੂਰਾ ਇਲਾਕਾ। ਔਰ ਗਿੱਲ ਸਾਹਿਬ ਇਹ ਜ਼ਰੂਰ ਹੈਗਾ ਕਿ ਸਾਡੇ ਜਿਹੜੇ ਗੁਰੂਆਂ ਨੇ, ਭਗਤ ਸਰਾਭਿਆਂ ਨੇ, ਗਦਰੀ ਬਾਬਿਆਂ ਨੇ, ਜਾਂ ਉਸ ਤੋਂ ਬਾਅਦ ਜਿੰਨੀਆਂ ਵੀ ਮੂਵਮੈਂਟਾਂ ਉੱਠੀਆਂ, ਚਾਹੇ ਉਹ ਮੂਵਮੈਂਟਾਂ 1970 ਦੇ ਵਿੱਚ ਉੱਠੀਆਂ, ਚਾਹੇ 90 ਦੇ ਵਿੱਚ ਉੱਠੀਆਂ, ਜਿਹੜਾ ਖੁਦਕੁਸ਼ੀਆਂ ਵਾਲੀ ਗੱਲ ਹੈਗੀ ਉਹ ਸਾਡੇ ਇਤਿਹਾਸ ਦੇ ਵਿੱਚ, ਸਾਡੀ ਫਿਲਾਸਫੀ ਦੇ ਵਿੱਚ ਨਹੀਂ ਆ। ਸੋ ਇਸ ਕਰਕੇ ਇਹ ਗੱਲ ਸਾਨੂੰ ਪ੍ਰਚਾਰਨੀ ਚਾਹੀਦੀ ਹੈ ਕਿ ਖੁਦਕੁਸ਼ੀਆਂ ਵਾਲਾ ਰਾਹ ਸਾਡਾ ਰਾਹ ਨਹੀਂ, ਸਾਡਾ ਰਾਹ ਲੜਨ, ਮਰਨ, ਸ਼ਹਾਦਤਾਂ ਵਾਲਾ ਰਾਹ ਹੈਗਾ, ਕੁਰਬਾਨੀ ਦਾ ਆਪਾ ਵਾਰਨ ਵਾਲਾ ਇਤਿਹਾਸ ਆ ਸਾਡਾ। ਸੋ ਲੇਕਿਨ ਫਿਰ ਵੀ ਕਿਉਂਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸੰਤ ਬਾਬਾ ਰਾਮ ਸਿੰਘ ਹੋਰਾਂ ਨੇ ਖੁਦਕੁਸ਼ੀ ਕੀਤੀ, ਉਹ ਵੀ ਇੱਕ ਸ਼ਹਾਦਤ, ਉਹ ਵੀ ਇੱਕ ਕੁਰਬਾਨੀ ਜਿਹੜੀ ਇੱਥੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਔਰ ਉਸ ਕਬੱਡੀ ਜਿਹੜਾ ਅੰਤਰਰਾਸ਼ਟਰੀ ਖਿਡਾਰੀ ਹੈਗਾ ਦਿਆਲਪੁਰਾ ਮਿਰਜ਼ਾ ਗਿੱਲ ਸਾਹਿਬ, ਸਲਾਦਪੁਰੇ ਦੇ ਨੇੜੇ, ਭਗਤਾ ਭਾਈ ਦਾ ਨੇੜੇ ਉਹਦਾ ਪਿੰਡ ਹੈ, ਉਸ ਅੰਤਰਰਾਸ਼ਟਰੀ ਖਿਡਾਰੀ ਦਾ, ਉਹਨੇ ਖੁਦਕੁਸ਼ੀ ਕੀਤੀ ਹੈ ਉਹ ਵੀ ਕੁਰਬਾਨੀ ਗਿਣਾਂਗੇ, ਉਹਨੂੰ ਵੀ ਸ਼ਹਾਦਤ। ਪਰ ਅੱਗੇ ਤੋਂ ਜਿਹਨੇ ਵੀ ਅਜਿਹਾ ਰਾਹ ਆ, ਜਿਹੜਾ ਆਪਾਂ ਵਾਰ-ਵਾਰ ਇਹੀ ਅਪੀਲ ਕਰਾਂਗੇ ਕਿ ਰਾਹ ਜਿਹੜਾ ਉਹ ਰਾਹ ਕੁਰਬਾਨੀਆਂ ਦਾ ਰਾਹ ਨਹੀਂ ਆ, ਇਸ ਰਾਹ ਦੇ ਉੱਤੇ ਨਾ ਚੱਲੋ। ਪਰ ਇਹ ਮੰਦਭਾਗੀਆਂ ਘਟਨਾਵਾਂ ਗਿੱਲ ਸਾਹਿਬ ਸਾਹਮਣੇ ਆ ਰਹੀਆਂ। ਅੱਜ ਇੱਕ ਹੋਰ ਇੱਥੋਂ ਪਤਾ ਲੱਗੀ ਸੀ ਗੱਲ ਕਿ ਇੱਕ ਵਿਅਕਤੀ ਨੇ ਹੋਰ ਕੋਸ਼ਿਸ਼ ਕੀਤੀ ਆ ਖੁਦਕੁਸ਼ੀ ਦੀ। ਸੋ ਰੱਬ ਕਰੇ ਕਿ ਉਹ ਵਿਅਕਤੀ ਆ ਜਿਹੜਾ ਉਹ ਸਿਹਤਯਾਬ ਹੋ ਜੇ। ਸੋ ਇੱਥੇ ਬਾਰਡਰ ਦੇ ਉੱਤੇ ਜਿਹੜੀ ਇਹ ਘਟਨਾ ਗਈ ਉਹਦੀ ਚਰਚਾ ਚੱਲ ਰਹੀ ਸੀਗੀ, ਪਰ ਅਜੇ ਤੱਕ ਉਹ ਸਿਹਤਯਾਬ ਹੀ ਹੈ ਜੀ। ਧੰਨਵਾਦ ਬਹੁਤ ਬਹੁਤ ਗੱਲਬਾਤ ਕਰਨ ਲਈ। ਅਤੇ ਆਪਾਂ ਵੀਰਵਾਰ ਨੂੰ ਆਪਣੇ ਕੋਲ, ਹੁਣ ਤੁਹਾਡੇ ਕੋਲ ਸੋਮਵਾਰ ਆ ਤਾਂ ਮੰਗਲਵਾਰ, ਬੁੱਧਵਾਰ
2 ਦਿਨਾਂ ਦੇ ਵਿੱਚ ਜਾਣਕਾਰੀ ਉਹਨਾਂ ਪਰਿਵਾਰਾਂ ਲਈ ਵੱਧ ਤੋਂ ਵੱਧ ਫਿਰ ਲੈਣੀ ਹੈ। ਅਤੇ ਤੁਸੀਂ ਫਿਰ ਜੇ ਪਿੰਡ ਹੋਵੋ ਪਿੰਡ, ਜੇ ਇੱਥੇ ਫਿਰ ਸਵੇਰੇ ਆਪਾਂ ਨਾਲ ਮੇਰੇ ਰਿਹੋ, ਘੰਟਾ ਡੇਢ ਗੱਲਾਂ ਬਾਤਾਂ ਕਰਾਂਗੇ ਸੰਘਰਸ਼ ਦੀਆਂ। ਅਤੇ ਆਪਾਂ ਸਾਰਿਆਂ ਨੂੰ ਹੁਣ ਮੈਂ ਨਾਲ ਹੀ ਨਵਕਿਰਨ ਦੇ ਬੇਨਤੀ ਕਰ ਰਿਹਾ, ਵੀਰਵਾਰ ਵਾਲੇ ਦਿਨ 24 ਦਸੰਬਰ ਨੂੰ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ, ਕ੍ਰਿਸਮਸ ਈਵਨਿੰਗ ਜਿਹੜੀ ਹੈ ਉਸ 'ਤੇ ਜਿਹੜਾ ਇਹਨਾਂ ਯੋਧਿਆਂ ਦੇ ਪਰਿਵਾਰਾਂ ਲਈ ਜਿੰਨਾ ਅਸੀਂ ਕਰ ਸਕੇ, ਮਿਨੀਮਮ 2 ਲੱਖ ਮੈਂ ਡਾਲਰ ਸੋਚਿਆ, ਕਰੋੜ ਰੁਪਈਆ ਵੱਧ ਗਏ ਤਾਂ ਉਨੇ ਹੀ ਵੰਡ ਦਿਆਂਗੇ। ਪੂਰਾ ਇਕੱਲੇ ਘਰ ਦੀ ਵੀਡੀਓ ਬਣਾ ਕੇ ਨਵਕਿਰਨ ਦੀ ਜਿਹੜੀ ਪੂਰੀ ਜ਼ਿੰਮੇਵਾਰੀ ਲਾ ਕੇ ਅਗਲੇ ਮਹੀਨੇ ਦੇ ਵਿੱਚ ਇਕੱਲੇ ਘਰ ਪਹੁੰਚਦਾ ਕੀਤਾ ਜਾਵੇਗਾ। ਈਵਨ ਡੀਟੇਲ ਲਈ ਜਾਵੇਗੀ ਵੀ ਬੱਚੇ ਜਿਹੜੇ ਨੇ, ਬੱਚਿਆਂ ਦੇ ਨਾਂ ਕੋਈ ਫਿਕਸ ਡਿਪੋਜ਼ਿਟ ਕਰਾਇਆ ਜਾਵੇ, ਜਦੋਂ ਵੱਡੇ ਹੋ ਜਾਣ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਜਾਂ ਇਮੀਡੀਏਟ ਜੇ ਕੋਈ ਜ਼ਰੂਰਤ ਹੋਈ ਤਾਂ ਪਰਿਵਾਰ ਨੂੰ ਦਿੱਤਾ ਜਾਵੇ। ਪੂਰਾ ਐਨ ਪੜਤਾਲ ਕਰਕੇ ਫਿਰ ਤੁਹਾਡਾ ਇੱਕ ਸੈਂਟ ਆ ਜਿਹੜਾ ਉਹ ਸਿੱਧਾ ਪਹੁੰਚਦਾ ਕੀਤਾ ਜਾਵੇਗਾ। ਇਹ ਕੋਸ਼ਿਸ਼ ਹੈ ਸ਼ੇਰੇ ਪੰਜਾਬ ਦੀ। ਇਹਦੇ ਵਿੱਚ ਸ਼ੇਰੇ ਪੰਜਾਬ ਨੇ ਕੋਈ ਵੀ ਇਹਦੇ ਚਾਰਜਸ ਨਹੀਂ, ਕੋਈ ਇਹਦੇ ਵਿੱਚੋਂ ਇੱਕ ਪੈਸਾ ਸੈਂਟ ਨਹੀਂ ਰੱਖਣਾ, ਜਿਵੇਂ ਪਹਿਲਾਂ ਨਹੀਂ ਕਦੇ ਰੱਖਿਆ, ਅਤੇ ਨਾ ਹੀ ਇਹਦੇ ਵਿੱਚੋਂ ਕੋਈ ਚੌਧਰਾਂ ਨੇ, ਨਾ ਹੀ ਇਹਦੇ ਵਿੱਚੋਂ ਚੇਅਰਮੈਨੀਆਂ ਨੇ। ਇਹ ਇੱਕ ਸੇਵਾ ਹੈ। ਨਵਕਿਰਨ, ਧੰਨਵਾਦ ਬਹੁਤ ਬਹੁਤ, ਅਤੇ ਕੱਲ੍ਹ ਨੂੰ ਫੇਰ ਗੱਲਬਾਤ ਕਰਦੇ ਹਾਂ। ਸ਼ੁਕਰੀਆ ਗਿੱਲ ਸਾਹਿਬ, ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਸੋਚ ਹੈ ਜੀ। ਔਰ ਸ਼ੇਰੇ ਪੰਜਾਬ ਰੇਡੀਓ ਵਧਾਈ ਦਾ ਪਾਤਰ ਹੈ ਇਸ ਪਹਿਲ ਕਦਮੀ ਦੇ ਲਈ। ਸੋ ਆਪਾਂ ਵਿਸ਼ਵਾਸ ਦਿਵਾਉਣਾ ਆਪਣੇ ਪੱਧਰ ਦੇ ਉੱਤੇ ਕਿ ਹਰ ਡਿਟੇਲ ਆ ਜਿਹੜੀ ਉਹ ਆਪਾਂ ਸਾਂਝੀ ਕਰਾਂਗੇ, ਤਾਂ ਹਰ ਵਿਅਕਤੀ ਤੱਕ ਜਿਹੜਾ ਹਰ ਪਰਿਵਾਰ ਤੱਕ 1-1 ਰੁਪਇਆ ਜਿਹੜੀ ਸਹਾਇਤਾ ਉਹ ਪਹੁੰਚਦੀ ਹੋਵੇ ਪਾਰਦਰਸ਼ੀ ਢੰਗ ਦੇ ਨਾਲ। ਇਹ ਆਪਾਂ ਯਕੀਨੀ ਬਣਾਵਾਂਗੇ। ਸੋ ਗਰਾਊਂਡ ਲੈਵਲ ਤੋਂ ਗਿੱਲ ਸਾਹਿਬ ਆਪਾਂ ਜੁੜੇ ਹੋਏ ਹਾਂ ਔਰ ਗਰਾਊਂਡ ਲੈਵਲ ਦੇ ਉੱਤੇ ਚੀਜ਼ਾਂ ਨੂੰ ਦੇਖ ਰਹੇ ਹਾਂ। ਚੀਜ਼ਾਂ ਬਹੁਤ ਸਾਰੀਆਂ ਜਿਵੇਂ ਬਾਕੀ ਮਤਲਬ ਪੱਤਰਕਾਰ, ਬਾਕੀ ਮੀਡੀਆ ਚੈਨਲ ਕਰਦੇ ਨੇ, ਉਵੇਂ ਆਪਾਂ ਵੀ ਬਹੁਤ ਸਾਰੀਆਂ ਸਨਸਨੀਖੇਜ਼ ਖਬਰਾਂ ਬਣਾ ਕੇ ਅੱਗੇ ਵੱਧ ਸਕਦੇ ਹਾਂ। ਪਰ ਆਪਾਂ ਨੂੰ ਇਹ ਆ ਕਿ ਆਪਣਾ ਕਿਹਾ ਹੋਇਆ ਕਿ ਇੱਕ ਸ਼ਬਦ ਇਸ ਕਿਸਾਨ ਮੂਵਮੈਂਟ ਦੇ ਪੱਖ 'ਚ ਜਾਵੇ। ਹਾਂ, ਜਦੋਂ ਮੂਵਮੈਂਟ ਜਿੱਤਦੀ ਆ, ਜਿੱਤ ਕੇ ਜਦੋਂ ਘਰਾਂ ਨੂੰ ਗਏ, ਉਦੋਂ ਜ਼ਰੂਰ ਦੱਸਾਂਗੇ, ਉਦੋਂ ਜ਼ਰੂਰ ਗੱਲਾਂ ਕਰ ਲਾਂਗੇ। ਜਿਹੜੇ ਮਤਲਬ ਕ੍ਰਿਟਿਸਿਜ਼ਮ ਹੋਏ, ਜਿਹੜੀਆਂ ਵਾਦ ਵਿਵਾਦ ਕਿਵੇਂ ਚੱਲੇ, ਕੀ ਗੱਲਬਾਤ ਹੋਈ, ਉਦੋਂ ਜ਼ਰੂਰ ਖੁੱਲ੍ਹ ਕੇ ਦੱਸਾਂਗੇ। ਪਰ ਉਦੋਂ ਤੱਕ ਆਪਣਾ ਇਹ ਹੁੰਦਾ ਕਿ ਜੇ ਕੁਛ ਇਹਨਾਂ 'ਚ ਗਿਲੇ ਸ਼ਿਕਵੇ ਵੀ ਨੇ, ਜੇ ਕੁਛ ਥੋੜ੍ਹੇ ਬਹੁਤੇ ਆਪਸ ਦੇ ਵਿੱਚ ਵਿਵਾਦ ਵੀ ਨੇ, ਉਹਨਾਂ ਨੂੰ ਦੱਬ ਕੇ ਇਸ ਹਕੂਮਤ ਦੇ ਖਿਲਾਫ ਮੂਵਮੈਂਟ ਨੂੰ ਅੱਗੇ ਵਧਾਈਏ। ਜੀ ਗਿੱਲ ਸਾਹਿਬ, ਧੰਨਵਾਦ। ਸ਼ੁਭ ਸ਼ਾਮਾਂ, ਗੁਰੂ ਕਿਰਪਾ ਰੱਖੇ, ਮੇਰੇ ਭਰਿਆ ਹੱਥ ਰੱਖੇ ਤੇ ਚੜ੍ਹਦੀ ਕਲਾ ਚਲਾਓ। ਧੰਨਵਾਦ, ਸ਼ੁਕਰੀਆ ਜੀ ਗਿੱਲ ਸਾਹਿਬ। ਸਰਾਂ ਨਵਕਿਰਨ ਸਿੰਘ ਪੱਤੀ ਗੱਲਬਾਤ ਕਰ ਰਹੇ ਸੀ ਸਿੰਘੂ ਬਾਰਡਰ ਤੋਂ। ਯੋਧਾ ਵੀਰ ਸਾਡਾ 5ਵੀਂ ਵਾਰ 27 ਨਵੰਬਰ ਤੋਂ ਬਾਅਦ ਉੱਥੇ ਪਹੁੰਚਿਆ। ਪਰਿਵਾਰ ਨੂੰ, ਛੋਟਾ ਪਰਿਵਾਰ ਹੈ ਨਵਕਿਰਨ, ਛੋਟਾ ਸਾਡੇ ਤੋਂ, ਬੱਚੇ ਛੋਟੇ ਨੇ, ਪਰ ਅਤੇ ਘਰ ਦੇ ਵਿੱਚੋਂ ਚਾਹੇ ਮਾਮਾ, ਪਿਤਾ ਜੀ, ਪਰਿਵਾਰ ਜਾਣ ਲਈ ਮਨ੍ਹਾ ਵੀ ਕਰਦਾ ਹੋਵੇ, ਪਰ ਸਾਰੇ ਕਰਦੇ ਆ ਵੀ ਨਾ ਜਾਓ। ਪਰ ਨਹੀਂ, ਇਹ ਜਿਹੜੇ ਕੰਮ ਆਪ ਜਿਹੜਾ ਖੰਡੇ ਦੀ ਧਾਰ 'ਤੇ ਤੁਰ ਕੇ ਗੱਲ ਬਣਦੀ ਹੈ। ਸੋ ਇਹ ਸਾਡਾ ਛੋਟਾ ਭਾਈ ਨਵਕਿਰਨ ਬਹੁਤ ਮਿਹਨਤ ਕਰ ਰਿਹਾ ਅਤੇ ਤੁਹਾਡੇ ਤੱਕ ਸੱਚ ਪਹੁੰਚਦਾ ਅਸੀਂ ਕਰਨਾ ਚਾਹੁੰਦੇ ਹਾਂ। ਹੁਣੇ ਮੁੜਦੇ ਹਾਂ ਵਪਾਰਕ ਸੰਦੇਸ਼ਾਂ ਤੋਂ ਬਾਅਦ। ਖਬਰਾਂ ਦਾ ਹੀ ਸਮਾਂ ਹੋ ਜਾਣਾ, ਖਬਰਾਂ ਤੋਂ ਬਾਅਦ ਵਾਪਸ ਆਉਣਾ ਜੀ। ਗਾਜੀਪੁਰ ਬਾਰਡਰ ਤੋਂ ਹੁਣ ਸਰਾ ਮਲਕੀਤ ਸਿੰਘ ਬੈਂਸ ਮੇਰੇ ਨਾਲ ਗੱਲਬਾਤ ਕਰਨਗੇ। ਇਹ ਗੱਲ ਇਹ ਹੋ ਗਈ ਕਿ ਮੇਨ ਸ਼ਾਹ ਮਾਰਗ 'ਤੇ ਜਦ ਰੋਕਾਂ ਭੰਨਦੇ ਯੋਧੇ ਜਦ ਚੜ੍ਹੇ ਨੇ ਦਿੱਲੀ ਨੂੰ, ਇਸੇ ਸੜਕ ਤੋਂ ਜ਼ਿਆਦਾ ਲੋਕ ਜਾਂਦੇ ਵੀ ਇਸ ਪਾਸਿਓਂ ਪੰਜਾਬ ਤੋਂ, ਕਿਉਂਕਿ ਪੰਜਾਬ ਤੋਂ ਸੰਘਰਸ਼ ਤੁਰਿਆ ਸੀ। ਜ਼ਿਆਦਾ ਸਿੰਘੂ ਬਾਰਡਰ 'ਤੇ ਹੀ ਹੋ ਗਈ ਗੱਲ। ਸਿੰਘੂ ਬਾਰਡਰ 'ਤੇ ਸਹੂਲਤਾਂ ਦਸ਼ਮੇਸ਼ ਅਕੈਡਮੀ ਅਨੰਦਪੁਰ ਸਾਹਿਬ ਵਾਲਿਆਂ ਨੇ, ਸਾਰਿਆਂ ਨੇ ਰਲ ਕੇ, ਸਾਡੇ ਰਾਈਡਰ ਨੇ ਦਲਜੀਤ ਸਿੰਘ ਸੰਧੂ, 10 ਟਰਾਲੀਆਂ ਉਹਨਾਂ ਨੇ ਉੱਥੇ ਭੇਜੀਆਂ। ਉਹਨਾਂ 'ਤੇ 10-10 ਟੋਇਲਟਸ ਲੱਗੀਆਂ ਹੋਈਆਂ ਨੇ। 100 ਟੋਇਲਟਸ ਜਿਹੜੀ ਹੈ ਸਿੰਘੂ ਬਾਰਡਰ 'ਤੇ ਪਹੁੰਚਦੀ ਹੋ ਗਈ ਹੈ। ਹੋਰ ਬਹੁਤ ਕੁਝ ਹੈ, ਕਿਤੇ ਜਲੇਬੀਆਂ ਨੇ, ਕਿਤੇ ਸ਼ਰਦਾਈਆਂ ਨੇ, ਕਿਤੇ ਮੇਵੇ ਨੇ, ਪੜ੍ਹਾਈਆਂ ਹੋ ਰਹੀਆਂ ਨੇ, ਲਾਇਬ੍ਰੇਰੀਆਂ ਖੁੱਲ੍ਹ ਗਈਆਂ, ਸਫਾਈਆਂ ਹੋ ਰਹੀਆਂ ਨੇ, ਬੂਟੇ ਲੱਗ ਰਹੇ ਨੇ, ਪਿਆਜ਼ ਲਾ ਅਤੇ ਸਬਜ਼ੀਆਂ ਲਾ ਰਹੇ ਨੇ। ਲੋਕਡਾਊਨ ਦੇ ਵਿੱਚ ਜਿਹੜੇ ਭੁੱਖੇ ਮਰ ਗਏ ਸੀ, 40-40, 50-50 ਹਜ਼ਾਰ ਪ੍ਰਸ਼ਾਦਾ ਛਕ ਕੇ ਜਾਂਦਾ, ਬੋਇਲਰ ਲਾਗੇ ਅਤੇ 50 ਕਿਲੋ ਦਾਲ ਅੱਧੇ ਘੰਟੇ 'ਚ ਤਿਆਰ ਹੋ ਕੇ। ਇਹਨਾਂ ਨੂੰ ਕਿੱਥੇ ਕਿਹੜੇ ਖਾਤੇ 'ਚ ਪਾਉਂਗੇ? ਇਹ ਨਹੀਂ ਕਿਸੇ ਖਾਤੇ 'ਚ ਪੈਣੇ। ਕੋਈ ਕੁਛ ਬੋਲਦਾ ਫਿਰੇ, ਕਹਿਣ ਨੂੰ ਜਿਹੜੀ ਪ੍ਰਤੱਖ ਨੂੰ ਪ੍ਰਮਾਣ ਦੀ ਜਿਹੜੀ ਸਾਹਮਣੇ ਦਿਖਦੀ ਚੀਜ਼ ਆ, ਦੁਨੀਆ ਦੇਖਦੀ ਆ। ਅਲ ਜਜ਼ੀਰਾ ਲਾਈਵ ਕਰਕੇ ਹਟਿਆ 1.5 ਘੰਟੇ ਦਾ ਪ੍ਰੋਗਰਾਮ ਵੀਕਐਂਡ 'ਤੇ। CBC ਲਿਖ ਰਿਹਾ, CNN ਲਿਖ ਰਿਹਾ, ਉਹਦੇ ਬਾਅਦ ਨਿਊਯਾਰਕ ਟਾਈਮਜ਼ ਪੀਸਸ ਲਿਖ ਰਹੇ ਨੇ।
ਹੁਣ ਗੱਲ ਹੋਰ ਹੋ ਗਈ। ਗਾਜੀਪੁਰ ਵਾਲੇ ਬਾਰਡਰ ਦਾ ਅੱਜ ਆਪਾਂ ਪਤਾ ਕਰਾਂਗੇ। ਮੇਰੇ ਨਾਲ ਸਰਦਾਰ ਮਲਕੀਤ ਸਿੰਘ ਬੈਂਸ ਨੇ ਗਾਜੀਪੁਰ ਵਾਲੇ ਬਾਰਡਰ ਤੋਂ। ਬੈਂਸ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਅੱਛਾ ਬੈਂਸ ਸਾਹਿਬ, ਪਹਿਲਾਂ ਤਾਂ ਆਪਣੇ ਬਾਰੇ ਦੱਸੋ, ਪੰਜਾਬ ਤੋਂ ਕਿੱਥੇ ਹੋ ਤੇ ਕਿੰਨੇ ਦਿਨਾਂ ਦੇ ਗਾਜੀਪੁਰ ਬਾਰਡਰ ਤੇ ਤੁਸੀਂ ਜਿਹੜਾ ਹੈ ਡੇਰਾ ਲਾਇਆ ਹੋਇਆ? ਹਾਂਜੀ ਸਰ, ਅਸੀਂ ਉਦਾਂ ਸਾਡੇ ਜਿਹੜੇ ਹੈਗੇ ਤੇ ਅਸੀਂ ਯੂਪੀ ਤੋਂ ਬਿਲੋਂਗ ਕਰਦੇ ਹਾਂ, ਡਿਸਟ੍ਰਿਕਟ ਪੀਲੀਭੀਤ, ਮਿੰਨੀ ਪੰਜਾਬ ਏਰੀਆ ਜੀ। ਅੱਛਾ, ਹੁਣ ਮੈਨੂੰ ਗਾਜੀਪੁਰ ਵਾਲਾ ਜਿਹੜਾ ਪੂਰਾ ਸੁਣਨ ਵਾਲਿਆਂ ਨੂੰ ਪ੍ਰੋਗਰਾਮ ਕੈਨੇਡਾ ਦੇ ਵਿੱਚ, ਅਮਰੀਕਾ 'ਚ, ਆਸਟ੍ਰੇਲੀਆ 'ਚ ਜਿੱਥੇ ਵੀ ਸੁਣਿਆ ਜਾਂਦਾ ਹੈ ਗਾਜੀਪੁਰ, ਕਿਉਂਕਿ ਸਿੰਘੂ ਬਾਰਡਰ ਦੀ ਪਿਛਲੇ 26 ਨਵੰਬਰ ਤੋਂ ਹਰ ਰੋਜ਼ ਗੱਲ ਹੋ ਰਹੀ ਹੈ। ਮੈਂ ਮਾਫੀ ਚਾਹੁੰਦਾ ਕਿ ਸਾਡਾ ਕੋਈ ਕੰਟੈਕਟ ਨਹੀਂ ਸੀ ਹੋ ਰਿਹਾ ਤੇ ਤੁਹਾਡੇ ਨਾਲ ਪਹਿਲੀ ਵਾਰ ਗੱਲ ਹੋ ਰਹੀ ਹੈ। ਸਾਨੂੰ ਗਾਜੀਪੁਰ ਬਾਰਡਰ ਦੇ ਬਾਰੇ, ਦਿੱਲੀ ਵਾਲੇ ਆਪਣੇ ਯੂਪੀ ਵਾਲੇ ਪਾਸੋਂ ਜਦ ਆਉਨੇ ਆ, ਇਹਦੇ ਬਾਰੇ ਸਾਨੂੰ ਸਮਝਾਓ ਕਿ ਕਿੰਨਾ ਕੁ ਇਕੱਠ ਹੈ, ਕਿੰਨੀ ਕੁ ਸੰਗਤ ਹੈ, ਖਾਣ ਪੀਣ ਦੀਆਂ ਸਹੂਲਤਾਂ ਕਿਹੋ ਜਿਹੀਆਂ ਨੇ? ਹਾਂਜੀ, ਇੱਥੇ ਨਾ ਜੀ ਆਪਣਾ ਜਿਹੜਾ ਗਾਜੀਪੁਰ ਆ ਯੂਪੀ ਬਾਰਡਰ ਆ ਜੀ, ਅਸੀਂ ਇੱਥੇ ਬਲੌਕ ਕਰ ਦਿੱਤਾ ਜੀ ਸਾਡੀ ਯੂਪੀ ਤੇ ਉੱਤਰਾਖੰਡ ਵਾਲੀ ਜਿਹੜੀ ਸਿੰਘ ਸੰਗਤ ਵੱਲੋਂ। ਤੇ ਹੁਣ ਅੱਗੇ ਜੀ ਇੱਥੇ ਲਮਸਮ 20,000 ਦਾ ਇਕੱਠ ਹੋ ਚੁੱਕਾ ਹੈ ਜੀ। ਤੇ ਬਾਕੀ ਸਾਡਾ ਜਿਹੜਾ ਇਕੱਠ ਪ੍ਰੋਪਰ ਵੱਧ ਰਿਹਾ ਸੀਗਾ, ਤੇ ਜਿਹੜਾ ਸਾਡਾ ਉਧਰ ਦਾ ਯੂਪੀ ਦਾ ਪੁਲਿਸ ਪ੍ਰਸ਼ਾਸਨ ਹੈ ਜੀ, ਉਹ ਸਾਨੂੰ ਬਹੁਤ ਪਰੇਸ਼ਾਨ ਕਰ ਰਿਹਾ, ਕਿਉਂਕਿ ਉੱਥੇ ਜੀ ਆਪਣੀ ਆਲਰੇਡੀ ਜਿਹੜੀ ਆ ਯੋਗੀ ਦੀ ਸਰਕਾਰ ਹੈ, ਆਪਣੀ ਜਿਹੜੇ ਆਪਣੇ ਮੋਦੀ ਸਾਹਿਬ ਨੇ ਉਹਨਾਂ ਦੀ ਸਰਕਾਰ ਆ ਆਲਰੇਡੀ। ਤੇ ਇਸ ਕਰਕੇ ਜੀ ਉਧਰ ਆਪਾਂ ਨੂੰ ਬਹੁਤ ਕਠਿਨਾਈਆਂ ਪ੍ਰਸਰਮ ਕਰਕੇ ਇੱਥੇ ਜਿਹੜਾ ਅਸੀਂ ਪਹੁੰਚ ਰਹੇ ਹਾਂ। ਸੋ ਸਾਡੀਆਂ ਟਰਾਲੀਆਂ ਰੋਕੀਆਂ ਜਾ ਰਹੀਆਂ ਨੇ, ਸੋ ਸਾਡੇ ਨਾਲ ਹੋਰ ਪੁਲਿਸ ਦੇ ਬੜੇ ਵਰਤਾਵੇ ਬਹੁਤ ਬੁਰੇ ਹੋ ਰਹੇ ਨੇ। ਸੋ ਇਸ ਕਰਕੇ ਸਾਨੂੰ ਬਹੁਤ ਪ੍ਰੋਬਲਮਸ ਹੋ ਰਹੀ ਹੈ। ਅਸੀਂ ਜਿਹੜਾ ਸੀ ਇੱਥੇ 1 ਤਰੀਕ ਤੋਂ ਆਪਣੇ ਗਾਜ਼ੀਆਬਾਦ ਬਾਰਡਰ ਤੇ ਅਸੀਂ ਪਹੁੰਚੇ ਹੋਏ ਆ, ਡੇਰਾ ਲਾਇਆ ਹੋਇਆ ਹੈ ਜੀ। ਅੱਛਾ ਬੈਂਸ ਸਾਹਿਬ, ਇਹ ਦੱਸਿਓ ਮੈਨੂੰ ਕਿ ਹੁਣ ਇੱਥੇ ਜਿਹੜਾ ਤੁਹਾਡਾ ਲੰਗਰ ਪਾਣੀ ਜਾਂ ਟੈਂਟ ਜਾਂ ਸੌਣ ਪਹਿਨਣ ਦਾ ਕੰਬਲ ਵਗੈਰਾ, ਗੱਦੇ ਵਗੈਰਾ, ਕਿਹੋ ਜਿਹੀਆਂ ਸਹੂਲਤਾਂ ਨੇ? ਹਾਂਜੀ, ਇੱਥੇ ਜਿਹੜਾ ਆਪਣਾ ਰਾਸ਼ਨ ਵਗੈਰਾ, ਲੰਗਰ ਵਗੈਰਾ ਦੀ ਜਿਹੜੀ ਸੇਵਾ ਵਾ ਇੱਥੇ ਪ੍ਰੋਪਰ ਚੱਲ ਰਹੀ ਹੈ। ਇੱਥੇ ਬਾਬਿਆਂ, ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਬਹੁਤ ਹੀ ਇੱਥੇ ਆਪਣਾ ਜਿਹੜਾ ਹੈਗਾ ਬਹੁਤ ਵਧੀਆ ਲੰਗਰ ਦੀ ਵਿਵਸਥਾ ਚੱਲ ਰਹੀ ਹੈ, ਕਿਉਂਕਿ ਇੱਥੇ ਸ਼੍ਰੀ ਗੁਰਦੁਆਰਾ ਕਮੇਟੀ ਬੰਗਲਾ ਸਾਹਿਬ ਵੱਲੋਂ, ਉਹਨਾਂ ਵੱਲੋਂ ਵੀ ਚੱਲ ਰਿਹਾ ਹੈ। ਤੇ ਆਪਣਾ ਜਿਹੜੇ ਹਜੂਰ ਸਾਹਿਬ ਆ ਡੇਰਾ, ਉਹਨਾਂ ਦਾ ਵੀ ਚੱਲ ਰਿਹਾ ਹੈ। ਗੁਰੂ ਉੱਤਰਾਖੰਡ ਤੋਂ ਗੁਰਦੁਆਰਾ ਨਾਨਕ ਮੱਤਾ ਸਾਹਿਬ, ਉਹਨਾਂ ਦਾ ਵੀ ਚੱਲ ਰਿਹਾ ਜੀ। ਤੇ ਗੁਰੂ ਕਾ ਆਗਰਾ ਤਾਲ, ਉਹਨਾਂ ਦਾ ਬਾਬਾ ਜੀ ਦਾ ਵੀ ਚੱਲ ਰਿਹਾ। ਤੇ ਲੰਗਰ ਵੱਲੋਂ ਇੱਥੇ ਕੋਈ ਕਮੀ ਨਹੀਂ ਹੈ ਜੀ। ਅੱਛਾ ਜੀ, ਬਹੁਤ ਵਧੀਆ ਇੱਥੇ ਜੀ ਆਪਣਾ ਰਾਸ਼ਨ ਦਾ, ਲੰਗਰ ਦਾ ਪ੍ਰਬੰਧ ਬਹੁਤ ਵਧੀਆ ਚੱਲ ਰਿਹਾ ਜੀ, ਸਕਸੈਸਫੁਲ। ਅੱਛਾ, ਰੌਣਕ ਘੱਟ ਆ ਜਾਣੀ ਸਿੰਘੂ ਬਾਰਡਰ ਦੇ ਨਾਲੋਂ ਥੋੜਾ ਇਕੱਠ ਘੱਟ ਹੈ ਉੱਥੇ? ਹਾਂਜੀ, ਘੱਟ ਇਸ ਕਰਕੇ ਘੱਟ ਸੀਗਾ, ਜਿਹੜਾ ਪੁਲਿਸ ਦਾ ਵਰਤਾਰਾ ਸੀਗਾ ਨਾ ਉਹ ਇੱਧਰ ਬਹੁਤ ਮਾੜਾ ਸੀਗਾ। ਜੋ ਸਾਡੀਆਂ ਟਰਾਲੀਆਂ ਰੋਕੀਆਂ ਜਾ ਰਹੀਆਂ, ਟਰਾਲੀਆਂ ਇੱਥੇ ਪਹੁੰਚ ਨਹੀਂ ਰਹੀਆਂ। ਲੋਕੀ ਇੱਥੇ ਹੁਣ ਜਿਹੜਾ ਇਕੱਠ ਉੱਥੇ ਕਾਫੀ ਇਕੱਠਾ ਹੋ ਕੇ ਚੱਲ ਰਿਹਾ। ਸੋ ਹੁਣ ਅੱਗੇ ਸਾਡੀਆਂ ਇੱਥੇ 2-3 ਦਿਨਾਂ ਦੇ ਵਿੱਚ ਬਹੁਤ ਵਾਧਾ, ਇੱਥੇ ਜਿਹੜੀ ਆ ਸੰਗਤ ਦਾ ਵਾਧਾ ਹੋ ਜਾਏਗਾ ਕਿਸਾਨਾਂ ਦਾ। ਅੱਛਾ ਬੈਂਸ ਸਾਹਿਬ, ਇੱਕ ਦੱਸੋ ਕਿ ਆਪਣੇ ਹੋਰ ਨਾਲ ਕੌਣ-ਕੌਣ ਕਿੱਥੇ ਦੇ ਕਿਸਾਨ ਨੇ? ਯੂਪੀ ਦੇ ਜਾਂ ਹੋਰ ਕਿਹੜੀ ਸਟੇਟ ਦੇ ਆਏ ਹੋਏ ਨੇ? ਯੂਪੀ ਦੇ ਨੇ ਜੀ, ਉੱਤਰਾਖੰਡ ਦੇ ਨੇ, ਬਾਕੀ ਆਪਣੇ ਹੋਰ ਜਿਹੜੇ ਅਦਰਸ, ਇੱਕ ਬਿਹਾਰ ਦੇ ਕੁਛ ਆਏ ਹੋਏ ਨੇ ਜੀ, ਇੱਧਰ ਕੁਛ ਰਾਜਸਥਾਨ ਦੇ ਵੀ ਪਹੁੰਚੇ ਹੋਏ ਨੇ। ਜ਼ਿਆਦਾ ਜੀ ਯੂਪੀ ਦੇ ਤੇ ਉੱਤਰਾਖੰਡ ਦੇ ਨੇ ਜੀ। ਸੋ ਜਦ ਤੁਸੀਂ ਤੁਰੇ ਤਾਂ ਫਿਰ ਯੋਗੀ ਦੀ ਸਰਕਾਰ ਨੇ ਤੰਗ ਕੀਤਾ ਰਾਹ ਦੇ ਵਿੱਚ ਤੁਹਾਨੂੰ ਵੀ? ਹਾਂਜੀ, ਬਹੁਤ ਜੀ ਮੁਸ਼ਕਲਾਂ ਪਾਰ ਕਰਕੇ ਜੀ ਅਸੀਂ ਇੱਥੇ ਪਹੁੰਚੇ ਹੋਏ ਹਾਂ। ਸਾਨੂੰ ਪੁਲਿਸ ਨੇ ਪਹਿਲਾਂ ਉੱਥੇ ਮਤਲਬ ਬਿਠਾਈ ਰੱਖਿਆ ਰੋਡ ਦੇ ਉੱਪਰ, ਫਿਰ ਅਸੀਂ ਰੋਟੀ ਧਰਨਾ ਲਾਤਾ ਜੀ। ਉਸ ਤੋਂ ਬਾਅਦ ਫਿਰ ਸਾਨੂੰ ਉਹਨਾਂ ਨੇ ਉੱਥੋਂ ਛੱਡਿਆ ਜੀ। ਫਿਰ ਉਸ ਤੋਂ ਬਾਅਦ ਅਸੀਂ ਹੌਲੀ ਫਿਰ ਇੱਥੇ ਆਪਣੇ ਗਾਜੀਪੁਰ ਜਿਹੜਾ ਬਾਰਡਰ ਆ, ਇੱਥੇ ਅਸੀਂ ਆਪਣਾ ਆ ਕੇ ਵਿਸ਼ਰਾਮ ਇੱਥੇ ਲਾਇਆ ਹੋਇਆ, ਡੇਰਾ ਜਮਾਇਆ ਹੋਇਆ ਜੀ। ਅੱਛਾ ਬੈਂਸ ਸਾਹਿਬ, ਇੱਥੇ ਹੁਣ ਤਾਂ ਪੁਲਿਸ ਤਾਂ ਨਹੀਂ ਕਹਿ ਰਹੀ ਤੁਹਾਨੂੰ ਕੁਛ? ਇੱਥੇ ਹੁਣ ਨਹੀਂ ਕਹਿ ਰਹੀ ਹੈ ਜੀ। ਸਾਡੀਆਂ ਜਿਹੜੀਆਂ ਪ੍ਰੋਪਰ ਟਰਾਲੀਆਂ ਆ ਰਹੀਆਂ ਨੇ ਉਹਨਾਂ ਨੂੰ ਰੋਕ ਰਹੇ ਨੇ ਪਿੱਛੇ ਵੀ, ਜਿਹੜਾ ਇੱਥੇ ਕਿਸਾਨਾਂ ਦਾ ਜਿਹੜਾ ਜ਼ਿੰਮੇਵਾਰ ਆ ਜਿਹੜਾ ਇਹ ਵਧੇ ਨਾ, ਇਹ ਇੱਥੇ ਇਕੱਠ ਜਿਹੜਾ ਘੱਟ ਰਵੇ। ਓਕੇ, ਹੁਣ ਪ੍ਰਸ਼ਾਸਨ ਆਪਣੇ ਗੱਲ ਹੋਈ ਹੈ ਤੇ ਸਾਨੂੰ ਕਿਸਾਨ ਨੇਤਾ ਜਿਹੜੇ ਬੀਐਮ ਸਿੰਘ ਨੇ, ਹੋਰ ਨੇ ਜਿਹੜੇ, ਉਹਨਾਂ ਨੇ ਗੱਲ ਇੱਥੇ ਰੱਖੀ ਹੋਈ ਹੈ। ਤੇ ਹੁਣ ਉਧਰੋਂ ਸਾਨੂੰ ਥੋੜੀ ਪੁਲਿਸ ਵੱਲੋਂ ਢਿੱਲ ਮਿਲ ਰਹੀ ਹੈ। ਸੋ ਆਪਣੀਆਂ ਟਰਾਲੀਆਂ ਇੱਧਰ ਅਵੇਲੇਬਲ ਪਹੁੰਚ ਰਹੀਆਂ ਹੁਣ। ਅੱਛਾ, ਨਾਲ 2 ਘੰਟੇ ਸਰ ਇੱਥੇ ਅਸੀਂ ਦੂਜਾ ਰੋਡ 2 ਘੰਟੇ ਆਪਾਂ ਅਸੀਂ ਦੂਜਾ ਰੋਡ ਬਲੌਕ ਕਰ ਛੱਡਿਆ ਸੀ ਇੱਕ ਹੋਰ ਨਾਲ, ਤਾਂ ਉਹਦੇ ਨਾਲ ਸਾਨੂੰ ਕਾਫੀ ਸਰ ਸਹੂਲਤ ਮਿਲੀ ਹੈ ਜੀ ਬੰਦ ਕਰਨਾ, ਬਲੌਕ ਕਰਨ ਨਾਲ। ਸੋ ਇਹ ਜਿਹੜਾ ਬਾਰਡਰ ਆ ਤੁਹਾਡਾ, ਸ਼ਾਹਦਰਾ ਬਾਰਡਰ ਕਹਿੰਦੇ ਨੇ, ਉਹੀ ਬਾਰਡਰ ਆ ਨਾ? ਨਹੀਂ, ਇਹ ਸ਼ਾਹਦਰਾ ਬਾਰਡਰ ਨਹੀਂ ਹੈ ਜੀ, ਇਹ ਗਾਜੀਪੁਰ ਬਾਰਡਰ ਹੈ, ਗਾਜ਼ੀਆਬਾਦ ਵਾਲਾ ਜੀ। ਓਕੇ, ਇਹ ਦੂਸਰਾ ਬਾਰਡਰ, ਸ਼ਾਹਦਰਾ ਬਾਰਡਰ ਨਹੀਂ ਹੈ, ਠੀਕ ਹੈ। ਅੱਛਾ ਬੈਂਸ ਸਾਹਿਬ, ਇੱਕ ਹੋਰ ਦੱਸਿਓ ਮੈਨੂੰ, ਜਿਹੜਾ ਆਪਣਾ ਮਿੰਨੀ ਪੰਜਾਬ ਆ ਪਿਛਲਾ,
ਉੱਥੇ ਹਾਲਾਤ, ਉੱਥੇ ਜਾਂ ਪਿੱਛੇ ਹਾਂਜੀ। ਫੋਨ ਕਰਦੇ ਹੋ, ਗੱਲਬਾਤ ਕਰਦੇ ਹੋ, ਕਿਸਾਨ ਪਰਿਵਾਰ ਕੀ ਕਹਿ ਰਹੇ ਨੇ? ਹੋਰ ਵੀ ਆਉਣਾ ਚਾਹੁੰਦੇ ਨੇ, ਰਾਹ 'ਚ ਆ ਰਹੇ ਨੇ ਹਲੇ? ਹਾਂਜੀ, ਸਾਡੀ ਗੱਲ ਪ੍ਰੋਪਰ ਉੱਥੇ ਹੁੰਦੀ ਰਹਿੰਦੀ ਆ। ਤੇ ਉਧਰ ਜਿਹੜਾ ਨਾ, ਕਿਉਂਕਿ ਪੁਲਿਸ ਜਿਹੜੀ ਆ ਉਹਨਾਂ ਵੱਲੋਂ ਕਾਫੀ ਵਰਤਾਰਾ ਮਾੜਾ ਕੀਤਾ ਜਾ ਰਿਹਾ। ਉਹ ਘਰ ਗੁਰਦੁਆਰਿਆਂ ਵਿੱਚ ਜਾ ਕੇ ਕਹਿੰਦੀ ਆ ਕਿ ਤੁਹਾਡੇ ਘਰੋਂ ਕਿਹੜੇ ਗਏ ਨੇ, ਉੱਥੇ ਇਨਕੁਆਇਰੀਆਂ ਕਰਦੇ ਨੇ ਵੀ ਕਿੰਨੇ ਬੰਦੇ ਤੁਹਾਡੇ ਜਾ ਚੁੱਕੇ ਨੇ ਦਿੱਲੀ, ਬਾਕੀ ਤੁਹਾਡੇ ਬੰਦੇ ਕਿੱਥੇ ਆ। ਉਧਰੋਂ ਬਾਕੀ SDM ਨੇ ਉਧਰ ਆਪਣੇ ਲੇਖਪਾਲ ਜਿਹੜੇ ਪਟਵਾਰੀ ਜਿਨ੍ਹਾਂ ਨੂੰ ਆਪਾਂ ਆਖਦੇ ਆ, ਉਹ ਵੀ ਘਰ ਵਿੱਚ ਜਾ ਕੇ ਸਰਵੇ ਕਰ ਰਹੇ ਨੇ ਵੀ ਕਿੰਨੇ ਬੰਦੇ ਇਹਨਾਂ ਦੇ ਦਿੱਲੀ ਗਏ ਆ, ਕਿੰਨੇ ਬੰਦੇ ਪ੍ਰੋਪਰ ਇਹਨਾਂ ਦੇ ਘਰ ਆ ਜੀ। ਸੋ ਵੱਧ ਮੁਸ਼ਕਲ ਹੈ ਇਹਦਾ ਮਤਲਬ ਪੰਜਾਬ ਨਾਲ। ਹਾਂਜੀ 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 ਹਾਂਜੀ, ਇਸ ਕਰਕੇ ਵੀ ਸਾਨੂੰ ਇੱਧਰ ਕਾਫੀ ਪ੍ਰੋਬਲਮਸ ਆ ਰਹੀ ਹੈ। ਪਰ ਬਾਕੀ ਹੁਣ ਕਿਸਾਨ ਵੀ ਆਪਣੀ ਜਿੱਤ ਤੇ ਅੜੇ ਹੋਏ ਆ ਕਿ ਅਸੀਂ ਦਿੱਲੀ ਜਾਣਾ। ਸੋ ਸਾਡੀਆਂ ਜਿਹੜੀਆਂ ਹੁਣ 40 ਟਰਾਲੀਆਂ ਜਿਹੜੀਆਂ ਉੱਥੋਂ ਅੱਜ ਰਵਾਨਾ ਹੋ ਚੁੱਕੀਆਂ ਨੇ, ਉਹ ਕੱਲ ਸਵੇਰੇ ਤੇ ਦਿੱਲੀ ਪਹੁੰਚ ਰਹੀਆਂ ਨੇ। ਅੱਛਾ, ਜਦ ਆਪਣੇ ਤੁਹਾਡੇ ਏਰੀਏ 'ਚੋਂ ਪੀਲੀਭੀਤ ਤੋਂ ਤੁਰੇ, ਕਿੰਨਾ ਚਿਰ 'ਚ ਤੁਸੀਂ ਆ ਗਏ ਸੀ ਗਾਜੀਪੁਰ ਜੀ? ਹਾਂਜੀ, ਅਗਰ ਆਪਾਂ 11 ਘੰਟੇ ਲੱਗਦੇ ਆ ਜੀ ਟਰਾਲੀ ਦੇ ਉੱਤੇ ਆਉਣ ਨੂੰ। ਵਾਹ। ਤੇ ਬੈਂਸ ਸਾਹਿਬ, ਹੁਣ ਤੁਹਾਡੇ ਕੋਲ ਰਾਤ ਆਪਾਂ ਗੱਲ ਕੀਤੀ ਸੀ, ਮੇਰਾ ਕੰਟੈਕਟ ਤੁਹਾਡੇ ਕੋਲ ਆ, ਤੁਹਾਡਾ ਮੇਰੇ ਕੋਲ ਆ। ਕਿਸੇ 'ਚ ਕੋਈ ਵੀ ਖਬਰ, ਕੋਈ ਵੀ ਗੱਲਬਾਤ ਕਰਨੀ ਹੋਵੇ, ਮੈਨੂੰ ਤੁਸੀਂ ਉਸੇ ਸਮੇਂ ਸੁਨੇਹਾ ਦੇਣਾ। ਨਵਜੋਤ ਕੌਰ ਢਿੱਲੋਂ ਜੀ ਨੂੰ ਵੀ, ਉਹ ਸਾਡੇ ਨਾਲ ਦੇ ਹੋਸਟ ਨੇ, ਉਹਨਾਂ ਨਾਲ ਤੁਹਾਡਾ ਕੰਟੈਕਟ ਹੋਇਆ ਸੀ, ਉਸੇ ਸਮੇਂ ਸਾਨੂੰ ਸੁਨੇਹਾ ਦੇਣਾ। ਮੈਂ ਕਿਉਂਕਿ ਸਿੰਘੂ ਬਾਰਡਰ ਤੇ ਸਾਡੇ ਬੰਦੇ ਉੱਥੇ ਬੈਠੇ ਆ, ਕੋਈ ਵੀ ਤੁਹਾਨੂੰ ਮੁਸ਼ਕਲ ਹੋਵੇ ਕਿਸੇ ਗੱਲ ਦੀ ਗੱਲ। ਹਾਂਜੀ ਹਾਂਜੀ, ਆਪ ਜੀ ਨਾਲ, ਆਪ ਜੀ ਦੇ ਰੇਡੀਓ ਚੈਨਲ ਤੇ ਮੇਰਾ ਇੱਕ ਸੁਨੇਹਾ ਹੈ ਜੀ, ਕਿਉਂਕਿ ਇੱਥੇ ਪ੍ਰੋਪਰ ਜਿਹੜੀ ਆ, ਕਿਉਂਕਿ ਗੋਦੀ ਮੀਡੀਆ ਤਾਂ ਇੱਥੇ ਬਹੁਤ ਆ ਰਿਹਾ ਜੀ, ਉਹ ਕੁਝ ਸਾਡੀਆਂ ਇੱਧਰ ਖਬਰਾਂ ਦਿਖਾ ਨਹੀਂ ਰਿਹਾ, ਉਹ ਕਿਉਂਕਿ ਉਹ ਤਾਂ ਮੋਦੀ ਤਰਫ ਦੀ ਗੱਲ ਕਰਨਗੇ। ਠੀਕ ਹੈ। ਸੋ ਮੇਰੀ ਪਲੀਜ਼ ਰਿਕੁਐਸਟ ਹੈ ਜੀ, ਜਿੰਨੀ ਕਿ ਸਾਡੀ ਪੰਜਾਬ ਮੀਡੀਆ ਵਾ, ਜਿਹੜੀ ਆਪਣੇ ਜਗਬਾਣੀ ਲਾ ਲਓ, ਡੇਲੀ ਪੋਸਟ ਲਾ ਲਓ, ਔਨਵੇਅਰ ਵਾਲੇ ਲਾ ਲਓ, ਜਿੰਨੇ ਵੀ ਹੈਗੇ ਨੇ, ਜਿੰਨੀ ਵੀ ਮੀਡੀਆ ਆਲ ਮੇਰੇ ਵੀਰ ਜਿਹੜੇ ਹੈਗੇ ਨੇ, ਉਹ ਸੋ ਪਲੀਜ਼ ਇੱਧਰ ਨੂੰ ਚੱਕਰ ਮਾਰਨ, ਕਿਉਂਕਿ ਜਿਹੜਾ ਇੱਧਰ ਵੀ ਸਾਡਾ ਜਿਹੜਾ ਵਾ ਦਿਖਾਇਆ ਜਾਵੇ ਵੱਧ ਤੋਂ ਵੱਧ। ਤੇ ਇੱਧਰ ਕੋਈ ਵੀ ਮੀਡੀਆ ਸਾਡੇ ਕੋਲ ਪ੍ਰੋਪਰ ਉੱਥੇ ਪਹੁੰਚ ਨਹੀਂ ਰਿਹਾ ਜੀ। ਮੈਂ ਜੀ ਬਿਲਕੁਲ ਆਪਣੀ ਕੋਸ਼ਿਸ਼ ਕਰਾਂਗਾ। ਸਾਡਾ ਜਿਹੜਾ ਟੀਮ ਦਾ ਮੈਂਬਰ ਸਿੰਘੂ ਬਾਰਡਰ ਤੇ ਹੈ, ਨਵਕਿਰਨ ਸਿੰਘ ਪੱਤੀ, ਮੈਂ ਤੁਹਾਡਾ ਨੰਬਰ ਉਹਨਾਂ ਨੂੰ ਭੇਜਦਾ, ਹੁਣੇ ਹੀ ਤੁਹਾਡੇ ਨਾਲ ਕੰਟੈਕਟ ਕਰਨਗੇ ਤੇ ਕੋਸ਼ਿਸ਼ ਕਰਨਗੇ ਵੀ ਤੁਹਾਡੇ ਕੋਲ ਵੀ ਆਇਆ ਜਾਵੇ ਉੱਥੇ। ਹਾਂਜੀ 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 ਸਰ, ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ, ਜੇ ਅਗਰ ਤੁਸੀਂ ਇੱਧਰ ਮੀਡੀਆ ਸਾਡੇ ਵੱਲ ਇੱਧਰ ਪ੍ਰੋਵਾਈਡ ਕਰਵਾਉਂਦੇ ਹੋ ਤਾਂ। ਧੰਨਵਾਦ ਬੈਂਸ ਸਾਹਿਬ, ਚੜ੍ਹਦੀ ਕਲਾ 'ਚ ਰਹੋ। ਤੁਸੀਂ ਕੌਮ ਲਈ ਬੈਠੇ ਹੋ, ਕੌਮ ਦਾ ਨਾਂ ਕਰ ਰਹੇ ਹੋ, ਪੰਜਾਬ ਤੋਂ ਦੂਰ ਬੈਠੇ ਪੀਲੀਭੀਤ ਦਾ ਬਹੁਤ ਇੱਥੇ ਸਾਡੀ ਕਮਿਊਨਿਟੀ ਆ ਤੁਹਾਡੇ ਏਰੀਏ ਦੀ, ਬਾਜਪੁਰ ਦੀ, ਪੀਲੀਭੀਤ ਦੀ, ਤੇ ਉਹ ਸਾਰੇ ਤੁਹਾਡੀ ਗੱਲਬਾਤ ਸੁਣ ਰਹੇ ਨੇ। ਧੰਨਵਾਦ ਬਹੁਤ ਬਹੁਤ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਕੈਨੇਡਾ ਰੇਡੀਓ ਚੈਨਲ ਦਾ, ਬਹੁਤ ਬਹੁਤ ਧੰਨਵਾਦ ਸਰ। ਧੰਨਵਾਦ ਬੈਂਸ ਸਾਹਿਬ, ਥੈਂਕ ਯੂ, ਧੰਨਵਾਦ। ਰਾਜਸਥਾਨੀ ਸਾਹਿਬ, ਲਾਈਨ ਨੰਬਰ 1। ਹਾਂਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਹ ਬੈਂਸ ਸਾਹਿਬ ਦੀ ਇੰਟਰੋਡਕਸ਼ਨ ਲਿਆਂਦੀ ਜੀ। ਇਹ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨਾ, ਜਿਨ੍ਹਾਂ ਸਟੇਟਾਂ ਦੇ ਵਿੱਚ ਜਿੱਦਾਂ ਆਪਣੇ ਉੱਥੋਂ ਇਹ ਅੰਦਰ ਗ੍ਰਿਫਤਾਰੀ ਵੀ ਹੈਗੀ ਆ ਤੇ ਰੋਕਦੇ ਵੀ ਹੈਗੇ ਆ ਵੀ ਜਾਓ ਨਾ ਦਿੱਲੀ। ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਸਰਕਾਰ ਆ, ਯੂਪੀ 'ਚ ਆਦਿਤਿਆ ਪ੍ਰਸਾਦ ਯੋਗੀ ਦੀ ਸਰਕਾਰ ਆ, ਜਿੱਥੇ ਵੀ ਬੀਜੇਪੀ ਦੀ ਸਰਕਾਰ ਆ ਉੱਥੇ ਇਹ ਉਹ ਸਹੀ ਦੱਸਿਆ ਉਹਨੇ ਗੱਲ। ਨਹੀਂ ਤਾਂ ਹੁਣ ਤਾਂ ਕਾਫੀ ਕਿਸਾਨ ਲੱਖਾਂ ਤਾਦਾਦ 'ਚ ਦਿੱਲੀ ਪਹੁੰਚ ਜਾਣੇ ਸੀਗੇ, ਤੇ ਉੱਥੋਂ ਆਉਣ ਨਹੀਂ ਦਿੱਤੇ ਜਾ ਰਹੇ। ਗੁਜਰਾਤ ਦੇ ਵਿੱਚ ਤਾਂ ਮੋਦੀ ਦਾ ਬਹੁਤ ਹੀ ਹੋਲਡ ਹੈਗਾ, ਉਹ ਤਾਂ ਦੱਸਿਆ ਉਹਨਾਂ ਨੇ ਵੀ ਸਾਨੂੰ ਰੋਕਦੇ ਹੈਗੇ ਆ, ਸਾਨੂੰ ਕਈਆਂ ਨੂੰ ਫੜ ਲਿਆ ਗਿਆ ਹੈਗਾ, ਅੰਦਰ ਦਿੱਤੇ ਹੋਏ ਹੈਗੇ ਆ। ਤੇ ਹੁਣ ਹੌਲੀ ਹੌਲੀ ਜਿੱਦਾਂ ਇਹ ਪੋਲ ਖੁੱਲਦੀ ਜਾਂਦੀ ਹੈ, ਹੁਣ ਮੇਰਾ ਖਿਆਲ ਤੇ ਖੁੱਲ੍ਹ ਕਰ ਦੇਣਗੇ ਵੀ ਤੁਸੀਂ ਜਾਓ ਵੀ ਠੀਕ, ਰੋਕਣਗੇ ਨਹੀਂ। ਇਹਦੇ 'ਚ ਉਹਨਾਂ ਦੀ ਬਦਨਾਮੀ ਹੁੰਦੀ ਹੈ ਮੋਦੀ ਸਰਕਾਰ ਦੀ, ਕਿਉਂ ਰੋਕਦੇ ਆ। ਸਟ੍ਰਾਈਕ ਕਰਨੀ ਉਹਨਾਂ ਨੇ ਜਾਂ ਆਪਣਾ ਫਾਈਟ ਕਰਨਾ ਹੈਗਾ, ਹੱਕ ਸਾਡਾ ਕਿਸਾਨਾਂ ਦਾ। ਹੁਣ ਥੋੜਾ ਬਹੁਤਾ ਰਿਲੈਕਸ ਹੋਇਆ, ਪਰ ਹਜੇ ਵੀ ਨਹੀਂ। ਅਜੇ ਵੀ ਮੱਧ ਪ੍ਰਦੇਸ਼ ਦੇ ਵਿੱਚ ਸਾਡੇ ਨਾਲ ਲੱਗਦਾ ਰਾਜਸਥਾਨ ਦਾ ਮੱਧ ਪ੍ਰਦੇਸ਼, ਤੇ ਉੱਥੇ ਵੀ ਇਹ ਹਾਲਤ ਹੈਗੇ ਆ। ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਵੀ ਤੁਸੀਂ ਜਾਓ ਨਾਲ, ਡਰਾਵੇ ਦਿੱਤੇ ਜਾ ਰਹੇ, ਲਿਸਟਾਂ ਬਣਾਉਂਦੇ ਆ ਫਲਾਣੀ ਧਮਕੜੀ। ਤਾਂ ਸੋ ਇਸ ਵੇਲੇ ਥਰੂ ਆਊਟ ਵਿਸ਼ਵ ਲੈਵਲ ਤੇ ਜਿਹੜਾ ਇਹ ਮੂਵਮੈਂਟ ਹੈਗੀ ਆ, ਦੇਖੋ ਦੇਸ਼ਾਂ ਵਿਦੇਸ਼ਾਂ ਵਿੱਚ ਅੱਜ ਤੱਕ ਏਦਾਂ ਦੀ ਹਾਰਾ ਨਾਰਾ ਕਿਸੇ ਨੇ। ਲੰਡਨ ਦੀ ਪਾਰਲੀਮੈਂਟ ਦੇ ਵਿੱਚ ਗੂੰਜ ਉੱਠੀ ਹੈਗੀ ਆ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਵਾਜ਼ ਉਠਾਈ ਹੈ, UN ਨੇ ਆਵਾਜ਼ ਉਠਾਈ ਗਈ ਹੈਗੀ ਆ, ਹੋਰ ਇੱਥੋਂ ਹੋਰ ਜਥੇਬੰਦੀਆਂ, ਹੋਰ ਸਾਰੇ ਅਮਰੀਕਾ ਚੋਂ, ਆਸਟ੍ਰੇਲੀਆ ਤੋਂ, ਤੇ ਦੁਨੀਆ ਭਰ ਦਾ ਮੀਡੀਆ। ਜੇ ਉੱਥੋਂ ਦਾ ਮੀਡੀਆ ਦਬਾਉਂਦਾ ਤਾਂ ਬਾਹਰਲਾ ਮੀਡੀਆ ਉਹਦੀ ਪੋਲ ਖੋਲਦਾ ਹੈਗਾ। ਤਾਂ ਇਹ ਬੜਾ ਤਕੜਾ, ਉਹ ਅਗਲੀ ਗੱਲ ਨਹੀਂ ਗੀ ਵੀ ਜਿਵੇਂ ਅੱਗੇ ਉਹ ਤਾਂ ਇਕੱਲੇ ਪੰਜਾਬ ਦਾ ਘੋਲ ਸੀ, ਅਨੰਦਪੁਰ ਮਤਾ ਉਹਨਾਂ ਨੇ ਹੋਲਡ ਕਰ ਲਿਆ ਸੀਗਾ, ਤੇ ਉਹ 20 ਸਾਲ ਚੱਲਿਆ। ਦੇਖ ਲਓ ਉਹਦੇ ਵਿੱਚ ਕੀ ਹੋਇਆ। ਤੇ ਉਹਦੇ ਵਿੱਚ ਜਿਸ ਵੇਲੇ ਉਹਦੇ ਵਿੱਚ ਜਿੱਤ ਦੀ ਬਾਜੀ ਹਾਰ 'ਚ ਬਦਲ ਗਈ ਸੀਗੀ, ਜਿਸ ਵੇਲੇ ਜਿੱਤ ਗਏ ਬਹੁਤ ਕੁਛ ਹੋ ਗਿਆ ਪੰਜਾਬ ਦਾ,
ਸੱਤਿਆਨਾਸ਼ ਹੋ ਗਿਆ, ਮਰਡਰ ਹੋ ਗਏ, ਅਕਾਲ ਤਖਤ ਟਹਿ ਗਿਆ। ਤੇ ਜਦੋਂ ਸੱਦਿਆ ਗਿਆ ਦਿੱਲੀ ਇਹਨਾਂ ਨੂੰ ਜਿਹੜੇ ਸੀਗੇ ਸ਼੍ਰੋਮਣੀ ਅਕਾਲੀ ਦਲ ਲੀਡਰ ਬਰਨਾਲਾ ਬਾਦਲ, ਤੇ ਇਹ ਆਪਣਾ ਕੁਰਸੀ ਪੰਜਾਬ ਦੀ ਲੈ ਕੇ ਆ ਗਏ ਤੇ ਪੰਜਾਬ ਦਾ ਬੇੜਾ ਗਰਕ ਕਰਿਆ ਏ। ਸੋ ਇਹ ਜਿਹਾ ਪਰਮਾਤਮਾ ਕੰਮ ਨਾ ਕਰੇ। ਹੁਣ ਅੰਦੋਲਨ ਸਾਰੇ ਭਾਰਤ ਦਾ ਭਾਰਤੀ ਕਿਸਾਨੀ ਅੰਦੋਲਨ ਬਣ ਗਿਆ ਏ। ਧੰਨਵਾਦ ਜੀ ਰਾਜਸਥਾਨੀ ਸਾਹਿਬ। ਮੈਂ ਅਗਲੇ 2 ਥੋੜੇ ਜਿਹੇ ਸੈਗਮੈਂਟ ਨੇ ਜੀ ਮੇਰੇ ਕੋਲ। ਚਮਕੌਰ ਸਾਹਿਬ ਦੀ ਮੈਂ ਗੱਲ ਕਰਨੀ ਆ। ਹੋਰ ਕਾਲਰ ਕਾਲ ਨਾ ਕਰਿਓ ਜੀ, ਮੈਂ 2 ਕਾਲਰਾਂ ਨਾਲ ਗੱਲ ਕਰਕੇ ਮੈਂ ਹੋਰ ਗੱਲਬਾਤ ਕਰਨੀ ਚਾਹੁੰਦਾ, ਕਿਉਂਕਿ 1 ਘੰਟਾ ਪਹਿਲਾਂ ਆਪਾਂ ਇਸ ਵਿਸ਼ੇ ਤੇ ਗੱਲ ਕਰਦੇ ਹਾਂ। ਸਟਾਰ ਗਿੱਲ, ਲਾਈਨ ਨੰਬਰ 2। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ ਸੀ, ਵਿੱਚੋਂ ਥੋੜਾ ਜਿਹਾ ਬਾਹਰ ਜਾਣਾ ਪੈ ਗਿਆ ਜੀ। ਜਿਹੜਾ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਉੱਥੋਂ ਦੇ ਜਿਹੜੇ ਆਪਣੇ ਲੋਕ ਸ਼ਹੀਦ ਹੋ ਰਹੇ ਆ ਇਸ ਮੋਰਚੇ 'ਚ, ਜੀ ਜੀ, ਉਹਨਾਂ ਦੀ ਮਦਦ ਕਰਨਾ ਬਹੁਤ ਸ਼ਲਾਘਾਯੋਗ ਕੰਮ ਹੈ ਜੀ। ਇਹ ਆਪਾਂ 24 ਤਰੀਕ ਨੂੰ ਕਰ ਰਹੇ ਹਾਂ। ਹਾਂਜੀ 24 ਨੂੰ ਜੀ। 24 ਨੂੰ 24 ਸਵੇਰ ਤੱਕ ਕਿੰਨੇ ਵਜੇ ਸ਼ੁਰੂ ਹੋਊਗਾ ਜੀ? ਸਵੇਰੇ ਜੀ 7 ਵਜੇ ਤੋਂ ਗਿੱਲ ਸਾਹਿਬ ਰਾਤ ਦੇ 8 ਵਜੇ ਤੱਕ ਘੱਟੋ ਘੱਟ 10-11 ਘੰਟੇ ਕਰਾਂਗੇ ਆਪਾਂ ਨੂੰ। ਸ਼ੇਰੇ ਪੰਜਾਬ ਵਧਾਈ ਦਾ ਪਾਤਰ ਹੈ, ਡਟ ਕੇ ਮਦਦ ਕਰਾਂਗੇ ਜਿੰਨੀ ਕਰ ਜੋਗੇ। ਤਨ ਮਨ ਧਨ ਨਾਲ ਹਰ ਤਰ੍ਹਾਂ ਨਾਲ ਕਰ ਰਹੇ। ਧੰਨਵਾਦ। ਉੱਥੇ ਵੀ ਕਰ ਰਹੇ। ਸਾਡੇ ਪਿੰਡੋਂ 9 ਟਰਾਲੀਆਂ ਗਈਆਂ, 125 ਬੰਦਾ ਗਿਆ ਵਾਹ। ਤੇ ਮਾਰੂ ਕੇ ਗੱਲ ਮੇਰਾ ਪਿੰਡ ਹੈ, ਤੇ ਉੱਥੇ ਮੈਂ ਪੁੱਛਿਆ ਉਹਨਾਂ ਪੈਸੇ ਦੀ ਬਾਬਤ ਪੁੱਛਿਆ ਸੀ। ਮੈਂ 1 ਲੱਖ ਰੁਪਇਆ ਕਿਹਾ 2 ਲੱਖ ਤੁਹਾਨੂੰ ਭੇਜ ਦਿੰਦਾ। ਉੱਥੋਂ ਆੜਤੀਏ ਬਾਗੇ ਪੁਰਾਣੇ ਉਹ ਕਹਿੰਦੇ ਸਾਡੇ ਕੋਲੇ ਸਾਰਿਆਂ ਨੇ ਆਪਦੀ ਜੇਬ ਚੋਂ ਪੈਸੇ ਪਾ ਕੇ ਖਰਚ ਕਰ ਰਹੇ ਇਹਨਾਂ 50 ਲੋਕਾਂ 'ਚ। ਤੇ ਇਹ ਜਿਹੜਾ ਤੁਸੀਂ ਉਦਮ ਕੀਤਾ, ਮੈਂ ਤਾਂ ਸੁਣ ਕੇ ਮੈਂ ਤਾਂ ਕਈ ਦਿਨਾਂ ਦਾ ਸੋਚਦਾ ਵੀ ਕਰੀਏ ਕੁਛ ਕਿਸੇ ਜਿਹੜੇ ਆਪਾਂ ਹੋਰ ਤਾਂ ਨਹੀਂ ਕਰ ਸਕਦੇ, ਜਿਹੜੇ ਇਸ ਬੰਦੇ ਮੋਰਚੇ 'ਚ ਆਪਦੀ ਜਾਨਾਂ ਦੇ ਗਏ ਆ। ਹਾਂਜੀ, ਉਹ ਜ਼ਰੂਰੀ। ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣਾ ਸਭ ਤੋਂ ਵੱਧ ਆਪਣਾ ਫਰਜ਼ ਹੈ। ਆਪਣੇ ਕੋਲ ਰੱਬ ਨੇ ਬਹੁਤ ਕੁਝ ਦਿੱਤਾ ਹੋਇਆ। ਬਿਲਕੁਲ। ਤੇ ਤੁਹਾਡਾ ਡਟ ਕੇ ਮਦਦ ਕਰਾਂਗੇ ਕਿ ਗਿੱਲ ਸਾਹਿਬ ਜਿੰਨੀ ਵੀ ਹੋਈ ਤਨ ਮਨ ਧਨ ਦੇਣਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਿਰ ਦੱਸਦੇ ਹਾਂ ਜੀ 24 ਤਰੀਕ ਨੂੰ ਸ਼ੇਰੇ ਪੰਜਾਬ ਤੇ ਸਵੇਰੇ 7 ਵਜੇ ਤੋਂ ਰਾਤ ਦੇ 8 ਵਜੇ ਤੱਕ ਘੱਟੋ ਘੱਟ 12-13 ਘੰਟੇ ਪੰਜਾਬ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਉਹਨਾਂ ਪਰਿਵਾਰਾਂ ਲਈ, ਚਾਹੇ ਉਹ 21 ਹੋ ਜਾਣ, ਗੁਰੂ ਕਿਰਪਾ ਰੱਖੇ ਅੱਗੇ ਨਾ ਹੋਣ ਹੋਰ, ਤੇ ਉਹਨਾਂ ਲਈ ਮੈਂ ਆਪਣੇ ਨਿੱਜੀ ਤੌਰ ਤੇ ਸੋਚਿਆ ਵੀ 5-5 ਲੱਖ ਰੁਪਇਆ ਘੱਟੋ ਘੱਟ ਹੋਣਾ ਚਾਹੀਦਾ। ਮੈਂ 2 ਲੱਖ ਸੋਚ ਰਿਹਾ। ਬਾਕੀ ਇਹ ਕੌਮ ਨੇ ਮਿਲੀਅਨਸ ਇਕੱਠੇ ਕੀਤੇ ਆ 3 ਦਿਨਾਂ 'ਚ, ਮਿਲੀਅਨਸ। ਪਰ ਇਹ ਵਾਅਦਾ ਰਿਹਾ ਤੁਹਾਡੇ ਨਾਲ ਨਵਕਿਨ ਸਿੰਘ ਪੱਤੀ ਦੇ ਰਾਹੀਂ ਪੂਰੀ ਐਨ ਆਰਗੇਨਾਈਜ਼ ਕਰਕੇ ਰਕਮ ਉਹਨਾਂ ਤੱਕ ਪਹੁੰਚਦੀ ਹੋਏਗੀ। ਪਰਿਵਾਰ ਦਾ ਦੇਖ ਕੇ ਵੀ ਕਿਵੇਂ ਸਾਂਭਿਆ ਜਾਵੇ, ਅਗਲੇ ਬੱਚਿਆਂ ਦੇ ਨਾਂ ਕਰਾ ਦਿੱਤਾ ਜਾਵੇ, ਕੀ ਕੀਤਾ ਜਾਵੇ ਵੀ ਖਰਾਬ ਨਾ ਹੋਵੇ। ਸੋ ਇਹ ਆਪਾਂ ਜ਼ਰੂਰ ਕਰਾਂਗੇ। ਟਾਂਡੀ ਜੀ ਤੁਸੀਂ ਏਅਰ ਤੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਆ। ਤੇ ਜਿਹੜਾ ਕਿਸਾਨ ਮੋਰਚੇ ਦੀ ਗੱਲ ਕਰੀਏ ਨਾ ਜੀ, ਐਸਡੀ ਸਿਕਲਾਂ ਤੇ ਆ ਕਿਸਾਨ ਮੋਰਚਾ, ਤਾਂ ਇਸ ਕਰਕੇ ਮੈਂ ਕਹਿੰਦਾ ਵੀ ਇਹ ਜਿੱਦਾਂ ਬਈ ਇਸ ਵੇਲੇ ਸਰਕਾਰ ਦੇ ਨਾ ਆਪਾਂ ਲੰਗਰ ਪਾਣੀ ਦੇ ਇੰਨੇ ਪ੍ਰਬੰਧ ਉੱਥੇ ਕਰ ਲਏ ਬਹੁਤ ਜ਼ਿਆਦਾ। ਸਰਕਾਰ ਦੇ ਚੁੰਡੀ ਨਹੀਂ, ਜਿੱਦਾਂ ਤੁਸੀਂ ਕਹਿੰਦੇ ਹੁੰਦੇ ਚੁੰਡੀ ਵੱਢ ਨਹੀਂ ਹੋ ਰਹੀ, ਜਿੱਦਾਂ ਕਹ ਲਓ ਮੋਰਚਾ ਖਿਸਕਦਾ ਜਾ ਰਿਹਾ। ਟਾਇਰ ਦੇ ਵਿੱਚੋਂ ਹਵਾ ਜਿੱਦਾਂ ਹੌਲੀ 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 ਨਿਕਲਦੀ ਜਾ ਰਹੀ ਆ। ਇਹ ਹੁਣ ਚਿੰਤਾ ਕਰਨੀ ਚਾਹੀਦੀ ਲੋਕਾਂ ਨੂੰ। ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਕਹਿੰਦੇ ਬੈਠੇ ਹੋਆ ਲੰਗਰ ਖਾਈ ਜਾਂਦੇ ਆ, ਕੋਈ ਮਤਲਬ ਹੈ ਨਹੀਂ। ਜਿੱਦਾਂ ਕਹਿ ਲਓ ਵੀ ਸਰਕਾਰ ਮੋਦੀ ਸਾਹਿਬ ਦੇ ਆਲੇ ਦੁਆਲੇ ਦੌੜਾ ਕਰੀ ਜਾਂਦੇ। ਉਹ ਆਪਣੀ ਰਣਨੀਤੀ ਦੇ ਵਿੱਚ ਕਾਮਯਾਬ ਆ। ਭਾਜਪਾ ਜੋ ਵੀ ਉਹ ਕਰ ਰਹੀ ਆ, ਇਹ ਸੰਘਰਸ਼ ਹੌਲੀ ਹੌਲੀ ਖਿਸਕਦਾ ਜਿੱਦਾਂ ਕਿਉਂਕਿ ਰਾਹ ਨਹੀਂ ਬੰਦ ਕੀਤੇ ਸਾਰੇ। ਜਾਂ ਤਾਂ ਕਿਸਾਨ ਸਾਰੀ ਦਿੱਲੀ ਨੂੰ ਬਲੌਕ ਕਰਨ, ਲਾਲ ਕਿਲੇ ਵੱਲ ਨੂੰ ਜਾਣ, ਜਿੱਦਾਂ ਲਾਲ ਕਿਲੇ ਤੇ ਕਵੇ ਵੀ ਲਾਲ ਕਿਲੇ ਨੂੰ ਘੇਰਾ ਪਾਉਣਾ, ਜਿੱਥੇ ਪਾਰਲੀਮੈਂਟ ਬਹਿੰਦੀ ਆ ਉੱਥੇ ਘੇਰਾ ਪਾਉਣ, ਤਾਂ ਕਿਤੇ ਗੱਲ ਬਣ ਸਕਦੀ ਆ। ਨਹੀਂ ਤਾਂ ਇਹ ਮੈਨੂੰ ਤਾਂ ਲੱਗਦਾ ਕਿ ਗਿੱਲ ਸਾਹਿਬ ਵੀ ਇਹ ਕਿਸਾਨ ਦੀ ਹੌਲੀ ਹੌਲੀ ਜਿੱਦਾਂ ਟਾਇਰ ਦੇ ਵਿੱਚੋਂ ਬੱਸ ਦੇ ਵਿੱਚੋਂ ਫੂਕ ਨਿਕਲਦੀ, ਇਹ ਫੂਕ ਨਿਕਲ ਜਾਊਗੀ। ਬਾਕੀ ਇੱਕ ਬਾਰਡਰ ਤੇ ਆ, ਸਿੰਘ ਬਾਰਡਰ ਤੇ ਆ ਸਾਰਾ, ਜਿੱਦਾਂ ਉਧਰ ਨੂੰ ਗਾਇਕ ਜਾਈ ਜਾਂਦੇ ਆ, ਉਧਰ ਨੂੰ ਮੀਡੀਆ ਜਾਈ ਜਾਂਦਾ। ਬਾਕੀ ਜਿੱਥੇ ਜਿੱਥੇ ਮੋਰਚੇ ਲੱਗੇ ਆ ਉੱਥੇ ਕੋਈ ਵੀ ਨਹੀਂ ਜਾ ਰਿਹਾ। ਜਿੱਦਾਂ ਕਹ ਲਓ ਗਾਇਕ ਵੀ ਨਹੀਂ ਜਾ ਰਹੇ ਆ ਜਾਂ ਨੌਜਵਾਨ ਵੀ ਨਹੀਂ ਜਾ ਰਹੇ ਆ। ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਕਿਸਾਨ ਮੋਰਚੇ ਦੀ ਜਿੱਦਾਂ ਬਈ ਫੂਕ ਨਿਕਲਣੇ ਵਾਲੀ ਆ। ਬਾਕੀ ਇੱਥੇ ਵੀ ਬੇਅਸਰ ਰੈਲੀਆਂ ਹੋ ਰਹੀਆਂ, ਬੇਅਸਰ। ਆਪਾਂ ਗੋਰਿਆਂ ਨੂੰ ਸਮਝਾ ਨਹੀਂ ਸਕੇ ਕਿ ਇਹ ਕਿਸਾਨ ਅੰਦੋਲਨ ਹੈ ਕੀ ਆ। ਨਾ ਸਾਡੇ ਨਾਲ ਕੋਈ ਗੋਰਾ ਕਮਿਊਨਿਟੀ ਖੜੀ ਹੋਈ ਆ ਜਾਂ ਹੋਰ। ਇੱਥੇ ਤਾਂ ਨਿਸਫਾਲਾ ਮਜ਼ਾਰਾ ਕਰਨ ਦੀ, ਜਾਂ ਤਾਂ ਸਮਝਾਉਣ, ਫਿਰ ਆਪੋ ਵਿੱਚ ਹੀ ਇੱਕ ਦੂਜੇ ਨੂੰ ਪੋਸਟਰ ਦਿਖਾਈ ਜਾਂਦੇ। ਉਹਦਾ ਕੋਈ ਫਾਇਦਾ ਨਹੀਂ। ਉਹ ਜਿੱਦਾਂ ਕਹਿ ਲਓ ਜਾਂ ਵੈਸੀਆਂ ਦੇ ਵਿੱਚ
ਕੋਈ ਪ੍ਰੋਗਰਾਮ ਬਣਾਉਣ ਤਾਂ ਉੱਥੇ ਘੇਰਾ ਹੀ ਪਾਈ ਰੱਖਣ, ਜਿੱਦਾਂ ਉਹ ਕਿਸਾਨ ਠੰਡ 'ਚ ਆ ਇਹ ਵੀ ਠੰਡ 'ਚ ਰਹਿਣ, ਫੇਰ ਗੱਲ ਬਣਦੀ ਹੈ। ਜੇ ਤੁਸੀਂ ਉੱਦਾਂ ਹੀ ਮਤਲਬ ਉੱਤੇ ਕਾਰਾਂ ਹੀ ਦਿਖਾ ਲੈਣੀਆਂ ਰੈਲੀ 'ਚ, ਝੰਡੀਆਂ ਹੀ ਦਿਖਾ ਲੈਣੀਆਂ ਆ, ਤੇ ਜਾ ਕੇ ਰੈਲੀ ਕੱਢ ਕੇ ਸੋਸ਼ਲ ਮੀਡੀਆ ਤੇ ਵਿਊ ਬਣਾਉਣੇ ਆ, ਤੇ ਉਹ ਤੁਸੀਂ ਬਣਾਈ ਜਾਓ, ਉਹਦਾ ਕੋਈ ਫਾਇਦਾ ਨਹੀਂ। ਕੱਲ ਵੀ ਏਦਾਂ ਹੀ ਇੱਕ ਬੰਦਾ ਸੀਗਾ, ਉਹ ਬੋਲੀ ਜਾਂਦਾ ਸੀ ਵੈਨਕੂਵਰ ਬਲੌਕ ਕਰ ਦਿੱਤਾ, ਜੇ ਕਰਤਾ ਉਹ ਕਰਤਾ, ਤੇ ਉਹਦੇ ਨਾਲ ਕੀ ਫਾਇਦਾ ਹੋਊਗਾ? ਉਹਨੂੰ ਫਾਇਦਾ ਹੋਊਗਾ ਜਿਹਨੇ ਫੇਸਬੁੱਕ ਇਹ ਰੇਡੀਓ ਖੋਲੇ ਹੋ ਆ, ਉਹਨੂੰ ਫਾਇਦਾ ਹੋਊਗਾ, ਬਾਕੀ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਊਗਾ। ਤਾਂ ਇਸ ਕਰਕੇ ਮੈਂ ਕਹਿੰਦਾ ਸੰਭਲ ਕੇ ਕਦਮ ਪੱਟੋ, ਚੁੰਡੀ ਵੱਢੋ ਸਰਕਾਰ ਦੀ, ਜਿੱਦਾਂ ਤੁਸੀਂ ਕਹਿੰਦੇ ਹੁੰਦੇ, ਫੇਰ ਗੱਲ ਬਣ ਸਕਦੀ ਹੈ ਜੀ। ਧੰਨਵਾਦ। ਤੇ ਵਾਪਸ ਆਉਂਦੇ ਆ ਇੱਕ ਵਪਾਰਕ ਸੰਦੇਸ਼ਾਂ ਤੋਂ ਬਾਅਦ, ਤੇ ਆ ਕੇ ਮੈਂ ਜਿਹੜਾ ਨਵਾਂ ਕੋਵਿਡ ਨੇ ਸਲੇਡੇ ਵਾਂਗੂ ਦੂਜੇ ਰੂਪ 'ਚ ਚਲੇ ਗਿਆ ਇੰਗਲੈਂਡ ਦੇ ਵਿੱਚ, ਉਹਦੀ ਗੱਲ ਕਰਨੀ ਹੈ, ਤੇ ਚਮਕੌਰ ਦੀ ਜੰਗ ਦੀ ਗੱਲ ਹੋਏਗੀ। ਡਰਿਓ ਨਾ, ਕੁਝ ਗੱਲਾਂ ਦੱਸਣੀਆਂ ਚਾਹੁੰਦਾ ਸਿੱਧੀ ਭਾਸ਼ਾ ਦੇ ਵਿੱਚ। UK ਦੇ ਵਿੱਚ ਕੋਵਿਡ ਨੇ, ਸਲੇਡੇ ਨੇ ਨਵਾਂ ਬਣ ਕੇ ਨਵਾਂ ਰੂਪ ਲੈ ਲਿਆ, ਨਿਊ ਵੇਰੀਐਂਟ, ਉਸਨੂੰ ਉਹਦਾ ਨਾਂ ਰੱਖਤਾ ਨਵਾਂ VUI BB12 1 ਤਰੀਕ 01। ਇਨਵੈਸਟੀਗੇਸ਼ਨ ਚੱਲ ਰਹੀ ਆ, ਪਰ ਫਲਾਈਟ ਸਾਰੀਆਂ ਤੁਹਾਨੂੰ ਪਤਾ ਬੰਦ ਹੋ ਗਈਆਂ। UK ਦੇ ਹੈਲਥ ਸੈਕਟਰੀ ਜਿਹੜੇ ਮੈਟ ਹੈਨਕੌਕ ਨੇ, ਉਹਨਾਂ ਨੇ ਕਿਹਾ ਆਊਟ ਆਫ ਕੰਟਰੋਲ ਦੀ ਗੱਲ ਉਹਨਾਂ ਨੇ ਕੀਤੀ ਆ। ਸਤੰਬਰ ਦਾ ਇਹ ਸ਼ੁਰੂ ਹੋਇਆ ਹੁਣ ਪਤਾ ਲੱਗਿਆ। ਕਈ ਵਾਰ ਦੱਬ ਲੈਂਦੇ ਨੇ, ਜਿਹੜੀਆਂ ਤੁਹਾਨੂੰ ਪਤਾ ਹੈ ਸਰਕਾਰਾਂ ਨੇ ਬਦਨਾਮੀ ਤੋਂ ਡਰਦੀਆਂ, ਡਰ ਨਾ ਜਾਣ। ਕ੍ਰਿਸ ਵਿਟੀ ਨੇ ਜਿਹੜੇ ਇੰਗਲੈਂਡ ਦੇ ਚੀਫ ਮੈਡੀਕਲ ਅਫੀਸਰ, ਉਹਨੇ ਕਿਹਾ ਵੀ ਇਹ ਡਿਫਰੈਂਟ ਜਿਹੜਾ ਨਵਾਂ ਵਾਇਰਸ ਹੈ 23 ਡਿਫਰੈਂਟ ਚੇਂਜਸ ਨੇ ਉਹਦੇ 'ਚ, ਤੇ 60% ਦੇ ਕਰੀਬ ਇਨਫੈਕਸ਼ਨ ਲੰਡਨ ਦੇ ਵਿੱਚ ਇਹਦੇ ਕਰਕੇ ਹੋਈ ਹੈ। ਇੱਕ ਵੀਕ ਦੇ ਵਿੱਚ ਡਬਲ ਹੋ ਗਈ। ਹੁਣ ਸਤੰਬਰ ਤੋਂ ਕੌਣ ਇੱਥੇ ਪਹੁੰਚਿਆ, ਕਿੱਥੇ ਕਿੱਥੇ ਗਿਆ, ਰੱਬ ਜਾਣਦਾ। ਕੋਵਿਡ-19 ਪਹਿਲਾਂ ਸਾਊਥ ਈਸਟ ਇੰਗਲੈਂਡ ਤੋਂ ਸ਼ੁਰੂ ਹੋਇਆ ਸੀ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜਾ ਦੱਸਿਆ, ਤੇ ਹੁਣ ਡੈਨਮਾਰਕ, ਨੈਦਰਲੈਂਡ, ਜਿਹਨੂੰ ਹਾਲੈਂਡ ਕਿਹਾ ਜਾਂਦਾ, ਲੈਂਡਸ, ਆਸਟ੍ਰੇਲੀਆ, ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿੰਦਾ ਇਹ ਸਪਰੈਡ ਹੋ ਗਿਆ। ਤੇ ਆਸਟ੍ਰੇਲੀਆ ਦੇ ਵਿੱਚ 2 ਇਹਦੇ ਕੇਸ ਜਿਹੜੇ ਨੇ ਉਹਨਾਂ ਨੇ ਨਿਊ ਵੇਰੀਐਂਟ ਦੇ ਲੱਭੇ ਨੇ, ਸਿਡਨੀ ਤੇ ਇਟਲੀ, ਤੇ ਇਹਦੇ ਇਹਦੀ ਇਨਫੈਕਸ਼ਨ ਵਾਲੇ ਬੰਦੇ ਲੱਭ ਲਏ। ਸਾਊਥ ਅਫਰੀਕਾ 'ਚ ਵੀ ਲੱਭ ਲਏ। ਹੁਣ ਇਹਦੇ 'ਚ ਦਵਾਈ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿ ਰਹੇ ਆ ਵੀ ਜਿਹੜੀਆਂ 2 ਇਹ ਵੈਕਸੀਨ ਆਈਆਂ ਕੰਮ ਕਰਨਗੀਆਂ। ਸਰ ਹੁਣ ਇਹ ਗੱਲ ਇੱਕ ਹੀ ਖਿਆਲ ਰੱਖਣ ਦੀ ਲੋੜ ਹੈ, ਬਚਾਓ ਦੇ ਵਿੱਚ ਹੀ ਬਚਾਓ ਹੈ। ਜਿਹੜੀਆਂ ਦਰਜਨਾਂ ਕੰਟਰੀਆਂ ਯੂਰਪ, ਮਿਡਲ ਈਸਟ ਤੇ ਅਮਰੀਕਾਜ਼ ਦੇ ਵਿੱਚ ਜਿਹੜੇ ਉਹਨਾਂ ਨੇ ਟਰੈਵਲ ਬੈਨ UK ਨੂੰ ਲਾ ਦਿੱਤਾ। ਇਹ 72 ਘੰਟੇ ਦਾ ਨਹੀਂ, 72 ਤੋਂ ਵਧਣਾ। ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿਆਂ, ਇੰਡੀਆ ਦੀ ਕੋਈ ਫਲਾਈਟ ਕਰ ਰਹੇ ਹੋ, ਇੰਡੀਆ ਜਾ ਰਹੇ ਹੋ, ਪੂਰਾ ਸਿਚੁਏਸ਼ਨ ਮੋਨੀਟਰ ਕਰਕੇ ਜਾਇਓ, ਸਮਝ ਕੇ ਜਾਇਓ, ਵੇਖ ਕੇ ਜਾਇਓ। ਯੂਜੂਅਲੀ ਤੁਹਾਡੇ ਟ੍ਰਿਪ ਜਿਹੜੇ ਨੇ ਠੰਡ 'ਚ ਹੁੰਦੇ ਨੇ, ਪਰ ਇਹ ਨਵਾਂ ਜਿਹੜਾ ਇਹਨੇ ਰੂਪ ਧਾਰਿਆ, ਇਹਨੇ ਕਿਹੋ ਜਿਹਾ ਆਉਣ ਵਾਲੇ ਮਹੀਨੇ 'ਚ, 15 ਦਿਨਾਂ 'ਚ, 20 ਦਿਨਾਂ 'ਚ ਇਹਨੇ ਕੀ ਕਰਨਾ ਤੁਹਾਨੂੰ ਪਤਾ ਲੱਗੂ। ਸਿਚੁਏਸ਼ਨ ਕਿਹੋ ਜਿਹੀ ਹੋਏਗੀ। ਹੁਣ ਪੰਜਾਬ ਦੇ ਵਿੱਚ ਸਿੰਘੂ ਬਾਰਡਰ 'ਤੇ ਗੁਰੂ ਦੀ ਕਿਰਪਾ ਵਰਤ ਰਹੀ ਹੈ, ਮੋਢੇ ਨਾਲ ਮੋਢਾ ਲਾ ਕੇ ਲੋਕ ਬੈਠੇ ਨੇ, ਕਿਸੇ ਦੇ ਮਾਸਕ ਨਹੀਂ, ਪੰਜਾਬ 'ਚ ਕਿਸੇ ਦੇ ਮਾਸਕ ਨਹੀਂ। ਉੱਥੇ ਹੈਗੇ ਜਾਂ ਨਹੀਂ ਰੱਬ ਜਾਣਦਾ, ਜਾਂ ਉਹਨਾਂ ਦੇ ਵਿੱਚ ਇਸ ਨੂੰ ਸਹਿਣ ਦੀ ਸ਼ਕਤੀ ਇੰਨੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਦ ਹੋ ਜਾਂਦਾ। ਹੁਣ ਇੱਥੇ ਬਹੁਤ ਮਾਈਲਡ ਨੇ ਕਿਸੇ ਨੂੰ ਇਹਦੇ ਸਿੰਪਟਮ, ਕਿਸੇ ਦੀ ਇਹ ਬਸ ਕਰਾ ਰਿਹਾ। ਫਰਕ ਹੈ ਵੀ ਉਹਦੀ ਰੋਗ ਨਾਲ ਲੜਨ ਦੀ ਸ਼ਕਤੀ ਕਿੰਨੀ ਆ ਕਿਸੇ ਇਨਸਾਨ 'ਚ। ਕਿਸੇ ਨੂੰ ਇਕੱਲਾ ਬੁਖਾਰ ਹੀ ਹੁੰਦਾ, ਕਿਸੇ ਦਾ ਸਾਹ ਰੁਕ ਜਾਂਦਾ, ਕਿਸੇ ਦਾ ਗਲ ਪੱਕ ਜਾਂਦਾ ਬਿਲਕੁਲ ਹੀ। ਸੋ ਇਹਦਾ ਜਿਹੜਾ, ਪਰ ਕਿਤੇ ਵੀ ਆਪਣਾ ਦੇਸ਼ ਛੱਡਣ ਤੋਂ ਪਹਿਲਾਂ ਸਾਰੀ ਸਿਚੁਏਸ਼ਨ ਮੋਨੀਟਰ ਕਰਿਓ। ਚਾਹ ਦੇ ਵਿੱਚ ਨਹੀਂ, ਹੁਣ ਤਾਂ ਠੀਕ ਆ, ਚੱਲੀਏ ਪੰਜਾਬ ਨੂੰ ਲਾਈਏ 2 ਮਹੀਨੇ, ਸਰਦਾ ਨਹੀਂ ਸਾਡਾ। ਕਿਤੇ ਕੋਈ ਕੱਲ੍ਹ ਨੂੰ ਫਲਾਈਟਸ ਜਿਹੜੀਆਂ ਕੈਂਸਲ ਹੋ ਗਈਆਂ, ਅੱਜ ਇੰਗਲੈਂਡ ਤੋਂ ਹੋਈਆਂ, ਜੇ ਭਾਰਤ ਤੋਂ ਹੋ ਗਈਆਂ, ਪੰਜਾਬ ਤੋਂ ਹੋ ਗਈਆਂ, ਬੈਨ ਲੱਗ ਗਿਆ, ਤਾਂ ਕੀ ਕਰੋਗੇ ਫਿਰ? ਇਹ ਸਾਰਾ ਮੋਨੀਟਰ ਕਰਕੇ ਜਾਣਾ। ਮਹੀਨਾ 2 ਮਹੀਨਾ ਕਹਿ ਕੇ ਲੋਕ 5 ਮਹੀਨੇ ਪੰਜਾਬ ਰਹਿ ਕੇ ਆਏ ਨੇ, ਜਦ ਆਪਾਂ ਵੇਖਿਆ ਹੀ ਹੈ ਮਾਰਚ ਤੋਂ ਲੈ ਕੇ। ਸੋ ਇਹ ਸਾਰਾ ਕੁਝ ਮੋਨੀਟਰ ਕਰਕੇ ਅਗਲਾ ਜਿਹੜਾ ਡਿਸੀਜ਼ਨ ਤਾਂ ਲਿਓ।
ਬਸੰਤ ਮੀਟ ਸ਼ਾਪ ਪ੍ਰੋਗਰਾਮ ਦੇ ਸਪਾਂਸਰ ਨੇ 31940 ਸਾਊਥ ਫਰੇਜ਼ਰ ਵੇ ਐਬਸਫੋਰਡ 6047763535 ਹਰ ਕਿਸਮ ਦਾ ਮੀਟ ਚਿਕਨ ਲੈਮ ਤੇ ਹੋਰ ਸਾਰੇ ਮੀਟ ਮੈਰੀਨੇਟ ਕੀਤੇ ਹੋਏ ਬਾਰਬੀਕਿਊ ਲਈ ਰੈਡੀ ਜਾਂ ਫਿਰ ਕੁਝ ਕੁ ਮੀਟ ਨੇ ਜਿਹੜੇ ਉਹ ਤਿਆਰ ਕਰਦੇ ਨੇ ਕੁੱਕ ਕਰਕੇ ਤੁਹਾਨੂੰ ਬਣਾ ਕੇ ਦੇ ਦਿੰਦੇ ਨੇ 6047763535 ਮਨਜਿੰਦਰ ਸਿੰਘ ਪੰਧੇਰ 31940 ਸਾਊਥ ਫਰੇਜ਼ਰ ਵੇ ਐਬਸਫੋਰਡ ਬਸੰਤ ਮੀਟ ਸ਼ਾਪ। ਸਫਾਈ ਦਾ ਪੂਰਾ ਖਿਆਲ, ਕੁਆਲਿਟੀ ਸਿਰੇ ਦੀ ਯਾਦ ਰੱਖਿਓ। ਪੰਜਾਬ ਨੂੰ ਡਾਲਰਾਂ ਦੇ ਵਧੀਆ ਰੇਟ ਭੇਜਣਾ ਹੈ ਤਾਂ ਗਗਨ ਸਿੰਘ 6043491313 ਡਾਲਰਾਂ ਦੇ ਰੁਪਈਏ ਇੱਥੇ ਲੈਣੇ ਆ ਪੰਜਾਬ ਫੋਰੈਕਸ 6043491313 ਦਾਅਵਾ ਤੇ ਵਾਅਦਾ ਪੱਕਾ ਰੇਟ ਪੂਰਾ ਰਕਮ ਪੰਜਾਬ ਤੇ ਇੱਥੇ ਪੱਕੀ। ਪਰਮਿੰਦਰ ਥਿੰਕ ਇੰਸ਼ੋਰੈਂਸ 6048287213 ਪਰਮਿੰਦਰ ਸਿੰਘ ਥਿੰਦ ਵੱਲੋਂ ਬੇਨਤੀ ਆ ਜਿੰਨੇ ਵੀ ਉਹਨਾਂ ਦੇ ਕਲਾਇੰਟ ਨੇ ਜਿੰਨੇ ਵੀ ਥਿੰਕ ਇੰਸ਼ੋਰੈਂਸ ਨੂੰ ਪਿਆਰ ਕਰਨ ਵਾਲੇ ਨੇ ਤਾਂ ਘੱਟੋ ਘੱਟ ਕਿਸਾਨਾਂ ਦੇ ਸੰਘਰਸ਼ ਦੀ ਗੱਲ ਅੱਗੇ ਤੱਕ ਪਹੁੰਚਦੀ ਕਰੋ, ਕਿਸਾਨਾਂ ਦੇ ਸੰਘਰਸ਼ 'ਚ ਮਦਦ ਕਰੋ। ਉਹਨਾਂ ਨੇ ਨਿੱਜੀ ਤੌਰ ਤੇ ਇਹ ਗੱਲ ਕਹੀ ਹੈ। ਇਹ 20% ਦਾ ਕਰੀਬ ਡਿਸਕਾਊਂਟ ਉਹਨਾਂ ਦੇ ਡਿਸੇਬਿਲਿਟੀ ਇੰਸ਼ੋਰੈਂਸ ਤੇ ਐਸੈਂਸ਼ੀਅਲ ਵਰਕਰਸ ਨੂੰ ਆਨਲਾਈਨ ਜਾ ਕੇ ਆਪਣੀ ਕੋਟੇਸ਼ਨ ਪਾ ਕੇ ਆਪ ਦੇਖ ਲਓ ਖਰਚਾ ਕਿੰਨਾ ਹੈ 6048287213। ਹੁਣ ਆਪਣਾ ਧਿਆਨ ਚਮਕੌਰ ਸਾਹਿਬ ਵੱਲ ਨੂੰ ਲੈ ਕੇ ਚੱਲਿਓ। ਆਉਣ ਵਾਲੇ 10-12 ਮਿੰਟ ਮੈਂ ਗੱਲ ਕਰਨੀ ਹੈ ਸਾਹਿਬ ਦੀ। ਅੱਜ 8 ਪੋਹ ਦੀ ਰਾਤ ਹੈ, ਸ਼ਹੀਦੀਆਂ ਯੋਧਿਆਂ ਦੀਆਂ ਹੋ ਚੁੱਕੀਆਂ ਨੇ। ਅੱਜ ਦੀ ਰਾਤ ਸਾਹਿਬ ਉੱਥੋਂ ਪੀਰੇ ਹਿੰਦ ਰਵਦ ਕਹਿ ਕੇ ਤੁਰਦੇ ਨੇ ਤੇ ਬਹੁਤ ਲੇਖਕਾਂ ਨੇ ਉਸ ਨੂੰ ਅਲੱਗ-ਅਲੱਗ ਬਿਆਨ ਕੀਤਾ ਹੈ ਕਿ ਬਿਜਲੀ ਲਿਸ਼ਕੀ ਦੋਨੇ ਪੁੱਤਰਾਂ ਦੇ ਚਿਹਰੇ ਦਿਖੇ ਪਰ ਗੁਰੂ ਕੋਲ ਦੀ ਲੰਘ ਗਏ। ਕੱਫਣ ਦੀ ਗੱਲ ਹੁੰਦੀ ਹੈ ਪਰ ਸਾਹਿਬ ਕਹਿੰਦੇ ਬਾਕੀ ਮੇਰੇ ਨਾਦੀ ਪੁੱਤ ਪਏ ਨੇ, ਇਹਨਾਂ ਦੇ ਕੱਫਣ ਨਹੀਂ ਤਾਂ ਮੇਰੇ ਕੱਲਿਆਂ ਦੇ ਕੱਫਣ ਨਹੀਂ ਹੋ ਸਕਦੇ। ਹਕੀਮ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਬਸ ਏਕ ਹਿੰਦ ਮੈਂ ਬੇਨਤੀ ਕਰਾਂ ਅਸੀਂ ਦਰਬਾਰ ਸਾਹਿਬ ਬਾਕੀ ਤਖਤਾਂ ਤੇ ਨਦੇੜ ਫਲਾਈਟਾਂ ਲੈ ਕੇ ਜਾਂਦੇ ਹਾਂ, ਚਮਕੌਰ ਸਾਹਿਬ ਛੱਡ ਦਿੰਦੇ ਹਾਂ। ਮੁਸਲਮਾਨ ਫਕੀਰ ਜਿਹੜਾ ਹਕੀਮ ਆ ਯੂਨਾਨੀ ਹਕੀਮ ਸੀ 19ਵੀਂ ਸਦੀ ਦੇ ਆਖਰੀ ਸਮੇਂ ਦਾ ਉਹਨਾਂ ਦਾ ਜਨਮ ਹੈ ਤੇ ਉਹਨਾਂ ਨੂੰ ਕਾਫਰ ਕਹਿ ਕੇ ਮੁਸਲਮਾਨਾਂ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਨਾਲ ਬਹੁਤ ਮਾੜਾ ਵਿਹਾਰ ਕੀਤਾ। ਹਰ ਇੱਕ ਆਪਣੇ ਧਰਮ ਨੂੰ ਕਹਿੰਦੇ ਤੂੰ ਇਹ ਕਾਫਰਾਂ ਲਈ ਕੀ ਲਿਖਦਾ ਕੀ ਬੋਲਦਾ। ਉਹਨਾਂ ਦੀ ਸੋਚ ਦੀ ਅਡਾਰੀ ਹੈ। ਉਹਨਾਂ ਨੇ ਗੰਜ ਸ਼ਹੀਦ ਵਫਾ 2 ਜਿਹੜੀਆਂ ਇਹ ਕਾਵ ਰਚਨਾ ਲਿਖੀ ਹੈ। ਦੂਜੇ ਪ੍ਰੋਗਰਾਮ ਦੇ ਵਿੱਚ ਮੈਂ ਉਹਨਾਂ ਦੀ ਕਾਵ ਰਚਨਾ ਦਾ ਪੰਜਾਬੀ ਲੱਥਾ ਕਰਕੇ ਤੁਹਾਨੂੰ ਅੱਜ ਸੁਣਾਉਣਾ ਸ਼ੁਰੂ ਕਰਨਾ। पर वो कहते हैं बस एक हिंद में तीर्थ है यात्रा के लिए, कटाए बाप ने बच्चे जहां खुदा के लिए। चमक है मेहर की चमकौर तेरे जर्रों में, यहीं से बन के सितारे गए समा के लिए। गुरु गोविंद के लखते जिगर अजीत जुजार, फलक पे एक यहाँ 2 चांद हैं जिया के लिए। 2 चांद ने कहता इत्थे। दक्कन में दूर मरकद है हजूर साहब का, पहुंचना जिस जगह मुश्किल है मैं नवा के लिए। भटकते फिरते हैं क्यों हज करे यहाँ आकर, ये काबा पास है हर एक खालसा के लिए। यहाँ वो लेटे हैं सतलुज ने जोश में आकर, चरण हजूर के नहरें बहा बहा के लिए। मिज़ार गंज है शहीदें, मिज़ार गंज शहीदा है उन शहीदों का फरिश्ते जिनकी तरसते थे खाक ए पा के लिए। उठाएं आंखों से आकर यहाँ की मिट्टी को, जो खाक शानते फिरते हैं किमिया के लिए। ये हैं वो जो जहाँ 40 तन शहीद हुए, खताब सरवरी सिंहों ने सर कटा के लिए। दिल्लई पंथ के सरबाजियों ने सरदारी, बराए कौम ये रुतबे लहू बहा के लिए। चमकौर साहब दी गल मैं करनी चाहना। साहब दे 2 लखते जिगर, आपां भी पुत्त हैं, आपां नूं भी पुत्त बनाया। ਪੁੱਤ ਬਣੀਏ ਨਾ ਬਣੀਏ, ਘੜੁੱਤ ਬਣ ਜਾਈਏ ਤਾਂ ਸਾਡੀ ਮਰਜ਼ੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਜਿਨ੍ਹਾਂ ਦਾ ਜਨਮ ਪੌਂਟਾ ਸਾਹਿਬ ਦਾ ਤੇ 18 ਸਾਲ ਦੀ ਉਮਰ ਦੀ ਸ਼ਹੀਦੀ ਹੈ। ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਅਨੰਦਪੁਰ ਸਾਹਿਬ ਦਾ ਤੇ 14 ਸਾਲ ਤੋਂ ਘੱਟ ਉਮਰ 'ਚ ਸ਼ਹੀਦੀ ਹੈ। 6 ਪੋਹ ਨੂੰ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਸਾਰਾ ਇਤਿਹਾਸ ਤੁਹਾਨੂੰ ਪਤਾ ਹੈ। ਵਹੀਰ ਹੈ ਸਾਹਮਣੇ ਆਪ ਚੱਲ ਰਹੇ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ ਉਦੇ ਸਿੰਘ ਨਾਲ ਨੇ, ਨਾਲ ਬਚਿੱਤਰ ਸਿੰਘ ਨੇ। ਗੱਬੇ ਮਾਤਾ ਜੀ ਨੇ 85 ਸਾਲ ਦੀ ਉਮਰ, 9 ਤੇ 7 ਸਾਲ ਦੇ ਪੁੱਤ ਘੋੜਿਆਂ ਤੇ ਨਾਲ ਨੇ। ਸਾਹਿਬਜ਼ਾਦੇ ਵੱਡੇ ਨਾਲ ਨੇ
ਪਿੱਛੇ ਬਾਬਾ ਜੀਵਨ ਸਿੰਘ ਨਾਲ ਹੈ, ਸਾਡੇ ਬਾਬਾ ਬੁੱਢਾ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦਾ ਜੀ ਹੋਏ ਨੇ। ਉਹਨਾਂ ਨੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਨਾਲ ਸਾਹਿਬ ਦੇ ਜਿਹੜੀ ਉਹ ਲੜਾਈ ਲੜੀ ਹੈ। ਉੱਥੋਂ ਤੁਰਦੇ ਆ, ਇਉਂ ਆਪਾਂ ਦਾ ਮਹਿਸੂਸ ਹੁੰਦਾ ਬਈ ਨਿਕਲ ਆਏ ਚਲੇ ਗਏ ਤੁਰ ਗਏ, ਇਉਂ ਨਹੀਂ ਹੁੰਦਾ। ਉੱਥੋਂ 6 ਤਰੀਕ ਨੂੰ 6 ਪੋਹ ਨੂੰ ਚੱਲੇ ਨੇ, ਅੱਜ 8 ਪੋਹ ਦੀ ਰਾਤ ਆ। ਇਉਂ ਨਹੀਂ ਆ ਵੀ ਅੰਦਰੋਂ ਨਿਕਲੇ ਤੇ ਚਲੇ ਗਏ। ਪਗਡੰਡੀਆਂ ਦੇ ਵਿੱਚ ਦੀ ਸ਼ਾਹੀ ਟਿੱਬੀ ਸਾਹਿਬ ਪਹੁੰਚਦੇ ਨੇ। ਸ਼ਾਹੀ ਟਿੱਬੀ ਤੇ 50 ਯੋਧੇ ਭਾਈ ਉਦੈ ਸਿੰਘ ਨੂੰ ਦੇ ਕੇ ਉੱਥੋਂ ਅੱਗੇ ਚੱਲਦੇ ਨੇ। ਮਲਕਪੁਰ ਰੰਗੜਾ ਜਿਹੜੀ ਸਰਸਾ ਤੋਂ ਰੋਪੜ ਵਾਲੇ ਪਾਸੇ ਆ। ਜਦ ਉਦੋਂ ਪਹਿਲਾਂ ਚੱਖੀਆਂ ਪਿੰਡ ਦੀ ਜੂਹ ਦੇ ਵਿੱਚ ਬਾਬਾ ਜੀਵਨ ਸਿੰਘ ਮਾਈ ਭੀਖਾਂ ਉਹਨਾਂ ਦਾ ਜੱਥਾ ਹੈ। ਚਮਕੌਰ ਉਸ ਤੋਂ ਬਾਅਦ ਸਰਸਾ ਟੱਪ ਕੇ ਮਲਕਪੁਰ ਰੰਗੜਾ, ਜਿਹਨੂੰ ਹੁਣ ਮਲਕਪੁਰੇ ਕਹਿੰਦੇ ਨੇ, ਮੁਸਲਮਾਨਾਂ ਦਾ ਰੰਗੜਾ ਦਾ ਪਿੰਡ ਸੀ। ਉੱਥੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਨੇ। ਦਿਨ ਦਾ ਚੜ੍ਹਾਅ ਹੋ ਜਾਂਦਾ, ਰਾਤ ਨੂੰ ਤੁਰੇ ਹੋਏ। ਚਮਕੌਰ ਸਾਹਿਬ ਦੀ ਗੱਲ ਨਹੀਂ, ਹਲੇ ਸਰਸਾ ਤੇ ਬੈਠੇ। ਸਵੇਰੇ ਅੰਮ੍ਰਿਤ ਬਾਣੀ ਜਿਹੜੀ ਆਸਾ ਜੀ ਦੀ ਬਾਰ ਦੇ ਕਹਿੰਦੇ ਭੋਗ ਸਾਹਿਬ ਨੇ ਪਾਏ ਨੇ। ਅਰਦਾਸ ਆਪ ਕੀਤੀ ਆ। ਜਾਣ ਤੋਂ ਪਹਿਲਾਂ ਅਨੰਦਪੁਰ ਸਾਹਿਬ ਸੀਸਗੰਜ ਗੁਰਦੁਆਰਾ ਸਾਹਿਬ ਨੂੰ ਜਿਹੜਾ ਉੱਥੇ ਵੀ ਮੱਥਾ ਟੇਕ ਕੇ ਆਏ ਨੇ। ਉਸ ਤੋਂ ਬਾਅਦ 3 ਜਗ੍ਹਾ ਤੇ ਕਹਿੰਦੇ ਲੜਾਈ ਉਸ ਸਮੇਂ ਹੋ ਰਹੀ ਹੈ। ਸ਼ਾਹੀ ਟਿੱਬੀ ਆ, ਸ਼ਾਹੀ ਟਿੱਬੀ ਨਹੀਂ, ਕਾਲਾ ਏਰੀਆ, ਵੱਡੇ ਵੱਡੇ ਦਰਖਤ ਉਸ ਜਗ੍ਹਾ ਤੇ। ਉੱਥੇ ਭਾਈ ਸਾਹਿਬ ਭਾਈ ਉਦੈ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਦੇ ਸਪੁੱਤਰ ਉਹ ਸ਼ਹੀਦ ਹੁੰਦੇ ਨੇ। 100 ਸਿੰਘ 50 ਸਿੰਘ ਉੱਥੇ ਸ਼ਹੀਦ ਹੁੰਦੇ ਨੇ। 100 ਸਿੰਘ ਤੇ ਭਾਈ ਜੀਵਨ ਸਿੰਘ ਜਿਨ੍ਹਾਂ ਦਾ ਨਾਮ ਜੈਤਾ ਸੀ, ਰੰਗਰੇਟਾ ਗੁਰੂ ਕਾ ਬੇਟਾ, ਜਿਨ੍ਹਾਂ ਨੂੰ ਧਰਮ ਦੇ ਨਾਲ ਅੱਜ ਦਰਕਾਰ ਦੇ ਆਪਾਂ ਕਹਿੰਦੇ ਆ, ਉੱਥੇ ਬੈਠੋ 9 ਲਕਬ ਰੱਖੇ ਹੋਏ ਨੇ। ਉਹ ਯੋਧਿਆਂ ਨੇ ਸਾਹਿਬ ਲਈ 10ਵੇਂ ਪਿਤਾ ਲਈ ਜਿਹੜਾ ਸਭ ਕੁਝ ਆਪਣਾ ਬਾਰਿਆ, ਉਹਨਾਂ ਨੂੰ ਗਲ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਕਿਹਾ। ਤੇ ਅਸੀਂ ਧੱਕਦੇ ਹਾਂ, ਸਾਨੂੰ ਸੂੰਕ ਆਉਂਦੀ ਹੈ। ਸਰਸਾ ਤੋਂ ਟੱਪ ਗਏ, ਮਾਲ ਅਸਵਾਬ ਰੁੜ ਗਿਆ, ਗ੍ਰੰਥ ਰੁੜ ਗਏ। ਸਾਹਿਬ ਤੇ ਸਾਹਿਬਜ਼ਾਦਾ ਅਜੀਤ ਸਿੰਘ, ਬਾਬਾ ਬੁੱਢਾ ਸਿੰਘ, ਜੁਝਾਰ ਸਿੰਘ ਟੱਪ ਗਏ। ਮਲਕਪੁਰ ਰੰਗੜਾਂ ਦੇ ਵਿੱਚ ਉਧਰੋਂ ਦੀ ਕੁਮਕ ਦੇ ਨਾਲ ਲੜਦੇ ਹੋਏ ਸਾਰੇ ਸਿੰਘ ਸ਼ਹੀਦ ਹੋ ਗਏ ਤੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਬਹੁਤ ਜ਼ਖਮੀ ਹੋ ਗਏ। ਸਾਹਿਬਜ਼ਾਦਾ ਅਜੀਤ ਸਿੰਘ ਦਾ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ, ਘੋੜੇ ਤੇ ਲੈ ਕੇ ਆਉਂਦੇ ਨੇ ਕੋਟਲਾ ਨਿਹੰਗ ਖਾਨ ਜਿਹੜਾ ਹੈ 6ਵੇਂ ਪਾਤਸ਼ਾਹ ਦੇ ਇਸ ਘਰ ਦੇ ਵਿੱਚ ਸਿੱਖੀ ਹੈ। ਸਾਹਿਬ ਇੱਥੇ ਦੂਸਰੀ ਵਾਰ ਰੁਕ ਰਹੇ ਨੇ, ਤੀਸਰੀ ਵਾਰ। ਇੱਕ ਵਾਰ ਆਲਮ ਖਾਨ ਨਿਹੰਗ ਖਾਨ ਦੇ ਪੁੱਤਰ ਦੀ ਸ਼ਾਦੀ 'ਚ, ਇੱਕ ਵਾਰ ਪੌਂਡਾ ਸਾਹਿਬ ਤੋਂ ਮੁੜਦੇ ਹੋਏ, ਤੇ ਤੀਸਰੀ ਵਾਰ ਹੁਣ ਮੁਮਤਾਜ਼ ਉਸ ਦੀ ਬੇਟੀ ਆਲਮ ਖਾਨ ਉਹਦਾ ਪੁੱਤਰ, ਤੇ ਉਹਦੇ ਭਾਣਜੇ ਗਨੀ ਖਾਨ ਤੇ ਨਵੀ ਖਾਨ ਜਿਨ੍ਹਾਂ ਨੇ ਉੱਚ ਦਾ ਪੀਰ ਬਣਾਇਆ ਸਾਹਿਬ ਨੂੰ, ਉਹ ਵੀ ਉਹਦੇ ਭਾਣਜੇ ਨੇ। ਤੇ ਨਿਹੰਗ ਖਾਨ ਦੇ ਉੱਥੇ ਰੁਕਦੇ ਨੇ ਤੇ ਉੱਥੋਂ ਕਹਿੰਦੇ ਅਸੀਂ ਅੱਗੇ ਚੱਲਦੇ ਹਾਂ। ਬਚਿੱਤਰ ਸਿੰਘ ਦੀ ਤੁਸੀਂ ਸੇਵਾ ਕਰੋ। ਬਚਿੱਤਰ ਸਿੰਘ ਦੇ ਨਾਲ ਬੀਬੀ ਮੁਮਤਾਜ਼ ਅੰਦਰ ਹੈ। ਤੇ ਉਸ ਤੋਂ ਬਾਅਦ ਜਾਵਰ ਖਾਨ ਰੋਪੜ ਦਾ ਸੂਬੇਦਾਰ ਆ ਕੇ ਪੁੱਛਦਾ ਹੈ ਨਿਹੰਗ ਖਾਨ ਨੂੰ, ਇੱਥੇ ਸਾਡੇ ਬਾਗੀ ਆਏ। ਉਹ ਕਹਿੰਦੇ ਕੋਈ ਨਹੀਂ। ਇਹ ਕਮਰੇ 'ਚ ਕਹਿੰਦੇ ਕੌਣ ਆ? ਉਹ ਕਹਿੰਦੇ ਮੇਰੀ ਬੇਟੀ ਤੇ ਮੇਰਾ ਦਮਾਦ ਹੈ। ਉਸ ਤੋਂ ਬਾਅਦ ਉਹਨਾਂ ਨੂੰ ਭੂਆ ਜੀ ਕਹਿ ਕੇ ਮੰਨਿਆ ਗਿਆ। ਮੁਮਤਾਜ਼ ਜੀ ਉਹਨਾਂ ਨੂੰ ਇਸ ਏਰੀਏ ਦੇ ਵਿੱਚ 131 ਸਾਲ ਦੀ ਉਮਰ 'ਚ ਸਵਰਗਵਾਸ ਹੋਏ ਨੇ। ਉਹਨਾਂ ਅਖੀਰ 30 ਸਾਲ ਉਹ ਜਦ ਪ੍ਰਖਾਲੀ ਤੋਂ ਨੂੰ ਜਾਂਦੇ ਰੰਗੀਲਪੁਰ ਤੋਂ ਮੁੜ ਕੇ ਉੱਪਰ ਪ੍ਰਖਾਲੀ ਤੋਂ ਉੱਪਰ ਨਰੰਗਬਾਦ ਬੜੀ ਇੱਕ ਜਗ੍ਹਾ ਹੈ, ਉੱਥੇ ਉਹਨਾਂ ਦਾ ਕਿਲ੍ਹਾ ਸੀ ਤੇ ਉੱਥੇ ਉਹਨਾਂ ਦੀ ਜਗ੍ਹਾ ਬਣੀ ਹੋਈ ਹੈ। ਸਾਹਿਬ ਉੱਥੋਂ ਨਾਲ ਜਿਹੜੀ ਕਰਾਲੀ ਵਾਲੀ ਰੋਡ ਹੈ, ਬੂੜ ਮਾਜਰਾ, ਤੇ ਉਸ ਤੋਂ ਬਾਅਦ ਫਿਰ ਬੜੂ ਮਾਜਰੇ ਤੋਂ ਬੂਰ ਮਾਜਰਾ ਜਿਹੜੀ ਪਰਲੇ ਬੰਨੇ ਬਿਲਕੁਲ ਸਰਹੰਦ ਦੇ ਨਹਿਰ ਦੇ ਨਾਲ ਜਿਹੜੀ ਰੋਪੜ ਤੋਂ ਮਰਿੰਡੇ ਵਾਲੀ ਸੜਕ ਹੈ, ਉਹਨੂੰ ਟੱਪਦੇ ਨੇ। ਇੱਕ ਦਿਨ ਬਾਅਦ ਉਸ ਰਸਤੇ ਤੋਂ ਜਿੱਧਰ ਦੀ ਸਾਹਿਬ ਲੰਘੇ ਨੇ, ਉੱਥੋਂ ਤੇ ਉਹੀ ਰਸਤੇ 'ਚ ਮਾਤਾ ਗੁਜਰੀ, ਗੰਗੂ ਤੇ ਛੋਟੇ ਸਾਹਿਬਜ਼ਾਦੇ ਕ੍ਰਾਸ ਕਰਦੇ ਨੇ। ਇੱਕ ਦਿਨ ਦੇ ਫਰਕ ਤੇ ਤੁਸੀਂ ਵੇਖ ਸਕਦੇ ਹੋ ਦੀਨ ਦੁਨੀਆ ਦੇ ਮਾਲਕ ਦੇ ਪਰਿਵਾਰ ਕਿਵੇਂ ਫਿਰ ਰਿਹਾ। ਇੱਕ ਦਿਨ ਤੇ ਫਰਕ ਤੇ ਭੁੱਖਣ ਭਾਣੇ ਭਿੱਜੇ ਹੋਏ 9 ਤੇ 7 ਸਾਲ ਦੇ ਸਾਹਿਬਜ਼ਾਦੇ ਮਾਤਾ ਨਾਲ ਲੰਘਦੇ ਨੇ। ਗੁਰੂ ਸਾਹਿਬ ਉੱਥੋਂ ਕ੍ਰਾਸ ਕਰਦੇ ਨੇ, ਉਹ ਸਿੱਧੀ ਸੜਕ ਹੈ। ਬੂਰ ਮਾਜਰੇ ਆ ਕੇ ਰੁਕਦੇ ਨੇ। ਅਖੀਰ 7 ਤਰੀਕ ਦੇ ਰਾਤ ਨੂੰ 6 ਦੀ ਰਾਤ ਦਾ ਚੱਲੇ ਹੋਏ 24 ਘੰਟੇ
7 ਤਰੀਕ ਦੀ ਰਾਤ ਨੂੰ ਦਮਦਮਾ ਸਾਹਿਬ ਚਮਕੌਰ ਸਾਹਿਬ ਤੋਂ ਬਾਹਰਲੇ ਬੰਨੇ ਆ ਕੇ ਗੁਰੂ ਸਾਹਿਬ ਆਰਾਮ ਕਰਦੇ ਨੇ। ਫਿਰ ਰਾਵਤ ਹੋਣੀ, ਬੁੱਧੀ ਚੰਦ ਰਾਵਤ, ਉੱਥੇ ਵੀ ਇਤਿਹਾਸਕਾਰ ਦੱਸਦੇ ਆ ਵੀ ਚੌਥੀ ਵਾਰ ਸਾਹਿਬ ਇਸ ਚਮਕੌਰ ਦੀ ਜਗ੍ਹਾ 'ਚ ਆਏ ਨੇ। ਰਾਵਤ ਉਹਨਾਂ ਦਾ ਪਹਿਲਾਂ ਹੀ ਜਿਹੜਾ ਇੱਕ ਸਿੱਖ ਸੀ, ਸਿੱਖ ਲਾ ਲਓ, ਸੇਵਾਦਾਰ ਲਾ ਲਓ, ਉਹਨੂੰ ਕਹਿੰਦੇ ਨੇ। ਉਹ ਕਹਿੰਦਾ ਘਰ ਚਲੋ, ਕਹਿੰਦੇ ਘਰੇ ਨਹੀਂ ਜਾਣਾ ਅਸੀਂ, ਸਾਨੂੰ ਪਤਾ ਕੀ ਹੋਣਾ ਕੱਲ੍ਹ ਨੂੰ, ਇੱਥੇ ਆਪਣੀ ਕੱਚੀ ਹਵੇਲੀ ਦੇ ਦੇ। ਕੱਚੀ ਹਵੇਲੀ ਦੇ ਵਿੱਚ ਸਾਹਿਬ ਵਿਸ਼ਰਾਮ ਕਰਦੇ ਨੇ। 40 ਸਿੰਘ ਨੇ ਦਰਵਾਜ਼ੇ ਤੇ, ਭਾਈ ਮੋਦਨ ਸਿੰਘ, ਭਾਈ ਸਾਹਿਬ ਭਾਈ ਕਾਠਾ ਸਿੰਘ ਦਰਵਾਜ਼ੇ ਤੇ ਜਿਹੜਾ 2 ਸਿੰਘ ਰਹਿੰਦੇ ਨੇ। ਉਸ ਤੋਂ ਬਾਅਦ 5 ਪਿਆਰਿਆਂ 'ਚੋਂ 3 ਪਿਆਰੇ ਸ਼ਮਸ਼ੀਰਾਂ ਕੱਢ ਕੇ ਰਾਤ ਨੂੰ ਜਿਹੜਾ ਪਹਿਰਾ ਦਿੰਦੇ ਨੇ। ਬਾਕੀ ਸਿੰਘ ਘੋੜਿਆਂ ਦੀਆਂ ਕਾਠੀਆਂ ਦੇ ਥੱਲੇ ਵਿਛਾਏ ਹੋਏ ਜਿਹੜੇ ਕੱਪੜੇ ਨੇ ਉਹਨਾਂ ਨੂੰ ਲਾਹ ਕੇ ਜੀਂ ਪੋਸ਼ ਜਿਨ੍ਹਾਂ ਨੂੰ ਕਹਿੰਦੇ, ਉਹਦੇ ਉੱਤੇ ਸੌਂ ਜਾਂਦੇ ਨੇ। ਸਾਹਿਬ ਮਮਟੀ ਦੇ ਅੰਦਰ ਛੋਟਾ ਚਵਾਰਾ, ਜਿਹੜਾ ਕੱਚੀ ਗੜੀ ਤੁਸੀਂ ਵੇਖੀ ਆ ਕਿਸਮਤ ਵਾਲਿਆਂ ਨੇ, ਹੁਣ ਉੱਥੇ ਕੱਖ ਨਹੀਂ ਹੈ, ਢਾਤਾ ਸਾਰਾ ਕੁਛ, ਉਹਦੇ ਵਿੱਚ ਚਲੇ ਜਾਂਦੇ ਨੇ। ਤੀਜੇ ਪਹਿਰ, 1.5 ਪਹਿਰ ਰਾਤ ਦੇ ਜਦ ਨਿਕਲਦੇ ਨੇ ਤੇ ਆਪਣੇ ਸਿੱਖਾਂ ਦੇ ਸਿਰਾਂ ਵੱਲ ਦੀ ਲੰਘਦੇ, ਪੈਰਾਂ ਵੱਲ ਦੀ ਲੰਘਦੇ, ਨਿਹਾਰਦੇ ਨੇ ਤੇ ਦੱਸਦੇ ਨੇ ਵੀ ਤੁਸੀਂ ਕੱਲ੍ਹ ਨੂੰ ਸ਼ਹੀਦ ਹੋਣਾ। ਦੋਨੇ ਪੁੱਤ ਬਾਹਰ ਬੈਠੇ ਨੇ, ਪਏ ਨੇ ਸੌਰੀ, ਭਿੱਜੇ ਹੋਏ ਬਾਲ ਦਸਤਾਰਾਂ 'ਚੋਂ ਨਿਕਲ ਕੇ, ਦਮਾਲਿਆਂ 'ਚੋਂ ਨਿਕਲ ਕੇ, ਚਿਹਰੇ ਤੇ ਕਹਿੰਦੇ ਇੰਨੇ ਸੋਹਣੇ ਲੱਗ ਰਹੇ ਨੇ, ਚੰਦ ਵੀ ਨਿਕਲ ਨਹੀਂ ਰਿਹਾ। ਦੂਸਰੇ ਦਿਨ ਫਿਰ ਸਾਰੇ ਪਰਗਣੇ, 24 ਪਰਗਣੇ, ਪਿੰਡਾਂ ਦੇ ਸਮੂਹ ਨੂੰ ਪਰਗਣੇ ਕਿਹਾ ਜਾਂਦਾ ਹੈ। 10 ਲੱਖ ਫੌਜ ਦੀ ਗੱਲ ਜ਼ਫਰਨਾਮੇ 'ਚ ਸਾਹਿਬ ਨੇ ਲਿਖੀ ਹੈ। 10 ਲੱਖ ਫੌਜ, 40 ਭੁੱਖਣ ਭਾਣੇ ਸਿੰਘ, ਤੇ ਜਿਹੜਾ ਉੱਥੇ ਦਾ ਇਤਿਹਾਸ ਆ ਤੁਹਾਨੂੰ ਪਤਾ, ਸਾਹਿਬਜ਼ਾਦੇ ਵਿੱਚ ਸ਼ਹੀਦ ਹੋਏ ਨੇ। ਤੇ ਕਲੰਗੀ ਬਖਸ਼ ਕੇ, ਚੰਦ ਤੋੜਾ ਬਖਸ਼ ਕੇ ਸਾਹਿਬ ਦੂਸਰੇ ਦਿਨ 9 ਤਰੀਕ ਦੀ 9 ਪੋਹ ਦੀ ਸਵੇਰ ਨੂੰ ਜਾਂ 8 ਤਰੀਕ ਦੀ ਰਾਤ ਨੂੰ ਪੀਰੇ ਹਿੰਦ ਰਬਦ ਤਾੜੀ ਮਾਰ ਕੇ ਉੱਥੋਂ ਨਿਕਲਦੇ ਨੇ। ਸ਼ਹੀਦਾਂ ਦੇ ਯੋਧਿਆਂ ਦੇ ਜਿਹੜੇ ਸੰਸਕਾਰ ਕੀਤੇ ਜਾਂਦੇ ਨੇ, ਉਹ ਦੂਸਰੇ ਦਿਨ ਜਦ ਇੱਥੋਂ ਤੁਰ ਜਾਂਦੇ ਨੇ ਤਾਂ ਸਾਰਾ ਉਹ ਮੈਦਾਨ ਆ ਜਿਹੜਾ ਉਹ ਸਰੀਰਾਂ ਨਾਲ, ਮ੍ਰਿਤਕ ਹੋਏ ਸਰੀਰਾਂ ਦੇ ਨਾਲ ਭਰਿਆ ਪਿਆ। ਤੇ ਸਾਹਿਬਜ਼ਾਦੇ ਦੋਨੇ ਉੱਥੇ ਤੇ ਗੁਰੂ ਦੇ ਸਿੰਘ ਜਿਹੜੇ ਹੋਰ ਨੇ ਉਹ ਉੱਥੇ ਸ਼ਹੀਦ ਹੁੰਦੇ ਨੇ। ਇਹ ਚਮਕੌਰ ਦੀ ਜਗ੍ਹਾ ਜਿਹੜੀ ਹੈ, ਇਹ ਸਭ ਤੋਂ ਵੱਡਾ ਸਾਡਾ ਹੱਜ ਹੈ ਸਿੱਖਾਂ ਦਾ। ਜਦ ਜਾਂਦੇ ਹੋ ਪੰਜਾਬ, ਉਸ ਦੀ ਧੂੜ ਨੂੰ ਮੱਥੇ ਨਾਲ ਜ਼ਰੂਰ ਲਾਇਆ ਕਰੋ, ਆਪਾਂ ਛੱਡ ਦਿੰਦੇ ਹਾਂ। ਚਮਕੌਰ ਸਾਹਿਬ ਦੇ ਨਾਲ ਪਿੰਡ ਰਾਏਪੁਰ ਹੈ, ਉੱਥੇ ਦੀ ਇੱਕ ਬੀਬੀ ਜਿਹਦਾ ਨਾਂ ਸ਼ਰਨ ਕੌਰ ਜਿਹੜਾ ਉਸਨੇ ਜਿੰਨਿਆਂ ਕੁ ਦੀ ਸਰੀਰ ਲੱਭੇ ਉਹਨਾਂ ਦੇ ਸੰਸਕਾਰ ਕੀਤਾ ਉਹਨਾਂ ਦਾ, ਪਰ ਉਹਦੇ ਤੇ ਉਹਨੂੰ ਵੀ ਜ਼ਖਮੀ ਕਰਕੇ ਮੁਗਲ ਸਿਪਾਹੀਆਂ ਨੇ ਜਿਉਂਦੀ ਨੂੰ ਉਸ ਨੂੰ ਜਿਹੜੀ ਚਿਖਾ 'ਚ ਸੁੱਟ ਦਿੱਤਾ ਸੀ। ਉਹ ਵੀ ਇੱਕ ਮਹਾਨ ਸ਼ਹੀਦ ਆ। ਰਾਮਾ ਤੇ ਤਲੋਕਾ ਮਹਾਰਾਜਾ ਅਮਰਿੰਦਰ ਦੇ ਜਿਹੜੇ ਵੱਡੇ ਵਡੇਰੇ ਨੇ, ਉਹਨਾਂ ਨੇ ਆ ਕੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਤੇ ਜਾ ਕੇ ਦਮਦਮਾ ਸਾਹਿਬ ਫਿਰ ਗੁਰੂ ਸਾਹਿਬ ਨੂੰ ਦੱਸਿਆ। ਤੇ ਫਿਰ ਉੱਥੋਂ ਸਰਦਾਰੀਆਂ 6ਵੇਂ ਪਾਤਸ਼ਾਹ ਤੋਂ ਮਿਲੀਆਂ ਵੀ ਹਕੂਮਤਾਂ ਹੋਣਗੀਆਂ। ਨਾਭੇ, ਜੀਂਦ ਤੇ ਪਟਿਆਲੇ ਦੇ ਇਹ ਮਹਾਰਾਜੇ ਹੋਏ ਨੇ। ਗੁਰੂ ਪਾਤਸ਼ਾਹ ਕਿਰਪਾ ਕਰੇ ਆਪਾਂ ਆਪਣੇ ਧੁਰੇ ਨਾਲ ਜੁੜੇ ਰਹੀਏ, ਇਹਨਾਂ ਯੋਧਿਆਂ ਨੂੰ ਯਾਦ ਕਰਦੇ ਰਹੀਏ। ਕੱਲ੍ਹ ਨੂੰ 9 ਵਜੇ ਮੁੜਦਾ, ਰੱਬ ਰਾਖਾ।